जिसमें है अमृत ज्ञान है मानक भगत वैराग गुरु ग्रंथ साहिब उदद बंदों कर अनुराग श्री सतगुर शब्द कमाए जिन जीते पंच विकार तिन संतन को बंदना सिर चरणन पग धार दोहरा बेसियन ते बैराग होए कर गुर पग अनुराग लिव लगाए जागत रहो सिमर नाम वड भाग ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। दोहरा बेसियन ते बैराग होए कर गुर पग अनुराग ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਉਤਰਾਰਧ ਧਿਆਏ 30ਵਾਂ। ਕਵੀ ਸੰਤੋਖ ਸਿੰਘ ਜੀ ਜੋ ਮੰਗਲ ਕਰ ਰਹੇ ਹਨ ਇੱਥੇ ਇੱਕ ਸਿੱਖਿਆ ਦੇ ਰਹੇ ਹਨ ਇਸ ਮਨੁੱਖ ਨੂੰ ਕਿ ਤੈਨੂੰ ਕੀ ਕਰਨਾ ਚਾਹੀਦਾ ਹੈ, ਕਿਸ ਤਰ੍ਹਾਂ ਕਰਕੇ ਤੈਨੂੰ ਗੁਰੂ ਦੇ ਚਰਨਾਂ ਨਾਲ ਜੁੜਨਾ ਚਾਹੀਦਾ ਹੈ। ਕਵੀ ਜੀ ਕਹਿੰਦੇ ਹਨ बेसियन ते बैराग होए ਵਿਸ਼ਿਆਂ ਵਿਕਾਰਾਂ ਤੋਂ ਤੈਨੂੰ ਵਿਰਾਗ ਹੋਣਾ ਚਾਹੀਦਾ ਹੈ, ਵਿਸ਼ੇ ਵਿਕਾਰਾਂ ਤੋਂ ਤੈਨੂੰ ਅੱਕਣਾ ਚਾਹੀਦਾ ਹੈ, ਵਿਸ਼ੇ ਵਿਕਾਰਾਂ ਤੋਂ ਸੁੱਖ ਦੀ ਆਸ ਤੈਨੂੰ ਛੱਡਣੀ ਚਾਹੀਦੀ ਹੈ। कर गुर पग अनुराग ਸਿਰਫ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਹੀ ਪ੍ਰੇਮ ਕਰਨਾ ਚਾਹੀਦਾ ਹੈ ਤੇ ਉੱਥੋਂ ਹੀ ਸਾਰੀਆਂ ਆਸਾਂ ਪੂਰੀਆਂ ਹੋਣ ਦੀ ਆਸ ਤੈਨੂੰ ਹੋਣੀ ਚਾਹੀਦੀ ਹੈ। लिव लगाए जागत रहो ਲਿਵ ਲਗਾ ਕੇ ਆਪਣਾ ਕਨਸੈਂਟਰੇਸ਼ਨ ਜਾਂ ਫੋਕਸ ਜਿਹੜਾ ਹੈ ਗੁਰੂ ਦੇ ਚਰਨਾਂ ਨਾਲ ਜੋੜ ਕਰਕੇ ਹਮੇਸ਼ਾ ਹੀ ਗਿਆਨ ਅਵਸਥਾ ਵਿੱਚ ਤੈਨੂੰ ਜਾਗਦੇ ਰਹਿਣਾ ਚਾਹੀਦਾ ਹੈ। सिमर नाम वड भाग ਤੇ ਪਰਮਾਤਮਾ ਦਾ ਜੋ ਨਾਮ ਹੈ ਜੋ ਗੁਰੂ ਤੋਂ ਪ੍ਰਾਪਤ ਹੁੰਦਾ ਹੈ ਉਸ ਨੂੰ ਜਪ ਕਰਕੇ ਤੂੰ ਵੱਡੇ ਭਾਗਾਂ ਵਾਲਾ ਬਣਨਾ ਕਰ। ਸੋ ਇਸ ਮੰਗਲ ਦੇ ਵਿੱਚ ਚਾਰ ਜੋ ਚੀਜ਼ਾਂ ਦਾ ਚਾਰ ਜੋ ਉਪਦੇਸ਼ ਉਹਨਾਂ ਨੇ ਸੁੰਦਰ ਉਪਦੇਸ਼ ਦਿੱਤਾ ਹੈ। ਪਹਿਲਾ ਹੈ ਵੇ ਵਿਸ਼ਿਆਂ ਤੋਂ ਵਿਰਾਗ ਧਾਰਨ ਕਰ ਲਾ, ਕਿਉਂਕਿ ਵਿਸ਼ਿਆਂ ਤੋਂ ਕੋਈ ਸੁੱਖ ਦੀ ਆਸ ਨਾ ਤੂੰ ਰੱਖ। ਵਿਸ਼ੇ ਹਮੇਸ਼ਾ ਥੋੜਾ ਚਿਰ ਦਾ ਸੁੱਖ ਦਿੰਦੇ ਹਨ ਤੇ ਲੰਮੇ ਸਮੇਂ ਦਾ ਦੁੱਖ ਦਿੰਦੇ ਹਨ। ਦੂਜੀ ਗੱਲ ਹੈ ਗੁਰੂ ਦੇ ਚਰਨਾਂ ਨਾਲ ਪ੍ਰੇਮ ਬਣਾਈ ਰੱਖ ਤੇ ਗੁਰੂ ਦੇ ਚਰਨਾਂ ਤੇ ਭਰੋਸਾ ਰੱਖ। ਤੀਜਾ ਪਰਮਾਤਮਾ ਦੇ ਨਾਮ ਦਾ ਤੂੰ ਹਮੇਸ਼ਾ ਹੀ ਸਿਮਰਨ ਕਰ ਤੇ ਚੌਥੀ ਗੱਲ ਹੈ ਲਿਵ ਤੇਰੀ ਜਿਹੜੀ ਹੈ ਹਮੇਸ਼ਾ ਹੀ ਪਰਮਾਤਮਾ ਨਾਲ ਜੁੜੀ ਰਹੇ, ਜਿਹਦੇ ਕਰਕੇ ਤੂੰ ਗਿਆਨ ਅਵਸਥਾ ਵਿੱਚ ਜਾਗਦਾ ਰਹੇ। श्री बाला सुंदर वाच चौपई कितक दिवस जब रहत बिताए ਕੁਝ ਕੁ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਅਟਲ ਬਟਾਲੇ ਵਿੱਚ ਰਹਿ ਕਰਕੇ ਬਤੀਤ ਕੀਤੇ। दिन प्रत महिमा होए अदकाए ਦਿਨ ਪਰ ਦਿਨ ਜਿਵੇਂ ਜਿਵੇਂ ਦਿਨ ਬੀਤਦੇ ਹਨ ਉਸੇ ਹੀ ਤਰ੍ਹਾਂ ਪਰਮਾਤਮਾ ਦੇ ਜਿਹੜੀ ਹੈ ਐਸੀ ਪਰਮਾਤਮਾ ਦੀ ਕਿਰਪਾ ਹੋਈ ਕਿ ਗੁਰੂ ਸਾਹਿਬ ਦੀ ਜਿਹੜੀ ਮਹਿਮਾ ਹੈ ਉਹ ਵੱਡੀ ਤੋਂ ਵੱਡੀ ਹੁੰਦੀ ਗਈ। ਦੇਖੋ ਪਰਮਾਤਮਾ ਆਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਆਪ ਬੈਠੇ ਹਨ ਉੱਥੇ ਦਿਨੋਂ ਦਿਨ ਜਿਹੜੀ ਹੈ ਪਰਮਾਤਮਾ ਦੀ ਭਗਤੀ ਵਿੱਚ ਲੱਗਣ ਵਾਲਿਆਂ ਦੀ ਗਿਣਤੀ ਵੱਧਦੀ ਗਈ। अवलोकत समझियो तब मूला ਅਵਲੋਕਤ ਹੁਣ ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਹੁਰਾ ਪਿੰਡ ਹੈ ਅਟਲ ਬਟਾਲਾ ਤੇ ਉੱਥੇ ਰਹਿਣ ਵਾਲੇ ਬਾਬਾ ਮੂਲਾ ਜੀ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਹੁਰਾ ਜੀ ਹਨ, ਉਹਨਾਂ ਨੇ ਜਦੋਂ ਦੇਖਿਆ ਤੇ ਹੌਲੀ ਹੌਲੀ ਕਰਕੇ ਉਹਨਾਂ ਨੂੰ ਸਮਝ ਪੈਣੀ ਲੱਗੀ ਕਿ ਗੁਰੂ ਨਾਨਕ ਕੌਣ ਹੈ ਤੇ ਉਹਨਾਂ ਨੂੰ ਜਿਹੜਾ ਹੈ ਥੋੜੀ ਬਹੁਤੀ ਸ਼ਰਧਾ ਹੋਣ ਲੱਗੀ। ਭਾ ਸ੍ਰੀ ਨਾਨਕ ਜਸ ਅਨਕੂਲਾ ਭਾ ਕਹਿਣ ਲੱਗੇ ਉਹ ਸਮਾਂ ਫਿਰ ਆ ਗਿਆ ਜਦੋਂ ਕੀਤੀ ਕਿਰਪਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਹੁਰਿਆਂ ਤੇ, ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਸ ਨਾਲ ਉਹ ਅਗਰੀ ਹੋਣ ਲੱਗਿਆ। ਬਾਬਾ ਮੂਲਾ ਜੀ ਸੋਚਣ ਲੱਗੇ ਵੀ ਠੀਕ ਹੀ ਹਨ, ਮੇਰਾ ਜਿਹੜਾ ਜਵਾਈ ਹੈ ਦੇਖੋ ਕਿੰਨਿਆਂ ਦਾ ਭਲਾ ਕਰ ਰਿਹਾ ਹੈ, ਕਿੰਨਿਆਂ ਦਾ ਦੁੱਖ ਮੇਟ ਰਿਹਾ ਹੈ, ਕਿੰਨਿਆਂ ਦੇ ਨਾਲ ਜਿਹੜਾ ਹੈ ਉਹਨਾਂ ਦੀਆਂ ਅਰਦਾਸਾਂ ਸੁਣ ਕੇ ਕਿੰਨਿਆਂ ਦਾ ਜਿਹੜਾ ਦੁੱਖ ਦੂਰ ਕਰ ਰਿਹਾ ਹੈ। ਇਸ ਪ੍ਰਕਾਰ ਕਰਕੇ ਬਾਬਾ ਮੂਲਾ ਜੀ ਵੀ ਹੁਣ ਅਨੁਕੂਲ ਹੋਣ ਲੱਗੇ, ਅਗਰੀ ਹੋਣ ਲੱਗੇ। ਆਇਓ ਅਪਰਤ ਜੀ ਸਭ ਗਿਣਤੀ ਬਾਬਾ ਮੂਲਾ ਜੀ ਨੇ ਬਾਕੀ ਸਾਰੀਆਂ ਗਿਣਤੀਆਂ ਮਿਣਤੀਆਂ ਰਿਸ਼ਤੇ ਜਿਹੜੇ ਸਨ ਆਪਣਾ ਵੱਡਾਪਣ ਪਿੱਛੇ ਛੱਡ ਕਰਕੇ ਬਾਬਾ ਮੂਲਾ ਜੀ ਨੇ ਹਾਥ ਜੋੜ ਕੇ ਕੀਨੀ ਬੇਨਤੀ ਆ ਗਿਆ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ, ਆਪਣੇ ਜਵਾਈ ਦੇ ਸਾਹਮਣੇ, ਜਿਹਨੂੰ ਸਾਰੀ ਉਮਰ ਹੀ ਗਾਲਾਂ ਕੱਢਦਾ ਰਿਹਾ, ਜਿਨ੍ਹਾਂ ਨੂੰ ਸਾਰੀ ਉਮਰ ਹੀ ਭੈੜਾ ਮੰਦਾ ਬੋਲਦਾ ਰਿਹਾ। ਅੱਜ ਪਹਿਲੀ ਵਾਰ ਬਾਬਾ ਮੂਲਾ ਜੀ ਨੇ ਹੱਥ ਜੋੜ ਲਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਤੇ ਬੇਨਤੀ ਕੀਤੀ। ਤੁਮ ਤੋ ਮਹਾਪੁਰਖ ਹੋ ਪੂਰੇ ਆਪਣੇ ਜਵਾਈ ਨੂੰ ਕਹਿੰਦੇ ਹਨ ਬਾਬਾ ਮੂਲਾ ਜੀ
ਤੁਮ ਹੋ ਮਹਾਪੁਰਖ। ਕਹਿੰਦੇ ਤੂੰ ਤਾਂ ਮਹਾਪੁਰਖ ਹੈ, ਤੂੰ ਤਾਂ ਸਾਰੇ ਪ੍ਰਕਾਰ ਕਰਕੇ ਪੂਰਾ ਹੈ। ਆਮਨ ਹੈ ਚਲਿਤ ਲਖੇ ਜੋ ਰੂਰੇ। ਅਸੀਂ ਨਹੀਂ ਤੁਹਾਨੂੰ ਸਮਝ ਸਕੇ, ਤੁਹਾਡੇ ਚਰਿੱਤਰ ਜਿਹੜੇ ਸਨ, ਤੁਹਾਡੇ ਕੌਤਕ ਜਿਹੜੇ ਸਨ, ਸਾਨੂੰ ਨਹੀਂ ਸਮਝ ਪਰੇ। ਜਿਹੜੇ ਸੁੰਦਰ ਕੌਤਕ ਤੁਸੀਂ ਕੀਤੇ ਹਨ ਸੰਸਾਰ ਨੂੰ ਤਾਰਨ ਵਾਸਤੇ, ਅਸੀਂ ਤਾਂ ਤੁਹਾਨੂੰ ਆਪਣਾ ਜਵਾਈ ਸਮਝੀ ਬੈਠੇ ਸਾਂ, ਪਰ ਤੂੰ ਤਾਂ ਸਾਰੀ ਦੁਨੀਆ ਨੂੰ ਤਾਰਨ ਵਾਸਤੇ ਆਇਆ ਸਾਂ। ਇਹ ਗੱਲ ਜਿਹੜੀ ਹੈ ਸੁੰਦਰ ਤੁਹਾਡੀ ਰੀਤ ਨੂੰ ਅਸੀਂ ਸਮਝ ਨਾ ਸਕੇ। ਇਸ ਦਿਨ ਨਿੰਦਤ ਰਹੇ ਬਿਸਾਲਾ। ਰਾਤ ਦਿਨ ਮੈਂ ਤੁਹਾਡੀ ਨਿੰਦਿਆ ਹੀ ਕਰਦਾ ਰਿਹਾ, ਦਿਨ ਰਾਤ ਜਿਹੜਾ ਹੈ ਮੈਂ ਤੁਹਾਨੂੰ ਮੰਦਾ ਚੰਗਾ ਹੀ ਕਹਿੰਦਾ ਰਿਹਾ, ਤੇ ਥੋੜਾ ਨਹੀਂ ਮੈਂ ਕਿ ਮੈਂ ਬਹੁਤਾ ਹੀ ਮਾੜਾ ਕਿਹਾ ਤੁਹਾਨੂੰ, ਮੈਂ ਤਾਂ ਹੱਦ ਕਰਕੇ ਰੱਖ ਦਿੱਤੀ। ਦੇਖੋ ਨਾ, ਉਹਨੇ ਭਾਵੇਂ ਗਾਲਾਂ ਵੀ ਕੱਢੀਆਂ, ਭਾਵੇਂ ਉਹਨੇ ਜਿਹੜਾ ਮਾੜਾ ਮੰਦਾ ਵੀ ਕਿਹਾ, ਪਰ ਇੱਕ ਗੱਲ ਹੈ, ਉਹਨੇ ਗੁਰੂ ਨਾਨਕ ਨੂੰ ਕਿਤੇ ਭੁਲਾਇਆ ਨਹੀਂ ਸੀ ਮਨ ਵਿੱਚੋਂ। ਬਚੀ ਪਏ ਨਿਤ ਜਗਤ ਜੰਜਾਲਾ। ਕਹਿਣਗੇ ਮੈਂ ਖੱਚਤ ਹੋ ਰਿਹਾ ਹਾਂ ਇਹ ਦੁਨੀਆ ਦੇ ਕਾਰਜਾਂ ਵਿੱਚ, ਮੈਂ ਤੁਹਾਨੂੰ ਸਿਰਫ ਦੁਨੀਆ ਦੇ ਕਾਰਜਾਂ ਵਿੱਚ ਹੀ ਤੋਲਦਾ ਰਿਹਾ, ਮੈਂ ਤੁਹਾਨੂੰ ਸਿਰਫ ਇੱਕ ਐਸਪੈਕਟ ਜਿਹੜਾ ਜੀਵਨ ਦਾ ਹੈ ਮੈਂ ਉਹਦੇ ਨਾਲ ਹੀ ਤੁਹਾਨੂੰ ਦੇਖਦਾ ਰਿਹਾ। ਨਿਤ ਜਗਤ ਜੰਜਾਲਾ, ਇਹ ਜਗਤ ਦੇ ਜੰਜਾਲ ਵਿੱਚ ਤਾਂ ਮੈਨੂੰ ਹੁਣ ਪਤਾ ਲੱਗਿਆ ਮੈਂ ਫਸਿਆ ਹੋਇਆ ਸਾਂ। ਤੁਸੀਂ ਤਾਂ ਆਜ਼ਾਦ ਸੀਗੇ, ਪਹਿਲੇ ਦਿਨ ਤੋਂ ਹੀ ਫਸਿਆ ਹੋਇਆ ਮੈਂ ਸੀਗਾ, ਤੇ ਇੱਕ ਪਿੰਜਰੇ ਵਿੱਚ ਬੈਠਾ ਮੈਂ ਤੁਹਾਨੂੰ ਮਾੜਾ ਚੰਗਾ ਕਹੀ ਗਿਆ ਜੋ ਤੁਸੀਂ ਆਜ਼ਾਦ ਸੀਗੇ। ਸੋ ਇਸ ਪ੍ਰਕਾਰ ਕਰਕੇ ਹੁਣ ਸੋਝੀ ਆਈ। ਅਵਗੁਣ ਕਰੇ ਬਖਸ਼ੀਏ ਮੋਹੀ। ਮੇਰੇ ਅਵਗੁਣ ਕੀਤੇ ਹੋਏ, ਮੇਰੇ ਪਾਪ ਕੀਤੇ ਹੋਏ, ਜੋ ਮੈਂ ਤੁਹਾਡੀ ਨਿੰਦਿਆ ਕੀਤੀ ਹੈ, ਇਸ ਨਿੰਦਿਆ ਦਾ ਜਿਹੜਾ ਹੈ ਦੋਸ਼ ਦੀ ਮਾਫੀ ਮੈਨੂੰ ਦੇ ਦਿਓ। ਹੈ ਹਮਾਰੀ ਲੱਜਿਆ ਤੋਹੀ। ਮੇਰੀ ਲੱਜਿਆ ਹੁਣ ਤੁਹਾਡੀ ਹੈ। ਦੇਖੋ ਮੇਰੀ ਲੱਜਿਆ ਹੁਣ, ਜੋ ਮੇਰੀ ਇੱਜ਼ਤ ਹੈ ਤੁਹਾਡੇ ਹੱਥ ਵਿੱਚ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਬਾਬਾ ਮੂਲਾ ਜੀ, ਦੀਨ ਭਏ ਕੋ ਦੇਖ ਦਿਆਲਾ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਇਆ ਦੇ ਘਰ ਨੇ ਦੇਖਿਆ ਕਿ ਦੀਨ ਹੋ ਗਏ, ਅੱਜ ਜਿਹੜੇ ਹਨ ਉਹਨਾਂ ਦੇ ਸਹੁਰਾ ਜੀ ਜਿਹੜੇ ਹਨ ਅੱਜ ਨਿਮਰਤਾ ਵਿੱਚ ਆ ਗਏ। ਕਹੇ ਬਚਨ ਕਰ ਕਿਰਪਾ ਵਿਸਾਲਾ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਮੇਰਾ ਭਰਿਆ ਜਿਹੜੇ ਕਿਰਪਾ ਭਰੇ ਬਚਨ ਕਹੇ। ਸਿਮਰੋ ਸਤਨਾਮ ਗਤ ਦਾਈ। ਮਹਾਰਾਜ ਨੇ ਉਪਦੇਸ਼ ਇਹੀ ਦਿੱਤਾ ਆਪਣੇ ਸਹੁਰਾ ਜੀ ਨੂੰ, ਕਹਿੰਦੇ ਸਿਮਰੋ ਸਤਨਾਮ ਗਤ ਦਾਈ। ਗਤ ਦੇਣ ਵਾਲਾ, ਮੁਕਤੀ ਦੇਣ ਵਾਲਾ, ਉਹ ਪਰਮੇਸ਼ਰ ਦਾ ਨਾਮ ਦਾ ਸਿਮਰਨ ਕਰੋ। ਸਤ ਸੰਗਤ ਮਹਿ ਮਿਲ ਸੁਖ ਪਾਈ। ਹਮੇਸ਼ਾ ਹੀ ਸਤ ਸੰਗਤ ਵਿੱਚ ਮਿਲ ਕੇ ਹੀ ਸੁੱਖ ਨੂੰ ਪ੍ਰਾਪਤ ਕਰੋ, ਤੇ ਸੁੱਖ ਵੀ ਉੱਥੋਂ ਹੀ ਮਿਲਣਾ ਹੈ। ਇਸ ਕਰਕੇ ਸਤ ਸੰਗ ਵਿੱਚ ਜਾ ਕੇ ਤੇ ਸਾਧ ਸੰਗਤ ਨਾਲ ਮਿਲ ਕੇ ਹੀ ਸੁੱਖ ਦੀ ਪ੍ਰਾਪਤੀ ਕਰੋ। ਕਰ ਬੰਧਨ ਕਰਤਾਰ ਅਗਾਰੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਹੁਰਾ ਜੀ ਨੂੰ ਕਿਹਾ ਕਿ ਹੁਣ ਤੁਸੀਂ ਮੱਥਾ ਟੇਕੋ ਉਸ ਪਰਮਾਤਮਾ ਨੂੰ ਜੋ ਕਰਤਾਰ ਹੈ, ਜੋ ਸਾਰਿਆਂ ਦਾ ਬਣਾਉਣ ਵਾਲਾ ਹੈ, ਉਹਦੇ ਅੱਗੇ ਨਮਸਕਾਰ ਕਰੋ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਵੀ ਜਿਹੜਾ ਹੈ ਆਪਣਾ ਵੱਡਾ ਜਾਣ ਕੇ, ਪਿਤਾ ਸਮਾਨ ਜਾਣ ਕੇ, ਉਹਨਾਂ ਨੂੰ ਇਹ ਨਹੀਂ ਕਿਹਾ ਕਿ ਸਾਡੇ ਚਰਨਾਂ ਤੇ ਮੱਥਾ ਟੇਕੋ, ਨਹੀਂ, ਕਹਿੰਦੇ ਕਰਤਾਰ ਅੱਗੇ ਮੱਥਾ ਟੇਕੋ, ਪਰਮੇਸ਼ਰ ਅੱਗੇ ਮੱਥਾ ਟੇਕੋ ਤੁਸੀਂ, ਭਾਵ ਹੋ ਗਏ ਅਪਵਰਗ ਸੁਖਾਰੀ। ਤੇ ਤੁਹਾਨੂੰ ਮੁਕਤੀ ਜਿਹੜੀ ਹੈ ਸੌਖੀ ਮਿਲ ਜਾਵੇਗੀ। ਤੁਹਾਨੂੰ ਇਹ ਦੁਨੀਆ ਤੋਂ ਜਿਹੜਾ ਛੁਟਕਾਰਾ ਬਹੁਤ ਸੌਖਾ ਮਿਲ ਜਾਏਗਾ, ਤੇ ਤੁਹਾਨੂੰ ਕੋਈ ਵੀ ਜਿਹੜੀ ਦਿੱਕਤ ਜਾਂ ਦੁੱਖ ਨਹੀਂ ਆਏਗਾ। ਇਸ ਬਿਦ ਸੁਣ ਕੇ ਸੀਸ ਨਿਵਾਇਓ। ਇਸ ਪ੍ਰਕਾਰ ਦੇ ਬਚਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣੇ ਜਵਾਈ ਤੋਂ ਸੁਣ ਕਰਕੇ ਬਾਬਾ ਮੂਲਾ ਜੀ ਨੇ ਉਸ ਵੇਲੇ ਸੀਸ ਨਿਵਾਇਆ, ਮੱਥਾ ਟੇਕਿਆ। ਮੋਹ ਪਟਲ ਤਤ ਛਿਨ ਬਿਲ ਗਾਇਓ। ਦੇਖੋ ਸਤਿਗੁਰਾਂ ਦੀ ਐਸੀ ਵੱਡੀ ਕਿਰਪਾ ਹੈ, ਇੱਕ ਵਾਰ ਮੱਥਾ ਟੇਕਣ ਦੇ ਨਾਲ ਹੀ ਮੋਹ ਦਾ ਪਰਦਾ ਜਿਹੜਾ ਹੈ ਉਸੇ ਵੇਲੇ ਦੂਰ ਹੋ ਗਿਆ। ਉਸੇ ਵੇਲੇ ਜਿਹੜਾ ਮੋਹ ਅਟੈਚਮੈਂਟ ਦਾ ਪਰਦਾ ਪਿਆ ਹੋਇਆ ਸੀ ਨਾ ਮਨ ਦੇ ਉੱਤੇ, ਇੱਕਦਮ ਇੱਕ ਮੱਥਾ ਟੇਕਣ ਕਰਕੇ ਉਹ ਉੱਡ ਗਿਆ। ਦੇਖੋ ਇਹੀ ਮੋਹ ਦੇ ਪਰਦੇ ਕਰਕੇ ਆਪਾਂ 84 ਲੱਖ ਜੂਨਾਂ ਵਿੱਚ ਘੁੰਮਦੇ ਫਿਰਦੇ ਹਾਂ। ਇਹੀ ਮੋਹ ਦੇ ਪਰਦੇ ਕਰਕੇ ਆਪਾਂ ਇੰਨੇ ਦੁੱਖ ਸਹਾਰਦੇ ਹਾਂ, ਇੱਕ ਜੀਵਨ ਤੋਂ ਲੈ ਕੇ ਦੂਜੇ ਜਨਮ ਤੱਕ, ਦੂਜੇ ਤੋਂ ਲੈ ਕੇ ਤੀਜੇ ਜਨਮ ਤੱਕ ਇਹ ਸਿਲਸਿਲਾ ਜਿਹੜਾ ਚੱਲਦਾ ਹੀ ਰਹਿੰਦਾ ਹੈ ਬੜੇ ਲੰਮੇ ਸਮੇਂ ਤੱਕ। ਪਰ ਇਹ ਪਰਦਾ ਜਿਹੜਾ ਮੋਹ ਦਾ ਇਹ ਨਹੀਂ ਕਿਤੇ ਟੁੱਟਦਾ। ਪਰ ਦੇਖੋ ਗੁਰੂ ਸਾਹਿਬ ਦੀ ਕਿਰਪਾ ਕੈਸੀ ਹੈ, ਜਦੋਂ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ ਨਾ, ਕਹਿੰਦੇ ਇੱਕ ਮੱਥਾ ਟੇਕਣ ਨਾਲੇ ਉਹਦਾ ਪਰਦਾ ਉਠਾ ਦਿੱਤਾ। ਸਿਮਰਨ ਮਹਿ ਲਿਵ ਲਗੀ ਸੁਹੇਲੀ। ਤੇ ਸਿਮਰਨ ਵਿੱਚ ਜਿਹੜੀ ਹੈ ਲਿਵ ਜਿਹੜੀ ਹੈ ਆਪਣੇ ਆਪ ਹੀ ਸੌਖੀ ਹੋਈ ਲੱਗ ਗਈ। ਬਹੁਤਾ ਜ਼ੋਰ ਨਹੀਂ ਲਾਉਣਾ ਪਿਆ, ਬਹੁਤੀ ਕਮਾਈ ਨਹੀਂ ਕਰਨੀ ਪਈ, ਉਸੇ ਵੇਲੇ ਹੀ ਸਿਮਰਨ ਵਿੱਚ ਲਿਵ ਜੁੜ ਗਈ, ਕਨਸੈਂਟਰੇਸ਼ਨ ਜੁੜ ਗਈ। ਤੇ ਜੀ ਪਹਿਲ ਕੀ ਦੁਐਤ ਦੁਹੇਲੀ। ਤੇ ਜਿਹੜੀ ਹਨ ਪਹਿਲੀ ਵਾਲੀ ਰੀਤੀ ਸੀ ਜੀਵਨ ਦੀ, ਕਹਿੰਦੇ ਉਹ ਜਿਹੜੀ ਪਹਿਲ ਕੀ ਦੁਐਤ ਦੁਹੇਲੀ, ਦੁਬਦਾ ਵਾਲੀ,
ਜਿਹੜੇ ਹਰ ਇੱਕ ਚੀਜ਼ ਤੇ ਸ਼ੱਕ ਕਰਨਾ, ਹਰ ਇੱਕ ਚੀਜ਼ ਤੋਂ ਡਰਦੇ ਰਹਿਣਾ, ਇਹੀ ਕਹਿੰਦੇ ਰਹਿਣਾ ਵੀ ਬੋਝ ਮੈਂ ਹੀ ਚੱਕੀ ਫਿਰਦਾ ਹਾਂ, ਮੈਨੂੰ ਹੀ ਸਾਰਾ ਇਹ ਹੈ, ਮੇਰਾ ਹੀ ਉਹ ਹੈ, ਉਹ ਸਾਰੀ ਜਿਹੜੀ ਦੁਐਤ ਸੀ ਨਾ, ਜਿਹਦੇ ਵਿੱਚ ਆਪਾਂ ਨੂੰ ਇਹ ਡਾਊਟ ਬਾਬਾ ਮੂਲਾ ਜੀ ਨੂੰ ਲੱਗਿਆ ਹੋਇਆ ਸੀ ਕਿ ਮੈਂ ਇਹਨਾਂ ਦੇ ਪਰਿਵਾਰ ਨੂੰ ਪਾਲਦਾ ਹਾਂ, ਇਹ ਬੋਝ ਮੇਰਾ ਹੈ, ਇਹ ਸਾਰੀ ਇੱਕ ਡਾਊਟ ਸੀਗਾ, ਕਿਉਂਕਿ ਉਹਨੇ ਪਰਮਾਤਮਾ ਨੂੰ ਨਹੀਂ ਦੇਖਿਆ ਸੀ। ਜਿੱਦਣ ਪਰਮਾਤਮਾ ਨੂੰ ਦੇਖਿਆ ਜਾਵੇ ਤਾਂ ਇਹ ਗਿਆਨ ਪ੍ਰਾਪਤ ਹੁੰਦਾ ਵੀ ਸਭ ਕੁਝ ਕਰਨ ਵਾਲਾ ਤਾਂ ਪਰਮਾਤਮਾ ਹੈ, ਆਪਾਂ ਤਾਂ ਕੁਝ ਵੀ ਨਹੀਂ ਕਰਨ ਵਾਲੇ। ਇਹ ਦੁਖਦਾਈ ਵਾਲਾ ਜਿਹੜਾ ਪਰਦਾ ਸੀ ਇਹ ਵੀ ਦੂਰ ਹੋ ਗਿਆ। ਆਨ ਸਦਨ ਨਿਜ ਤੇ ਸਮਝਾਈ। ਉਸ ਵੇਲੇ ਬਾਬਾ ਮੂਲਾ ਜੀ ਨੇ ਐਸੀ ਸਤਿਗੁਰਾਂ ਦੀ ਕਿਰਪਾ ਨੂੰ ਪ੍ਰਾਪਤ ਕਰਕੇ ਨਾ ਆਪਣੇ ਘਰ ਨੂੰ ਮੁੜਿਆ, ਜਾ ਕੇ ਆਪਣੇ ਘਰ ਵਾਲੀ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੱਸ ਹੈ ਚੰਦੋ ਰਾਣੀ, ਉਹਨਾਂ ਨੂੰ ਜਾ ਕੇ ਸਮਝਾਇਆ ਬਾਬਾ ਮੂਲਾ ਜੀ ਨੇ। ਪਾਛਲ ਬਾਤਨ ਤੇ ਪਛਤਾਈ। ਤੇ ਉਹਨੇ ਜਦੋਂ ਉਹਨੂੰ ਗੱਲ ਦਾ ਪਤਾ ਲੱਗਿਆ, ਮਾਤਾ ਚੰਦੋ ਰਾਣੀ ਨੂੰ ਸਾਰੀ ਗੱਲ ਦੀ ਸਮਝ ਪਈ, ਤਾਂ ਉਹ ਬੜੀ ਪਛਤਾਈ। ਕਹਿੰਦੀ ਮੈਂ ਤਾਂ ਉਹਨੂੰ ਜਿਹੜਾ ਹੈ ਬੁਰਾ ਭਲਾ ਹੀ ਕਹਿੰਦੀ ਰਹੀ। ਦੇਖੋ ਉਹ ਤਾਂ ਸਾਰੀ ਦੁਨੀਆ ਦਾ ਭਲਾ ਕਰਦਾ ਸੀਗਾ, ਬੰਦਾ ਤਾਂ ਇੱਕ ਪਰਿਵਾਰ ਨੂੰ ਪਾਲਦਾ ਹੈ, ਪਰ ਗੁਰੂ ਨਾਨਕ ਤਾਂ ਉਹ ਹੈ ਜਿਹੜੀ ਸਾਰੀ ਦੁਨੀਆ ਨੂੰ ਪਾਲਣ ਵਾਲਾ ਹੈ। ਆਪਾਂ ਨੂੰ ਤਾਂ ਫਿਕਰ ਸੀ ਉਹਦੇ ਬੱਚਿਆਂ ਨੂੰ ਪਾਲਣ ਦਾ, ਆਪਣੀ ਜਿਹੜੀ ਹਨ ਆਪਣੀ ਬੇਟੀ ਨੂੰ ਪਾਲਣ ਦਾ, ਪਰ ਗੁਰੂ ਨਾਨਕ ਨੇ ਤਾਂ ਸਾਰੀ ਖਲਕਤ ਨੂੰ ਪਾਲਿਆ ਹੈ। ਕਹਿੰਦੇ ਉਹ ਤਾਂ ਏਡਾ ਵੱਡਾ, ਅਸੀਂ ਤਾਂ ਉਹਨੂੰ ਛੋਟਾ ਹੀ ਜਾਣਦੇ ਰਹੇ। ਕਿਤਕ ਕਾਲ ਕੀਨੋ ਸਤ ਸੰਗਾ। ਕੁਝ ਕੁ ਸਮੇਂ ਤੱਕ ਜਿਹੜਾ ਹੈ ਬਾਬਾ ਮੂਲ ਚੰਦ ਤੇ ਚੰਦੋ ਰਾਣੀ ਨੇ ਫਿਰ ਸਤ ਸੰਗਤ ਕੀਤੀ, ਆ ਕੇ ਧਰਮਸਾਲ ਵਿੱਚ ਬੈਠਿਆ ਕਰਦੇ ਸਨ। ਹਰ ਚਰਨਨ ਮਹਿ ਪ੍ਰੇਮ ਉਮੰਗਾ। ਤੇ ਜਿਉਂ-ਜਿਉਂ ਸੰਗਤ ਕਰਦੇ ਰਹੇ ਤਿਉਂ-ਤਿਉਂ ਉਹਨਾਂ ਦਾ ਜਿਹੜਾ ਹੈ ਮਨ ਜਿਹੜਾ ਹੈ ਪ੍ਰੇਮ ਦੇ ਵਿੱਚ ਜਿਹੜਾ ਹੈ ਉਮੰਗ ਉਤਸ਼ਾਹ ਦੇ ਨਾਲ ਪਰਮਾਤਮਾ ਦੇ ਚਰਨਾਂ ਨਾਲ ਜੁੜਨਾ ਸ਼ੁਰੂ ਹੋ ਗਿਆ। ਭਏ ਵਿਵੇਕੀ ਥੋਰਨ ਦਿਨ ਮੈਂ। ਥੋੜੇ ਦਿਨਾਂ ਵਿੱਚ ਹੀ ਵਿਵੇਕੀ ਗਿਆਨਵਾਨ ਹੋ ਗਏ, ਉਹਨਾਂ ਨੂੰ ਐਨਲਾਈਟਮੈਂਟ ਹੋ ਗਿਆ, ਉਹਨਾਂ ਨੂੰ ਰੀਅਲਾਈਜੇਸ਼ਨ ਹੋ ਗਿਆ। ਸਤ ਅਸਤ ਲਖਿਓ ਸਭ ਮਨ ਮੈਂ। ਹੁਣ ਦੇਖੋ ਮਨ ਦੇ ਵਿੱਚ ਸੱਤ ਤੇ ਅਸੱਤ ਦਾ ਜਿਹੜਾ ਸਾਰ ਹੈ ਉਹਨਾਂ ਨੂੰ ਪਤਾ ਲੱਗ ਗਿਆ ਵੀ ਸੱਚ ਕੀ ਹੈ, ਝੂਠ ਕੀ ਹੈ। ਤੇ ਦੇਖੋ ਇਹ ਜਿਹੜਾ ਰੀਅਲਾਈਜੇਸ਼ਨ ਹੈ ਬੜਾ ਮੁਸ਼ਕਲ ਹੈ, ਕਿਉਂਕਿ ਜਿਹੜੀ ਚੀਜ਼ ਨੂੰ ਆਪਾਂ ਸਾਰੀ ਉਮਰ ਸੱਤ ਮੰਨਿਆ ਹੈ ਨਾ, ਉਹ ਅਸਲ ਵਿੱਚ ਅਸੱਤ ਝੂਠ ਹੈ। ਜਿਹਨੂੰ ਸੱਚ ਮੰਨਿਆ ਉਹ ਸੀ ਝੂਠ, ਜਿਹਨੂੰ ਝੂਠ ਮੰਨਿਆ ਸੀ ਉਹ ਸੀ ਸੱਚ। ਸੋ ਇਉਂ ਕਰਕੇ ਜਿਹੜਾ ਹੈ ਇਹ ਗਿਆਨ ਹੋ ਗਿਆ ਜੀ। ਹਾਰ ਬਲਾ ਪੂਰਨ ਪੁਨ ਹੋਈ। ਦੇਖੋ ਉਹੀ ਸਮਾਂ ਸੀਗਾ ਤੇ ਉਹਨਾਂ ਦੀ ਉਮਰ ਪੂਰੀ ਹੋ ਗਈ। ਬਾਬਾ ਮੂਲਾ ਜੀ ਤੇ ਚੰਦੋ ਰਾਣੀ ਦੀ ਜਿਹੜੀ ਉਮਰ ਸੀ, ਜਿੰਨੀ ਵੀ ਪ੍ਰਾਲ ਵੱਧ ਕਰਕੇ ਉਹਨਾਂ ਨੂੰ ਜਿਹੜਾ ਹੈ ਆਯੂ ਇਹ ਉਮਰ ਮਿਲੀ ਸੀ, ਉਹ ਪੂਰੀ ਹੋ ਗਈ। ਸੁਖ ਸੋ ਤਨ ਤਜ ਗਏ ਤਬ ਦੋਈ। ਤੇ ਦੋਨੋਂ ਜਿਹੜੇ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੱਸ ਸਹੁਰੇ, ਤੇ ਉਹਨਾਂ ਨੇ ਜਿਹੜੇ ਹੈ ਉਸੇ ਵੇਲੇ ਹੀ ਬੜੇ ਸੌਖੇ ਤਰੀਕੇ ਦੇ ਨਾਲ ਜਿਹੜਾ ਹਨ ਕੋਈ ਪੀੜ ਨਹੀਂ ਉਹਨਾਂ ਨੂੰ ਹੋਈ, ਬੜੀ ਖੁਸ਼ੀ ਵਿੱਚ ਉਹਨਾਂ ਨੇ ਆਪਣਾ ਤਨ ਜਿਹੜਾ ਸਰੀਰ ਤਿਆਗ ਦਿੱਤਾ ਤੇ ਜਿਹੜਾ ਉਹ ਪਾਸ ਆਨ ਹੋ ਗਏ। ਸੋ ਇਸ ਪ੍ਰਕਾਰ ਕਰਕੇ ਗਵਨੇ ਪ੍ਰਭ ਕੇ ਭਵਨ ਸੁਹਾਵਨ। ਤੇ ਪਹੁੰਚ ਗਏ ਹਨ ਉਸ ਪਰਮਾਤਮਾ ਦੇ ਭਵਨ ਸੱਚਖੰਡ ਵਿੱਚ ਪਹੁੰਚੇ, ਕਿਉਂਕਿ ਸੱਚਖੰਡ ਹੀ ਹੈ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਿਨ੍ਹਾਂ ਨੇ ਦਰਸ਼ਨ ਕਰ ਲਏ। ਰਿਸ਼ਤੇ ਵਿੱਚ ਮਾਤਾ ਪਿਤਾ ਸਮਾਨ ਸਨ, ਉਹ ਕਿਉਂ ਨਹੀਂ ਸੱਚਖੰਡ ਜਾਂਦੇ। ਐਸਾ ਜਿਹੜਾ ਹੈ ਦੇਖੋ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ। ਦੇਖੋ ਇੱਥੇ ਆਪਾਂ ਨੂੰ ਹੁਣ ਜਿਹੜਾ ਹਨ ਇਹ ਗੱਲ ਕਲੀਅਰ ਹੋਈ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਟਲ ਬਟਾਲੇ ਕਿਉਂ ਅਚਾਨਕ ਚਲੇ ਗਏ ਸਨ। ਉਹਨਾਂ ਨੂੰ ਇਹ ਗੱਲ ਦਾ ਗਿਆਨ ਸੀਗਾ ਕਿ ਸਾਡੇ ਸੱਸ ਸਹੁਰੇ ਨੇ ਆਪਣਾ ਸਰੀਰ ਛੱਡਣਾ ਹੈ। ਦੇਖੋ ਉਹਨਾਂ ਨੂੰ ਇਹ ਵੀ ਗਿਆਨ ਸੀਗਾ ਵੀ ਉਹਨਾਂ ਨੇ ਦੇਖੋ ਕਿੰਨੀਆਂ ਜਿਹੜਾ ਬੁਰਾ ਭਲਾ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਸਾਰੀ ਉਮਰ। ਕਿਤੇ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਦਰ ਸਤਿਕਾਰ ਨਹੀਂ ਉਹਨਾਂ ਨੇ ਕੀਤਾ, ਕਿਤੇ ਵੀ ਉਹਨਾਂ ਨੂੰ ਮਾਣ ਨਹੀਂ ਦਿੱਤਾ, ਸਾਰੀ ਉਮਰ ਗਾਣਾ ਹੀ ਕੱਢਦੇ ਰਹੇ। ਅਟਲ ਬਟਾਲੇ ਆਉਂਦਿਆਂ ਹੀ ਪਿਛਲੇ ਪ੍ਰਸੰਗ ਵਿੱਚ ਆਪਣੇ ਸੁਣਿਆ ਕਿੰਨੀਆਂ ਭੈੜੀਆਂ ਗੱਲਾਂ ਕਹੀਆਂ, ਪਰ ਦੇਖੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਚੁੱਪ ਰਹੇ ਨਾ, ਮਹਾਰਾਜ ਨੇ ਕੁਝ ਬੋਲੇ ਨਹੀਂ, ਕਿਉਂਕਿ ਮਹਾਰਾਜ ਨੇ ਉਹਨਾਂ ਦਾ ਭਲਾ ਕਰਨਾ ਸੀ। ਦੇਖੋ ਇਹ ਹੈ ਗੁਰੂ। ਦੇਖੋ ਗੁਰੂ ਆਪਾਂ ਆਪਣਾ ਜਿਹੜਾ ਹੈ ਕਿੰਨਾ ਹੀ ਆਪਾਂ ਉਹਨਾਂ ਨੂੰ ਬੁਰਾ ਭਲਾ ਵੀ ਕਈ ਵਾਰੀ ਕਹਿ ਦਿੰਦੇ ਹਾਂ ਗੁੱਸੇ ਵਿੱਚ ਆ ਕੇ। ਦੇਖੋ ਗੁਰੂ ਹਮੇਸ਼ਾ ਹੀ ਆਪਣਾ ਭਲਾ ਹੀ ਲੋਚਦਾ ਹੈ। ਕੋਈ ਵੀ ਸੰਸਾਰ ਵਿੱਚ ਕਿਸੇ ਦਾ ਭਲਾ ਨਹੀਂ ਲੋਚਦਾ, ਗੁਰੂ ਹੀ ਲੋਚਦਾ ਹੈ। ਗੁਰੂ ਮਹਾਰਾਜ ਆਪ ਜਿਹੜੇ ਹਨ ਆਪਣੇ ਸਿੱਖ ਨੂੰ ਫਿਰ ਵੀ ਬਖਸ਼ਦੇ ਹਨ। ਕਿੰਨੀਆਂ ਹੀ ਸਾਖੀਆਂ ਆਉਂਦੀਆਂ ਹਨ, ਭਾਵੇਂ ਸਿੱਖ ਬੇਮੁਖ ਵੀ ਹੋ ਜਾਂਦੇ ਹਨ, ਗੁਰੂ ਫਿਰ ਵੀ ਉਹਨਾਂ ਨੂੰ ਬਖਸ਼ਦਾ ਹੈ। ਦੇਖੋ ਐਸਾ ਗੁਰੂ ਨਾਨਕ ਕਿਰਪਾਲੂ ਹੈ। ਇਸ ਕਰਕੇ ਆਪਾਂ ਕਹਿੰਦੇ ਹਾਂ ਨਾ ਦਇਆ ਦਾ ਘਰ ਹੈ, ਉਹ ਕਿਰਪਾ ਦਾ ਘਰ ਗੁਰੂ ਨਾਨਕ ਹੈ। ਗੁਰੂ ਮਹਾਰਾਜ ਆਪ ਬਖਸ਼ਣ ਵਾਲੇ ਹਨ। ਪਹੁੰਚੇ ਜਹਾਂ ਭਗਤ ਮਨ ਭਾਵਨ। ਉੱਥੋਂ ਹੀ ਪਹੁੰਚ ਗਏ ਹੁਣ ਆਪਣਾ ਸਰੀਰ ਛੱਡ ਕੇ ਬਾਬਾ ਮੂਲ ਚੰਦ ਤੇ ਮਾਤਾ
ਮਾਤਾ ਚੰਦੋ ਰਾਣੀ ਉੱਥੇ ਪਹੁੰਚ ਗਏ ਹਨ ਜਿੱਥੇ ਭਗਤਾਂ ਦਾ ਵਾਸਾ ਹੈ। ਸ੍ਰੀ ਨਾਨਕ ਤਿਨ ਕੀ ਗਤ ਕਰਕੇ ਦੇਖੋ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਗਤੀ ਕੀਤੀ, ਉਹਨਾਂ ਦੀ ਮੁਕਤੀ ਕਰਤੀ ਆਪਣੇ ਸੱਸ ਸਹੁਰੇ ਦੀ। ਰਹੇ ਤਹਾ ਸਿੱਖ ਪ੍ਰੇਮ ਵਿਚਰ ਕੇ ਦੇਖੋ ਉੱਥੇ ਅਟਲ ਬਟਾਲੇ ਦੇ ਵਿੱਚ ਸਾਰੇ ਸਿੱਖ ਪ੍ਰੇਮ ਜਿਹੜਾ ਹਨ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜੇ ਹੋਏ ਹਨ। ਸਾਰੇ ਸਿੱਖ ਬਣ ਕੇ ਗੁਰੂ ਨਾਲ ਬੜਾ ਪ੍ਰੇਮ ਕਰਦੇ ਹਨ। ਕਿਤਕ ਦਿਨ ਪੁਨ ਕੀਨ ਤਿਆਰੀ ਕੁਝ ਕੁ ਦਿਨਾਂ ਬਾਅਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਿਆਰੀ ਕੀਤੀ ਹੁਣ ਅਟਲ ਬਟਾਲਾ ਛੱਡਣ ਦੀ। ਸਭ ਕੋ ਦੇਈ ਧੀਰ ਕਹਿ ਭਾਰੀ ਉਸ ਵੇਲੇ ਸਤਿਗੁਰਾਂ ਨੇ ਸਾਰਿਆਂ ਨੂੰ ਧੀਰਜ ਦਿੱਤੀ ਤੇ ਧੀਰਜ ਦੇ ਕੇ ਸਤਿਗੁਰਾਂ ਨੇ ਜਿਹੜਾ ਹੈ ਉਹਨਾਂ ਤੋਂ ਵਿਦਾਇਗੀ ਲਈ। ਤੇ ਇਹੀ ਅਸਥਾਨ ਹੈ ਜਿੱਥੇ ਅੱਜ ਕੱਲ ਗੁਰਦੁਆਰਾ ਹੈ ਜਿਹਨੂੰ ਵਟਾਲੇ ਨਗਰ ਦੇ ਵਿੱਚ ਹੈ। ਇਹ ਵਟਾਲੇ ਨਗਰ ਵਿੱਚ ਇੱਕ ਗੁਰਦੁਆਰਾ ਹੈ। ਇਹ ਉਹ ਸਥਾਨ ਹੈ ਜਿੱਥੇ ਸਤਿਗੁਰੂ ਜੀ ਬੈਠੇ ਸਨ ਆ ਕੇ, ਜਿੱਥੇ ਮਹਾਰਾਜ ਨੇ ਬੜਿਆਂ ਜਿਹੜਾ ਹਨ ਲੱਖਾਂ ਕਰੋੜਾਂ ਦਾ ਉਧਾਰ ਕੀਤਾ। ਰਾਵੀ ਤਟ ਪਰ ਕੀਨ ਪਿਆਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਰਾਵੀ ਨਦੀ ਹੈ ਨਾ ਉਸ ਨਦੀ ਦੇ ਕਿਨਾਰੇ ਆ ਗਏ ਹਨ ਛੱਡ ਕੇ ਅਟਲ ਬਟਾਲਾ। ਪਾਛੇ ਗਮਨਤ ਮੈਂ ਮਰਦਾਨਾ ਕਹਿੰਦੇ ਪਿੱਛੋਂ ਮੈਂ ਤੇ ਮਰਦਾਨਾ, ਭਾਈ ਬਾਲਾ ਜੀ ਕਹਿੰਦੇ ਮੈਂ ਤੇ ਮਰਦਾਨਾ ਵੀ ਉੱਥੇ ਨਾਲੇ ਸਨ ਗੁਰੂ ਨਾਨਕ ਸਾਹਿਬ ਜੀ ਦੇ। ਸੁੰਦਰ ਤੀਰ ਦੇਖ ਇੱਕ ਥਾਈ ਹੁਣ ਇੱਕ ਤੀਰ ਇੱਕ ਕੰਢਾ ਦੇਖਿਆ, ਇੱਕ ਸ਼ੌ ਦੇ ਉੱਤੇ ਇੱਕ ਅਸਥਾਨ ਦੇਖਿਆ ਰਾਵੀ ਦੇ ਕੰਢੇ ਤੇ। ਬੈਠ ਗਏ ਤਹ ਸ੍ਰੀ ਜਗ ਸਾਈ ਜਗਤ ਦੇ ਸਾਈਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੇ ਬੈਠ ਗਏ। ਹੋਏ ਰਹੇ ਤਬ ਪੌਣ ਆਹਾਰੀ ਉੱਥੇ ਮਹਾਰਾਜ ਨੇ ਕੁਝ ਛਕਿਆ ਨਹੀਂ। ਜਦੋਂ ਦੇ ਸਤਿਗੁਰੂ ਜੀ ਉਹ ਰਾਵੀ ਦੇ ਕੰਢੇ ਤੇ ਪਹੁੰਚੇ ਮਹਾਰਾਜ ਜੀ ਪੌਣ ਆਹਾਰੀ ਹੋ ਗਏ। ਪੌਣ ਆਹਾਰੀ ਹੁੰਦੇ ਵੀ ਕੁਝ ਨਹੀਂ ਛਕਣਾ, ਨਾ ਕੁਝ ਪੀਣਾ, ਨਾ ਕੁਝ ਖਾਦਾ ਸਤਿਗੁਰਾਂ ਨੇ। ਜੋ ਤਪੀਸ ਤਪ ਤਪ ਹੈ ਭਾਰੀ ਜਿਵੇਂ ਕੋਈ ਤਪੀਸ਼ਵਰ ਕੋਈ ਤਪੀ ਬੰਦਾ ਤਪ ਕਰ ਰਿਹਾ ਹੁੰਦਾ ਹੈ, ਸਤਿਗੁਰਾਂ ਨੇ ਇਸੇ ਤਰ੍ਹਾਂ ਦਾ ਭਾਰਾ ਤਪ ਕੀਤਾ ਉੱਥੇ ਬਹਿ ਕੇ। ਸੁਨ ਸੁਨ ਲੋਕ ਤਹਾਂ ਚਲ ਆਏ ਮਹਾਰਾਜ ਦਾ ਉੱਥੇ ਆਉਣਾ ਸੁਣ ਕੇ ਲੋਕ ਦੂਰਿਓਂ ਨੇੜਿਓਂ ਉੱਥੇ ਜਿਹੜੇ ਹਨ ਸਾਰੇ ਪਹੁੰਚਣ ਲੱਗੇ। ਹਿਤ ਕਰ ਪਦ ਪੰਕਜ ਲਪਟਾਏ ਉਹਨਾਂ ਨੇ ਬੜੇ ਪ੍ਰੇਮ ਨਾਲ ਸਤਿਗੁਰਾਂ ਦੇ ਆ ਕੇ ਚਰਨਾਂ ਤੇ ਮੱਥਾ ਟੇਕਦੇ ਹਨ ਤੇ ਚਰਨਾਂ ਨਾਲ ਜਿਹੜਾ ਹੈ ਪ੍ਰੇਮ ਜੋੜਦੇ ਹਨ। ਲੈ ਉਪਦੇਸ਼ ਸਿੱਖ ਬਹੁ ਹੋਵੇ ਮਹਾਰਾਜ ਨੇ ਉਹਨਾਂ ਨੂੰ ਉਪਦੇਸ਼ ਦੇ ਕੇ ਸਿੱਖ ਸਾਜਿਆ। ਸੇਵਹਿ ਸਗਰੇ ਦੋਖਨ ਖੋਵਹਿ ਤੇ ਸੇਵਾ ਕਰਦੇ ਹਨ ਸਤਿਗੁਰਾਂ ਦੀ। ਸਤਿਗੁਰਾਂ ਨੂੰ ਜਿਹੜਾ ਹਨ ਮਨ ਵਿੱਚ ਸਤਿਗੁਰਾਂ ਦਾ ਜਿਹੜਾ ਉਪਦੇਸ਼ ਲੈ ਕੇ ਧਾਰਨ ਕਰਦੇ ਹਨ। ਸੇਵੇ ਸਗਰੇ ਦੋਖ ਖੋਵੈ, ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਇੱਕ ਤੇ ਜਸ ਦੂਸਰ ਸੁਨ ਕਾਨਾ ਇੱਕ ਤੋਂ ਦੂਜਾ ਸਤਿਗੁਰਾਂ ਦਾ ਜਸ ਪ੍ਰੇਸ ਨੂੰ ਸੁਣਦਾ ਹੈ। ਆਵਹਿ ਦਰਸ਼ਨ ਹਿਤ ਤੇ ਥਾਨਾ ਉਹ ਉਸੇ ਵੇਲੇ ਭੱਜ ਕੇ ਆਉਂਦੇ ਹਨ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਜਦੋਂ ਇਹ ਜਿਹੜੀ ਹਨ ਖਬਰ ਸਾਰੇ ਪਾਸੇ ਪਹੁੰਚਦੀ ਹੈ। ਰਾਮ ਨਗਰ ਤਹ ਨਿਕਟ ਜੋ ਇਹ ਹੀ ਜਿੰਨੇ ਵੀ ਗ੍ਰਾਮ ਪਿੰਡ ਨੇੜਿਓਂ ਦੂਰੋਂ ਜਿੰਨੇ ਵੀ ਗ੍ਰਾਮ ਪਿੰਡ ਨਗਰ ਨੇੜੇ ਸਨ ਉੱਥੋਂ ਸਾਰੇ ਲੋਕ ਜਿਹੜੇ ਸਨ ਰਹਿਣ ਵਾਲੇ ਮਿਲ ਹੈ ਪਰਸਪਰ ਉਸਤਤ ਕਹੇ ਆਪਸ ਵਿੱਚ ਮਿਲ ਕੇ ਸਤਿਗੁਰਾਂ ਦੀ ਉਸਤਤ ਕਰਦੇ ਹਨ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਪ੍ਰੇਸ ਕਰਦੇ ਹਨ। ਪੂਰਨ ਪੁਰਖ ਵੱਡਾ ਇਹ ਸਾਧੂ ਦੇਖੋ ਕੈਸੀ ਪ੍ਰੇਸ ਕਰਦੇ ਹਨ। ਕਹਿੰਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪੂਰਨ ਪੁਰਖ ਹਨ, ਪਰਮੇਸ਼ਰ ਸਰੂਪ ਹਨ ਤੇ ਇਹ ਵੱਡੇ ਜਿਹੜੇ ਹਨ ਸਾਧੂ ਹਨ। ਇਹਨਾਂ ਨਾਲੋਂ ਕੋਈ ਵੱਡਾ ਸਾਧੂ ਨਹੀਂ ਹੈ। ਜਿਸ ਦਰਸ਼ਨ ਨਾਸ ਹੈ ਅਪਰਾਧੂ ਜਿਨ੍ਹਾਂ ਦੇ ਦਰਸ਼ਨ ਕਰਦਿਆਂ ਮਾਤਰ ਹੀ ਸਾਰੇ ਹੀ ਅਪਰਾਧ ਪਾਪ ਦੂਰ ਹੋ ਜਾਂਦੇ ਹਨ। ਕਲਾਵਾਨ ਗੁਣਵਾਨ ਮਹਾਨਾ ਮਹਾਰਾਜ ਕਲਾਵਾਨ ਸ਼ਕਤੀਵਾਨ ਹਨ, ਗੁਣਾ ਵਾਲੇ ਹਨ, ਵਚਿਉਸ ਹਨ ਤੇ ਮਹਾਨ ਹਨ ਸਤਿਗੁਰੂ ਜੀ। ਕਿਉਂਕਿ ਕਿਸੇ ਦੇ ਦੋਖ ਨਹੀਂ ਦੇਖਦੇ ਮਹਾਰਾਜ, ਕਿਸੇ ਦੇ ਪਾਪ ਦੇਖਦੇ ਨਹੀਂ ਮਹਾਰਾਜ, ਸਿਰ ਬਖਸ਼ਦੇ ਹੀ ਹਨ। ਹੋਵਤ ਸਾਚ ਜੋ ਕਰਹਿ ਬਖਾਨਾ ਹੋਵਤ ਸਾਚ ਜੋ ਵੀ ਆਪਣੇ ਮੁਖਾਰ ਬਿੰਦ ਤੋਂ ਬਚਨ ਕਰਦੇ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਪੂਰੇ ਹੋ ਜਾਂਦੇ ਹਨ। ਇਟ ਕਮਸ ਟੂ ਪਾਸ, ਇਟ ਬਿਕਮਸ ਅ ਰਿਐਲਿਟੀ। ਜੋ ਵੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ। ਨਿਤ ਸਾਹਿਬ ਮੈਂ ਜਸ ਕੀ ਪ੍ਰੀਤਾ ਦੇਖੋ ਨਿਤ ਹਰ ਰੋਜ਼ ਹਰ ਸਮੇਂ ਹਰ ਸਵਾਸ ਦੇ ਵਿੱਚ ਉਹਨਾਂ ਨੂੰ ਪਰਮੇਸ਼ਰ ਦੀ ਹੀ ਪ੍ਰੀਤੀ ਹੈ। ਉਹ ਪਰਮੇਸ਼ਰ ਦੀ ਪ੍ਰੀਤ ਵਿੱਚ ਹੀ ਜੁੜੇ ਰਹਿੰਦੇ ਹਨ। ਸ਼ਾਂਤ ਰੂਪ ਨਹਿ ਡੋਲੇ ਚੀਤਾ ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਤੇ ਭਾਵੇਂ ਕੈਸਾ ਵੀ ਸਮਾਂ ਆਵੇ ਉਹ ਸ਼ਾਂਤ ਰਹਿੰਦੇ ਹਨ। ਉਹ ਜਿਹੜਾ ਹਮੇਸ਼ਾ ਹੀ ਪੀਸ ਆਫ ਮਾਈਂਡ ਬਣਾਈ ਰੱਖਦੇ ਹਨ, ਕਿਤੇ ਵੀ ਡੋਲਦੇ ਨਹੀਂ। ਇਹ ਦਰਵੇਸ਼ ਖੁਦਾਏ ਪਿਆਰਾ ਇਹ ਦਰਵੇਸ਼ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਐਸੇ ਦਰਵੇਸ਼ ਹਨ ਜੋ ਖੁਦਾ ਦੇ ਪਿਆਰੇ ਹਨ। ਕਿਦੋਂ ਖੁਦਾਏ ਆਪ ਤਨ ਧਾਰਾ ਜਾਂ ਫਿਰ ਇਹੀ ਲੱਗਦਾ ਹੈ ਵੀ ਖੁਦਾ ਉਹ ਅੱਲਾ ਉਹ ਪਰਮਾਤਮਾ ਆਪ ਹੀ ਸਰੀਰ ਧਾਰਨ ਕਰਕੇ ਗੁਰੂ ਨਾਨਕ ਬਣ ਕੇ ਆਏ ਹਨ।
ਬਸ ਇਉਂ ਲੱਗਦਾ ਹੈ ਲੋਕਾਂ ਵਿੱਚ ਇਹ ਗੱਲਾਂ ਚੱਲਦੀਆਂ ਹਨ। ਬਹੁ ਨਰ ਆਨ ਬੂਝ ਨਾ ਕਰਹੀ। ਬਹੁਤ ਨਰ, ਬਹੁਤ ਸਾਰੇ ਲੋਕ ਆਉਂਦੇ ਹਨ ਸਤਿਗੁਰਾਂ ਤੋਂ ਪੁੱਛਣ ਵਾਸਤੇ, ਗਿਆਨ ਦੀਆਂ ਗੱਲਾਂ ਕਰਨ ਵਾਸਤੇ, ਪ੍ਰਸ਼ਨ ਉੱਤਰ ਕਰਨ ਵਾਸਤੇ। ਪੂਰਨ ਸਭ ਕੋ ਪ੍ਰਸ਼ਨ ਉਚਰਹੀ। ਮਹਾਰਾਜ ਸਾਰਿਆਂ ਦੇ ਹੀ ਜਿਹੜੇ ਹਨ ਪ੍ਰਸ਼ਨਾਂ ਦੇ ਉੱਤਰ, ਕੁਐਸਚਨਸ ਦੇ ਆਨਸਰਸ ਦਿੰਦੇ ਹਨ ਤੇ ਉਹਨਾਂ ਨੂੰ ਕਨਵਿੰਸ ਕਰਦੇ ਹਨ ਕਿ ਪਰਮਾਤਮਾ ਹੀ ਸਭ ਕੁਝ ਹੈ। ਸੰਨਿਆਸੀ ਬ੍ਰਹਮਚਾਰੀ ਗ੍ਰਸਤੀ। ਦੇਖੋ ਸੰਨਿਆਸੀ ਲੋਕ ਵੀ ਆਉਂਦੇ ਹਨ, ਬ੍ਰਹਮਚਾਰੀ ਆਉਂਦੇ ਹਨ, ਗ੍ਰਸਤੀ ਲੋਕ ਵੀ ਆਉਂਦੇ ਹਨ। ਤਪੀ ਬੈਰਾਗੀ ਬਾਨ ਜੇ ਪ੍ਰਸਤੀ। ਤਪ ਕਰਨ ਵਾਲੇ ਜੋ ਤਪੀ ਹਨ, ਬੈਰਾਗੀ ਜਿਨ੍ਹਾਂ ਨੇ ਘਰ-ਬਾਰ ਛੱਡੇ ਹੁੰਦੇ ਹਨ, ਜੋ ਬਨ ਜੰਗਲਾਂ ਵਿੱਚ ਰਹਿਣ ਵਾਲੇ ਹਨ। ਜੋਗੀ ਬਹੁਰ ਬੈਸਨੋ ਜੋ। ਯੋਗ ਕਰਨ ਵਾਲੇ ਜਿਹੜੇ ਜੋਗੀ ਹਨ, ਫਿਰ ਬੈਸਨੋ ਵਿਸ਼ਨੂੰ ਨੂੰ ਜਿਹੜਾ ਹੈ ਮੰਨਣ ਵਾਲੇ, ਸੋ ਉਹ ਵੀ ਆਉਂਦੇ ਹਨ ਸਾਰੇ। ਹਿੰਦੂ ਮੁਸਲਮਾਨ ਸਭ ਕੋ। ਇਹਨਾਂ ਤੋਂ ਇਲਾਵਾ ਜਿੰਨੇ ਵੀ ਹਿੰਦੂ ਲੋਕ ਹਨ ਜਾਂ ਮੁਸਲਮਾਨ ਲੋਕ, ਉਹ ਸਾਰੇ ਆਏ ਜੇ ਸੰਸੈ ਕੋ ਕਰਹੀ। ਆਏ ਜੇ ਸੰਸੈ ਕੋ ਕਰਹੀ। ਜੇ ਕੋਈ ਸੰਸਾ ਲੈ ਕੇ, ਕੋਈ ਡਾਊਟ ਲੈ ਕੇ, ਕੋਈ ਜਿਹੜੀ ਗੱਲ ਉਹਦੇ ਸਮਝ ਨਹੀਂ ਪੈਂਦੀ, ਉਹ ਲੈ ਕੇ ਜਦੋਂ ਗੁਰੂ ਸਾਹਿਬ ਦੇ ਅੱਗੇ ਹਜ਼ੂਰ ਵਿੱਚ ਆਉਂਦਾ ਹੈ, ਤਤ ਛਿਨ ਉੱਤਰ ਪ੍ਰਭੂ ਉਚਰਹੀ। ਮਹਾਰਾਜ ਐਸੇ ਹਨ ਜਿਨ੍ਹਾਂ ਦੇ ਉੱਤਰ ਉਸੇ ਵੇਲੇ ਉਹਨਾਂ ਨੂੰ ਦੇ ਕੇ ਉਹਨਾਂ ਨੂੰ ਕਲੀਅਰ ਕਰ ਦਿੰਦੇ ਹਨ। ਉਹਨਾਂ ਦੇ ਪ੍ਰਸ਼ਨਾਂ ਦਾ ਜਿਹੜਾ ਹੈ ਵਿਸਥਾਰ ਲੰਮਾ ਹੁੰਦਾ ਹੈ। ਸਤਿਗੁਰੂ ਦਾ ਆਨਸਰ ਸਿਰਫ ਇੱਕ ਹੁੰਦਾ ਜਿਹੜਾ ਉਹਨਾਂ ਨੂੰ ਕਨਵਿੰਸ ਕਰ ਦਿੰਦਾ ਹੈ। ਐਸੇ ਸਤਿਗੁਰੂ ਜੀ ਕਿਰਪਾਲੂ ਹਨ। ਸੁਨ ਸੁਨ ਸਰਦਾ ਔਰ ਮਹਿ ਧਰਹੀ। ਮਹਾਰਾਜ ਦੇ ਐਸੀ ਜਿਹੜੀ ਹਨ ਬਚਨ, ਜਿਹੜੇ ਕਿ ਮਨ ਕਰਕੇ, ਸਰੀਰ ਕਰਕੇ, ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕਰਕੇ ਉਹਨਾਂ ਦੇ ਹਿਰਦੇ ਵਿੱਚ ਸ਼ਰਧਾ ਆਉਂਦੀ ਹੈ। ਸ਼ਬਦ ਲਿਖੈ ਪੁਨ ਬਹੁਰ ਵਿਚਰਹੀ। ਫੇਰ ਸਤਿਗੁਰੂ ਜੀ ਜਿਹੜੇ ਹਨ ਮਹਾਰਾਜ, ਜਿਹੜੇ ਸ਼ਬਦ ਦਾ ਉਚਾਰਨ ਕਰਦੇ ਹਨ, ਉਹਨਾਂ ਨੂੰ ਲਿਖ ਕਰਕੇ ਫਿਰ ਘਰ ਨੂੰ ਜਾ ਕੇ ਉਹਦਾ ਵਿਚਾਰ ਕਰਦੇ ਹਨ ਵੀ ਸਤਿਗੁਰਾਂ ਨੇ ਇਹ ਸ਼ਬਦ ਪੜ੍ਹਿਆ ਸੀਗਾ। ਉਹ ਲਿਖ ਕੇ ਲੈ ਜਾਂਦੇ ਨੇ ਤੇ ਮੁੜ ਮੁੜ ਕੇ ਉਸ ਨੂੰ ਪੜ੍ਹਦੇ ਹਨ ਘਰ ਜਾ ਕੇ, ਤੇ ਸਮਝਣ ਦੀ ਕੋਸ਼ਿਸ਼ ਵੀ ਕਰਦੇ ਹਨ, ਅਰਥ ਵੀ ਕਰਦੇ ਹਨ। ਦੋਹਰਾ ਪੁਰ ਲਾਹੌਰ ਕੇ ਮਨੁਜ ਬਹੁ ਹੋਏ ਸੇਵਕ ਆਏ। ਹੁਣ ਦੇਖੋ ਸਮਾਂ ਉਹ ਵੀ ਆ ਗਿਆ, ਕਿਉਂਕਿ ਸਤਿਗੁਰੂ ਜੀ ਉਹ ਅਸਥਾਨ ਤੇ ਹੈ ਜਿੱਥੇ ਅੱਜ ਕੱਲ ਆਪਾਂ ਕਰਤਾਰਪੁਰ ਕਹਿੰਦੇ ਹਾਂ। ਸੋ ਕਰਤਾਰਪੁਰ ਵਾਲੇ ਅਸਥਾਨ ਜਿਹੜਾ ਸੀਗਾ, ਉੱਥੋਂ ਹੁਣ ਲੋਕ ਜਿਹੜੇ ਲਾਹੌਰ ਦੇ ਸ਼ਹਿਰ ਦੇ ਲੋਕ ਹਨ, ਨਗਰ ਦੇ, ਉਹ ਵੀ ਬਹੁਤ ਸਾਰੇ ਸੇਵਕ ਬਣ ਗਏ ਸਤਿਗੁਰਾਂ ਦੇ। ਨਾਮਦਾਨ ਇਸਨਾਨ ਡਿੱਡ ਸਿੱਖ ਹੈ ਕੀਰਤਨ ਗਾਏ। ਮਹਾਰਾਜ ਨੇ ਨਾਮ, ਦਾਨ, ਇਸ਼ਨਾਨ ਉਹਨਾਂ ਨੂੰ ਦ੍ਰਿੜ ਕਰਾਇਆ ਤੇ ਇਹ ਤਿੰਨ ਪ੍ਰਿੰਸੀਪਲਸ ਮਹਾਰਾਜ ਨੇ ਦਿੱਤੇ, ਨਾਮ, ਦਾਨ ਤੇ ਇਸ਼ਨਾਨ। ਤੇ ਫਿਰ ਸਿੱਖਾਂ ਕੀਰਤਨ ਗਾਏ, ਉਹਨਾਂ ਨੂੰ ਫਿਰ ਸਿਖਾਇਆ ਤੇ ਕੀਰਤਨ ਉਹਨਾਂ ਨੂੰ ਦਿੱਤਾ, ਕੀਰਤਨ ਦੀ ਦਾਤ ਉਹਨਾਂ ਨੂੰ ਦੇਣਾ ਕੀਤੀ। ਚੌਪੇ 1 ਕਰੋੜੀਆ ਖੱਤਰੀ ਪੁਰ ਮੈਂ। ਉੱਥੇ ਪੁਰ ਦੇ ਵਿੱਚ 1 ਕਰੋੜੀਆ ਖੱਤਰੀ ਰਹਿੰਦਾ ਸੀਗਾ। ਇਹ ਕਰੋੜੀਆ ਜਿਹੜਾ ਸੀਗਾ, ਇਸ ਨੂੰ ਇੱਕ ਟਾਈਟਲ ਵੀ ਕਿਹਾ ਜਾਂਦਾ ਹੈ। ਬਾਦਸ਼ਾਹ ਅਕਬਰ ਜਿਹੜਾ ਸੀ ਨਾ, 1575 ਤੋਂ ਲੈ ਕੇ 76 ਤੱਕ ਇਹ ਬਿਕਰਮੀ ਸਾਲ ਹੈ। ਕਹਿੰਦੇ ਇਹਦੇ ਵਿੱਚ ਉਹਨੇ ਜਿਹੜੀ ਆਪਣੀ ਸਾਰੀ ਸਲਤਨਤ ਜਿਹੜੀ ਸੀ, ਉਹਦਾ ਰਾਜ ਜਿਹੜਾ ਸੀਗਾ ਨਾ, ਕਹਿੰਦੇ ਬੰਗਾਲ, ਬਿਹਾਰ ਤੇ ਗੁਜਰਾਤ ਤੋਂ ਬਿਨਾ ਬਾਕੀ ਜਿੰਨੇ ਵੀ ਏਰੀਆ ਸਨ ਸਾਰੇ, ਉਹਨੂੰ 1-1 ਕਰੋੜ ਦਾਮ ਦੇ ਆਮਦਨ ਵਾਲੇ, ਮਤਲਬ ਉਹਨਾਂ ਦੇ 1 ਕਰੋੜ 10 ਮਿਲੀਅਨ ਜਿਹਦੀ ਕਿ ਰੈਵਨਿਊ ਹੋਵੇ, ਤਾਂ ਉਹ ਥਾਵਾਂ ਨੂੰ ਜਿਹੜਾ ਹੈ ਉਹਨੇ ਐਸੇ ਜਿਹੜੇ ਇਲਾਕੇ ਉਹਨੇ ਨਿਯਤ ਕੀਤੇ 182 ਉਹ ਇਲਾਕੇ ਸਨ ਸਾਰੇ, ਜਿਨ੍ਹਾਂ ਦੇ ਵਿੱਚ ਉਹਨੇ ਵੰਡੀਆਂ ਪਾ ਕੇ ਡਿਸਟ੍ਰਿਕਟ ਬਣਾ ਕੇ ਅੱਡ-ਅੱਡ ਜਿਹੜੇ ਹਨ ਉਹਨਾਂ ਦੇ ਜਿਹੜੇ ਮੈਨੇਜਮੈਂਟ ਕਰਕੇ ਉਹ ਇਲਾਕਿਆਂ ਦੇ ਵਿੱਚ ਹਾਕਮਾਂ ਨੂੰ ਆਮਲ ਕਿਹਾ ਜਾਂਦਾ ਸੀ ਜਾਂ ਕਰੋੜੀ ਕਿਹਾ ਜਾਂਦਾ ਸੀ। ਸੋ ਇਹ ਜਿਹੜਾ ਖੱਤਰੀ ਸੀਗਾ ਇਹ ਕਰੋੜੀ ਸੀਗਾ, ਮਤਲਬ ਕਿ ਇਉਂ ਮੰਨ ਲਈਏ ਉਸ ਜਿਹੜੇ ਏਰੀਆ ਦਾ ਜਿੱਥੇ ਸਤਿਗੁਰੂ ਜੀ ਹੁਣ ਬੈਠੇ ਹਨ, ਜਿਹਨੂੰ ਕਰਤਾਰਪੁਰ ਕਹਿੰਦੇ ਹਾਂ, ਉਸ ਦਾ ਇਹ ਜਿਹੜਾ ਸੀ ਹਾਕਮ ਸੀਗਾ। ਇਹ ਜਿਹੜਾ ਹੈ ਉੱਥੇ ਦਾ ਜਿਹੜਾ ਹੈ ਇਹਦਾ ਹੁਕਮ ਚੱਲਦਾ ਸੀਗਾ। ਇਹੀ ਜਿਹੜਾ ਜਿਵੇਂ ਅੱਜ ਕੱਲ੍ਹ ਗਵਰਨਰ ਕਹਿ ਦਈਏ ਜਾਂ ਹੋਰ ਇਹੋ ਜਿਹੀਆਂ ਪੋਜੀਸ਼ਨ ਜਿਹੜੀਆਂ ਹਨ ਉਸ ਵੇਲੇ ਹਾਕਮਾਂ ਦੀਆਂ ਹੁੰਦੀਆਂ ਸਨ, ਇਸ ਕਰਕੇ ਇਹਨੂੰ ਕਰੋੜੀਆ ਖੱਤਰੀ ਕਹਿੰਦੇ ਸਨ। ਇਹ ਕਰੋੜੀਆ ਸੀਗਾ, ਇਹਦਾ ਟਾਈਟਲ ਸੀਗਾ। ਉਸਤਤ ਸੁਨਤ ਰਿਸਤ ਅਤ ਉਰਮੈ। ਹੁਣ ਦੇਖੋ ਇਹਨੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਸਤਤ ਸੁਣੀ ਨਾ, ਇਹਨੂੰ ਗੁੱਸਾ ਚੜ੍ਹਦਾ ਹੈ, ਇਹਨੂੰ ਨਹੀਂ ਚੰਗੀ ਲੱਗਦੀ ਕਿ ਗੁਰੂ ਨਾਨਕ ਦੀ ਉਸਤਤ ਕਿਉਂ ਕਰਦੇ ਹਨ। ਕਿਉਂਕਿ ਜਿਹੜਾ ਬੰਦਾ ਆਪ ਆਪਣੇ ਆਪ ਨੂੰ ਵੱਡਾ ਮੰਨੇ ਨਾ, ਉਹਨੂੰ ਕੋਈ ਵੱਡਾ ਹੋਰ ਕੋਈ ਵਡਿਆਈ ਉਹਨੂੰ ਚੰਗੀ ਨਹੀਂ ਲੱਗਦੀ ਜਿਹੜੀ ਹੋਰ ਕਿਸੇ ਦੀ ਕੀਤੀ ਜਾਵੇ। ਕਿਉਂਕਿ ਗੁਰੂ ਨਾਨਕ ਦੇ ਆਉਣ ਤੋਂ ਪਹਿਲਾਂ ਸਿਰਫ ਇਹਦੀ ਉੱਥੇ ਵਡਿਆਈ ਹੁੰਦੀ ਸੀ, ਲੋਕ ਇਹਦੀ ਵਡਿਆਈ ਕਰਦੇ ਆ। ਹੁਣ ਲੋਕਾਂ ਨੇ ਗੁਰੂ ਨਾਨਕ ਦੀ ਵਡਿਆਈ ਕਰਨੀ ਸ਼ੁਰੂ ਕਰਤੀ, ਇਸ ਕਰਕੇ ਇਹਨੂੰ ਜਿਹੜਾ ਹੈ ਇਹਦੇ ਹਿਰਦੇ ਵਿੱਚ ਕ੍ਰੋਧ ਆਉਣਾ ਸ਼ੁਰੂ ਹੋ ਗਿਆ, ਇਹਨੂੰ ਗੁੱਸਾ ਚੜਨ ਲੱਗ ਗਿਆ। ਕਰ ਕੇ ਡਰ ਕੋ ਤਾਹੇ ਅਗਾਰੀ। ਯਾਨੀ ਕਿ ਉਹਨਾਂ ਦੇ ਡਰ ਤੋਂ ਦੇਖੋ ਹੁਣ ਕਰੋੜੀਆ ਜਿਹੜਾ ਹੈ ਇਹਨੂੰ ਚੰਗਾ ਨਹੀਂ ਲੱਗਦਾ ਗੁਰੂ ਨਾਨਕ ਦੀ ਉਸਤਤ ਕਰੇ ਕੋਈ। ਲੋਕ ਲੁਕ ਕੇ ਕਰਦੇ ਹਨ ਕਿਤੇ ਕਰੋੜੀਆ ਨਾ ਸੁਣ ਲਵੇ। ਜਦੋਂ ਕਰੋੜੀਆ ਸੁਣ ਲੈਂਦਾ ਹੈ ਇਹ ਖੱਤਰੀ,
ਤਾਂ ਉਸ ਵੇਲੇ ਇਹ ਬੜਾ ਜਿਹੜਾ ਗੁੱਸਾ ਕਰਦਾ ਹੈ ਤੇ ਉਹ ਬੰਦੇ ਨੂੰ ਦੰਡ ਪਨਿਸ਼ਮੈਂਟ ਵੀ ਦਿੰਦਾ ਹੈ ਵੀ ਤੂੰ ਕਿਉਂ ਗੁਰੂ ਨਾਨਕ ਦੀ ਉਸਤਤ ਕਰਦਾ ਹਾਂ। ਗੁਰ ਕੋ ਸੁਜਾਸ ਨਾ ਕਰਤ ਉਚਾਰੀ। ਇਸ ਕਰਕੇ ਲੋਕ ਇਹਦੇ ਸਾਹਮਣੇ ਕਿਤੇ ਵੀ ਗੁਰੂ ਦਾ ਜਸ ਨਹੀਂ ਕਰਦੇ। ਰਗਬਰ ਸੁਤ ਪੁਰ ਕੀ ਰਜਧਾਨੀ। ਦੇਖੋ ਰਗਬਰ ਸੁਤਪੁਰ ਕਹਿਣ ਲੱਗੇ ਰਗਬਰ ਰਾਮਚੰਦਰ ਦੇ ਪੁੱਤਰ ਦਾ ਵਸਾਇਆ ਹੋਇਆ, ਲਵ ਦਾ ਵਸਾਇਆ ਹੋਇਆ ਲਾਹੌਰ ਸ਼ਹਿਰ ਜਿਹੜਾ ਹੈ, ਜਿਹੜੀ ਰਾਜਧਾਨੀ ਸੀ ਉਸ ਵੇਲੇ। ਬਹੁ ਲੋਕਨ ਮੇ ਥਾ ਪ੍ਰਧਾਨੀ। ਕਹਿਣ ਲੱਗੇ ਉਹ ਬਹੁਤ ਲੋਕਾਂ ਦੇ ਵਿੱਚ ਇਹਦੀ ਪ੍ਰਧਾਨਗੀ ਸੀਗੀ ਤੇ ਉਹ ਲੋਕ ਇਹਨੂੰ ਕਰੋੜੀਆ ਖੱਤਰੀ ਨੂੰ ਮੰਨਿਆ ਕਰਦੇ ਸਨ। ਸੋ ਇਹ ਜਿਹੜਾ ਹਨ ਇਹ ਵੱਡੇ ਇਲਾਕਿਆਂ ਦਾ ਜਾਂ ਲੋਕ ਦਾ ਇੱਥੇ ਅਰਥ ਇਹ ਵੀ ਹੈ ਕਿ ਪਿੰਡ, ਜਿੰਨੇ ਵੀ ਉੱਥੇ ਡਿਸਟ੍ਰਿਕਟ ਸਨ ਜਾਂ ਪਿੰਡ ਸੀਗਾ ਜਿਹੜਾ ਸਾਰੇ ਜਿਹੜੇ ਪਿੰਡ ਸਨ ਉਹਨਾਂ ਤੇ ਇਹਦੀ ਪ੍ਰਧਾਨਗੀ ਚੱਲਦੀ ਸੀ। ਕਰਤ ਹਕੂਮਤ 60 ਤਿੰਨ ਬੀਚੂ। ਦੇਖੋ ਇਹ ਕਰਤ ਹਕੂਮਤ ਕਰਦਾ ਸੀਗਾ 60। ਇਹ ਮੂਰਖ ਜਿਹੜਾ ਕਰੋੜਿਆ ਖੱਤਰੀ ਹੈ, ਇਹ ਮੂਰਖ ਜਿਹੜਾ ਹੈ ਉਹ ਸਾਰੇ ਇਲਾਕਿਆਂ ਦੇ ਵਿੱਚ ਇਹਦਾ ਰਾਜ ਚੱਲਦਾ ਸੀ। ਜਗਤੇਸ਼ਵਰ ਉਪ ਔਰ ਨਾ ਸਹੀਚੂ। ਪਰ ਜਗਤੇਸ਼ਵਰ ਪਰਮੇਸ਼ਰ ਜੋ ਆਪ ਪਰਮਾਤਮਾ ਹੈ ਗੁਰੂ ਸਾਹਿਬ ਜੀ, ਉਹਦੀ ਉਸਤਤ ਨਹੀਂ ਇਹ ਸੁਣ ਸਕਦਾ। ਇਹ ਨਹੀਂ ਚਾਹੁੰਦਾ ਵੀ ਹੋਰ ਕੋਈ ਵੀ ਮੇਰੇ ਵਰਗਾ ਵੱਡਾ ਹੋ ਜਾਵੇ ਤਾਂ ਮੇਰੇ ਤੋਂ ਵੀ ਕੋਈ ਵੱਡਾ ਹੋ ਜਾਵੇ। ਇਸ ਕਰਕੇ ਇਹਨੂੰ ਬੜੀ ਜਿਹੜੀ ਈਰਖਾ ਆਉਂਦੀ ਸੀ। ਇੱਕ ਦਿਨ ਜੋਗੀ ਜਾਚਤ ਫਿਰਤੇ। ਇੱਕ ਦਿਨ ਕੀ ਹੋਇਆ, ਜੋਗੀ ਲੋਕ ਜਿਹੜੇ ਸਨ ਉਹ ਮੰਗਦੇ ਫਿਰਦੇ ਸਨ, ਉਹ ਠੂਠਾ ਲੈ ਕੇ ਆਪਣੇ ਹੱਥ ਵਿੱਚ ਘਰੋਂ ਘਰੀ ਮੰਗਦੇ ਫਿਰਦੇ ਸਨ। ਗੁਰੂ ਸ਼ਬਦ ਕੋ ਗਾਵਨ ਕਰਤੇ। ਉਹਨਾਂ ਨੇ ਜਿਹੜਾ ਹੈ ਉਸ ਵੇਲੇ ਜਿਹੜੇ ਮੰਗਦੇ ਫਿਰਦੇ ਸਨ ਉਹਨਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਜਿਹੜਾ ਸੀ ਨਾ ਉਹ ਗਾਉਣਾ ਕੀਤਾ। ਹੱਥ ਵਿਖਿਆ ਕਿੰਗੁਰੀ ਕੋ ਲੀਨੇ। ਉਹਨਾਂ ਨੇ ਆਪਣੇ ਹੱਥ ਵਿੱਚ ਜਿਹੜੇ ਉਹਨਾਂ ਦੇ ਜਿਹੜੇ ਛੈਣੇ ਹੁੰਦੇ ਹਨ ਉਹ ਲੈ ਕੇ ਤੇ ਗੁਰੂ ਸਾਹਿਬ ਦੇ ਸ਼ਬਦ ਦਾ ਕੀਰਤਨ ਕਰਦੇ ਹਨ। ਰੀਜ ਬਜਾਵ ਹੈ ਪ੍ਰੇਮ ਹੈ ਭੀਨੇ। ਬਹੁਤ ਰੀਝ ਪ੍ਰੇਮ ਦੇ ਨਾਲ ਉਹ ਆਪਣੇ ਜਿਹੜੇ ਹਨ ਛੈਣੇ ਵਜਾਉਂਦੇ ਹਨ ਤੇ ਨਾਲ ਨਾਲ ਉਹ ਸ਼ਬਦ ਨੂੰ ਪੜ੍ਹਦੇ ਹਨ ਜੋਟੀਆਂ ਵਿੱਚ। ਫਿਰਤ ਪਹੁੰਚੇ ਤੇ ਥਾਨੀ। ਫਿਰਦਿਆਂ ਉਹ ਅਸਥਾਨ ਤੇ ਪਹੁੰਚ ਗਏ ਹਨ। ਬੈਠਿਓ ਜਹਾਂ ਮੰਦ ਮਤ ਮਾਨੀ। ਜਿੱਥੇ ਇਹ ਕਰੋੜੀਆ ਖੱਤਰੀ ਬੈਠਾ ਸੀ ਅਚਾਨਕ ਉੱਥੇ ਪਹੁੰਚ ਗਏ ਵਿਚਾਰੇ। ਤੇ ਯੋਗੀ ਜਿਹੜੇ ਸਨ ਇਹ ਬਾਹਰੋਂ ਆਏ ਹੋਏ ਸਨ, ਵਿਚਾਰੇ ਨੂੰ ਪਤਾ ਨਹੀਂ ਸੀਗਾ ਵੀ ਕਰੋੜੀਏ ਦਾ ਇਹ ਪ੍ਰੋਬਲਮ ਹੈ ਵੀ ਉਹ ਕਿਸੇ ਦਾ ਜਸ ਨਹੀਂ ਸੁਣ ਸਕਦਾ ਤੇ ਉੱਥੇ ਵਿਚਾਰੇ ਜਾ ਪਹੁੰਚੇ। ਹੁਣ ਸ਼ਬਦ ਸੁਨਤ ਮਤ ਸਰ ਬਹੁਤਾਰੀ। ਦੇਖੋ ਜਦੋਂ ਇਹ ਸ਼ਬਦ ਸੁਣਿਆ ਕਰੋੜੀਆ ਖੱਤਰੀ ਨੇ ਵੀ ਇਹ ਜੋਗੀ ਲੋਕ ਵੀ ਗੁਰੂ ਨਾਨਕ ਦਾ ਨਾਮ ਲੈ ਕੇ ਸ਼ਬਦ ਪੜ੍ਹ ਰਹੇ ਹਨ, ਇਹਦੀ ਈਰਖਾ ਹੋਰ ਵੱਧ ਗਈ। ਜਨ ਬਿਖ ਦੇਤ ਹੋਤ ਦੁਖ ਭਾਰੀ। ਜਿਵੇਂ ਕਹਿੰਦੇ ਕਿਸੇ ਨੂੰ ਬਿਓ ਦਿੱਤੀ ਹੋਵੇ ਨਾ, ਜਿਵੇਂ ਕਿਸੇ ਨੂੰ ਪੋਇਜ਼ਨ ਪਿਲਾ ਦਿੱਤੀ ਹੋਵੇ, ਬੰਦਾ ਤੜਫਦਾ ਹੈ, ਉਸ ਤਰ੍ਹਾਂ ਇਹ ਦੁੱਖ ਵਿੱਚ ਤੜਫਣ ਲੱਗਿਆ ਕਰੋੜਿਆ ਖੱਤਰੀ। ਪ੍ਰਭਤਾ ਮਦ ਅੰਧਾ ਅਗਿਆਨੀ। ਦੇਖੋ ਵਡਿਆਈ ਦੇ ਹੰਕਾਰ ਦੇ ਵਿੱਚ ਇਹ ਅੰਨਾ ਹੋਇਆ ਪਿਆ ਸੀ। ਸੰਤਨ ਤੇ ਬੇਮੁਖ ਸੁਖਹਾਨੀ। ਤੇ ਸੰਤਾਂ ਤੋਂ ਇਹ ਬੇਮੁਖ ਸੀਗਾ, ਸੰਤਾਂ ਨੂੰ ਮੰਨਦਾ ਹੀ ਕੋਈ ਨਹੀਂ ਸੀਗਾ। ਜਿਹੜਾ ਸੰਤਾਂ ਨੂੰ ਮੰਨੇ ਉਹ ਪਰਮਾਤਮਾ ਨੂੰ ਕੀ ਮੰਨੇਗਾ। ਛਾਤੀ ਜਰਤ ਮਹਾ ਦੁਖ ਪਾਵਤ। ਛਾਤੀ ਇਹਦੀ ਜਲਦੀ ਹੈ, ਸੜਦੀ ਹੈ ਦੁੱਖ ਦੇ ਵਿੱਚ। ਤਬ ਜੋਗੀ ਇਹ ਤੁਕ ਥੇ ਗਾਵਤ। ਜਦੋਂ ਉਹ ਜੋਗੀਆਂ ਨੇ ਇਹ ਤੁਕ ਗਾਉਣਾ ਕੀਤੀ ਸ਼ਬਦ ਦੀ, ਜਿਹੜੀ ਕਿ ਜਿਹੜਾ ਹੈ 953 ਅੰਗ ਤੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਜੋ ਇਹ ਸ਼ਬਦ ਹੈ 953 ਅੰਗ ਤੇ ਇਹ ਸ਼ਬਦ ਹੈ। ਇਹ ਸ਼ਬਦ ਜਿਹੜਾ ਹੈ ਉਸ ਜੋਗੀਆਂ ਨੇ ਜਿਹੜਾ ਗਾਉਣਾ ਕੀਤਾ ਉਹ ਸੁਣੋ ਜੀ। ਮਹੱਲਾ ਪਹਿਲਾ ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਹੈ ਮਹੱਲਾ ਪਹਿਲਾ। ਸਤਿਗੁਰੂ ਜੀ ਨੇ ਇੱਥੇ ਫਰਮਾਨ ਕੀਤਾ ਹੈ, ਕਹਿੰਦੇ ਨਾਨਕ ਆਖੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਮਹਾਰਾਜ ਜੀ ਇਹ ਐਲਾਨ ਕਰਦੇ ਹਨ, ਪ੍ਰੋਕਲੇਮ ਕਰਦੇ ਹਨ, ਰੇ ਮਨਾ ਹੇ ਮਨ ਸੁਣਿਆ ਸਿੱਖ ਸਹੀ। ਹੇ ਮਨ ਤੂੰ ਸਹੀ, ਜਿਹੜੀ ਸੱਚੀ, ਜਿਹੜੀ ਹਨ ਪਿਓ, ਜਿਹੜੀ ਦੇ ਵਿੱਚ ਮਾਇਆ ਦਾ ਕੋਈ ਅਸਰ ਨਾ ਹੋਵੇ, ਜਿਹੜੀ ਸਭ ਤੋਂ ਸਹੀ, ਸਭ ਤੋਂ ਕਰੈਕਟ ਹੈ, ਸਭ ਤੋਂ ਠੀਕ ਹੈ, ਉਹ ਸਿੱਖਿਆ ਸੁਣਨਾ ਕਰ। ਲੇਖਾ ਰੱਬ ਮੰਗੇਸੀਆ। ਕਹਿੰਦੇ ਦੇਖੋ ਹੇ ਜੀਵ, ਜਿਹੜਾ ਹਨ ਲੇਖਾ ਰੱਬ ਮੰਗੇਸੀਆ, ਇਹ ਤੇਰਾ ਲੇਖਾ ਜੋ ਤੂੰ ਇੱਥੇ ਕਰ ਰਿਹਾ ਹੈ ਨਾ, ਇਹ ਲਿਖਿਆ ਜਾਣਾ, ਇਹ ਰਿਕਾਰਡਡ ਹੈ, ਇਹ ਰਿਕਾਰਡ ਕੀਤਾ ਹੋਇਆ ਤੇਰੇ ਕਰਮ ਜਿਹੜੇ ਹਨ ਸਾਰੇ, ਇਹਨਾਂ ਦਾ ਲੇਖਾ, ਇਹਨਾਂ ਦਾ ਜਿਹੜਾ ਹੈ ਪੁੱਛ ਗਿੱਛ ਜਿਹੜੀ ਹੈ ਰੱਬ ਨੇ ਤੇਤੋਂ ਮੰਗਣੀ ਹੈ। ਤੂੰ ਐਸਾ ਕਿਉਂ ਕੀਤਾ? ਬੈਠਾ ਕੱਢ ਵਹੀ। ਕਿਉਂਕਿ ਉਹ ਪਰਮਾਤਮਾ ਦਾ ਬਿਠਾਇਆ ਹੋਇਆ ਜਿਹੜਾ ਧਰਮਰਾਜ ਹੈ ਨਾ, ਉਹ ਵਹੀ, ਉਹ ਰਿਕਾਰਡ ਬੁੱਕ ਖੋਲ ਕੇ ਬੈਠਾ ਹੈ, ਉਹਦੇ ਵਿੱਚ ਸਭ ਕੁਝ ਤੇਰੇ ਲੇਖ ਲਿਖੇ ਹੋਏ ਹਨ। ਉਹ ਜਿਹੜੀਆਂ ਹਨ ਵਹੀਆਂ ਆਪਣੀਆਂ, ਉਹ ਸਾਰੀਆਂ ਰਿਕਾਰਡ ਖੋਲ ਕੇ ਬੈਠਾ, ਤੈਨੂੰ ਉਡੀਕ ਰਿਹਾ ਹੈ, ਕਿਉਂਕਿ ਉੱਥੇ ਤੂੰ ਝੂਠ ਨਹੀਂ ਬੋਲ ਸਕਦਾ। ਰੱਬ ਨੇ ਤੇਤੋਂ ਲੇਖਾ ਮੰਗਣਾ ਹੈ ਤੇ ਤੇਤੋਂ ਲੇਖਾ ਮੰਗਦਿਆਂ ਹੋਇਆਂ ਰੱਬ ਕੋਲ ਉਹ ਲਿਖਿਆ ਹੋਇਆ ਵੀ ਪਿਆ ਹੈ।
ਇਹ ਨਹੀਂ ਹੈ ਵੀ ਉਹਨਾਂ ਨੂੰ ਪਤਾ ਨਹੀਂ ਵੀ ਜੋ ਤੂੰ ਦੱਸੇਂਗਾ ਉਹ ਮੰਨ ਲੈਣਗੇ, ਐਸਾ ਵੀ ਨਹੀਂ ਹੈ। ਕਹਿੰਦੇ ਇਸ ਕਰਕੇ ਤੂੰ ਜਿਹੜਾ ਬੈਠਾ ਕੱਢ ਵਹੀ, ਉਹ ਧਰਮਰਾਜ ਜਿਹੜਾ ਹੈ ਬੈਠਾ ਹੈ ਤੈਨੂੰ ਉਡੀਕ ਰਿਹਾ ਤੇਰਾ ਲੇਖਾ ਕਰਨ ਵਾਸਤੇ। ਤਲਬਾ ਪੌਸਨ ਆਕੀਆ। ਦੇਖੋ ਹੁਣ ਜਿਹੜੇ ਅਕੀਆ, ਜਿਹੜੇ ਬਾਗੀ ਹਨ, ਜਿਹੜੇ ਪਰਮਾਤਮਾ ਦਾ ਨਾਮ ਨਹੀਂ ਜਪਦੇ, ਪੌਸਣ ਜਿਹੜਾ ਹਨ ਉਹਨਾਂ ਨੂੰ ਜਿਹੜਾ ਹਨ ਪੈਣਗੇ ਕੀ ਕਹਿੰਦੇ, ਜਿਹੜੇ ਹਨ ਤਲਬਾਂ ਪੌਸਣ, ਤਲਬਾਂ ਪੈਣਗੀਆਂ ਉਹਨਾਂ ਨੂੰ। ਤਲਬਾਂ ਕੀ ਹੁੰਦੀਆਂ ਹਨ, ਜਿੱਥੇ ਕਿ ਸਖਤੀ ਦੇ ਨਾਲ ਜ਼ੋਰੋ ਜਰਬੀ ਬਾਏ ਫੋਰਸ ਜਿਹੜੇ ਅਕੀ ਹਨ ਉਹਨਾਂ ਨੂੰ ਸੱਦਿਆ ਜਾਏਗਾ। ਇਸੇ ਕਰਕੇ ਤਾਂ ਜਮਦੂਤ ਹੁੰਦੇ ਨਾ ਜਿਹੜੇ ਬੰਦੇ ਪਰਮਾਤਮਾ ਨੂੰ ਨਹੀਂ ਮੰਨਦੇ, ਪਰਮਾਤਮਾ ਦਾ ਭੈ ਨਹੀਂ ਧਾਰਨ ਕਰਦੇ, ਉਹਨਾਂ ਨੂੰ ਜਮਦੂਤ ਲੈਣ ਵਾਸਤੇ ਆਉਂਦੇ ਨੇ। ਇਸ ਕਰਕੇ ਮੌਤ ਫਿਰ ਬੜੀ ਦੁਖਦਾਈ ਹੋ ਜਾਂਦੀ ਹੈ। ਤਲਬਾ ਪੌਸਨ ਆਕੀ ਜਿਹੜੇ ਲੋਕ ਹਨ ਜਿਹੜੇ ਪਰਮਾਤਮਾ ਨੂੰ ਨਹੀਂ ਮੰਨਣ ਵਾਲੇ, ਉਹਨਾਂ ਨੂੰ ਜਮਦੂਤ ਖਿੱਚ ਕੇ ਧੂ ਕੇ ਕੁੱਟ ਮਾਰ ਕੇ ਲਿਆਉਂਦੇ ਹਨ। ਬਾਕੀ ਜਿਨ੍ਹਾਂ ਰਹੀ, ਉਹ ਹਨ ਉਹ ਜਿਨ੍ਹਾਂ ਦੀ ਬਾਕੀ ਰਹਿ ਗਈ, ਜਿਨ੍ਹਾਂ ਦੇ ਕਰਮ ਜਿਹੜੇ ਹਨ, ਜਿਹੜੇ ਪ੍ਰਾਲਬੱਧ ਕਰਮ ਆ ਕੇ ਇੱਥੇ ਨਜਿੱਠਣੇ ਸੀਗੇ, ਮਕਾਉਣੇ ਸੀਗੇ, ਉਹਨਾਂ ਨੇ ਹੋਰ ਵਧਾ ਲਏ। ਕਹਿੰਦੇ ਉਹਨਾਂ ਦੀ ਬਾਕੀ ਰਹਿ ਗਈ, ਜਿਹੜੇ ਕੰਮ ਮੁੱਕਣੇ ਸੀਗੇ ਉਹ ਹੋਰ ਵਧਾ ਕੇ ਲਿਆਂਦੇ। ਜਿਨ੍ਹਾਂ ਦੇ ਸੰਚਿਤ ਕਰਮ ਹਜੇ ਬਾਕੀ ਨੇ ਤੇ ਉਹਨਾਂ ਦੇ ਕਰਮ ਜਿਹੜੇ ਹਨ ਅੱਗੇ ਜਿਹੜੇ ਹਨ ਬਾਕੀ ਰਹਿਣ ਕਰਕੇ ਉਹਨਾਂ ਦਾ ਲੇਖਾ ਰਹਿ ਗਿਆ। ਹੁਣ ਉਹਨਾਂ ਦਾ ਅਕਾਊਂਟ ਕਲੋਜ਼ ਨਹੀਂ ਹੋਇਆ, ਉਹਨਾਂ ਦਾ ਜਿਹੜਾ ਹੈ ਬੈਲੈਂਸ ਨਹੀਂ ਹੋਇਆ। ਹੁਣ ਇਹ ਲੇਖੇ ਦਾ ਅਕਾਊਂਟ ਅਜਰਾਈਲ ਫਰੇਸਤਾ, ਜਿਹੜਾ ਅਜਰਾਈਲ ਫਰੇਸਤਾ ਹੈ ਜਿਹਨੂੰ ਐਂਜਲ ਆਫ ਡੈਥ ਕਹਿੰਦੇ ਹਾਂ, ਕੋਸੀ ਆਏ ਤਈ, ਉਹ ਆ ਕਰਕੇ ਜਿਹੜਾ ਹੈ ਉਸ ਵੇਲੇ ਮੁਕਰਰ ਹੋ ਜਾਂਦਾ ਹੈ, ਉਹ ਸਾਹਮਣੇ ਆ ਕੇ ਖੜ ਜਾਂਦਾ ਹੈ ਵੀ ਭਾਈ ਦੱਸ ਹੁਣ ਕਿੱਧਰ ਨੂੰ ਭੱਜੇਗਾ ਤੂੰ। ਉਹ ਆ ਕੇ ਜਿਹੜਾ ਹੈ ਮੁਕਰਰ ਉਹਨੂੰ ਕੀਤਾ ਗਿਆ ਤੈਨੂੰ ਲਿਆਉਣ ਵਾਸਤੇ, ਉਹ ਤਾਂ ਪਹਿਲਾਂ ਦਾ ਹੀ ਤਿਆਰ ਹੈ। ਆਵਣ ਜਾਣ ਨਾ ਸੁਝਈ, ਜਦੋਂ ਇਹ ਅਜਰਾਇਲ ਫਰਿਸ਼ਤੇ ਨੇ ਤੈਨੂੰ ਪਕੜ ਕੇ ਲੈ ਕੇ ਜਾਣਾ ਹੈ ਨਾ, ਜਦੋਂ ਤੇਰਾ ਸੂਖਸ਼ਮ ਸਰੀਰ ਅੰਦਰੋਂ ਉਹਨੇ ਕੱਢ ਕੇ ਲੈ ਜਾਣਾ ਹੈ, ਤੇਰਾ ਸਰੀਰ ਪਿੱਛੇ ਰਹਿ ਜਾਣਾ ਹੈ, ਉਸ ਵੇਲੇ ਤੈਨੂੰ ਉਹ ਗਲੀਆਂ ਵਿੱਚ ਲੈ ਕੇ ਜਾਵੇਗਾ। ਆਵਣ ਜਾਣ ਨਾ ਸੁਝੇ, ਤੈਨੂੰ ਇਹ ਵੀ ਨਹੀਂ ਪਤਾ ਲੱਗਣਾ ਤੂੰ ਕਿੱਥੋਂ ਆਇਆ ਹੈ, ਤੂੰ ਕਿੱਥੇ ਜਾ ਰਿਹਾ ਹਾਂ। ਉਹ ਰਸਤਾ ਐਸਾ ਦੁਖਦਾਈ ਹੈ ਕਿਉਂਕਿ ਤੈਨੂੰ ਇਹ ਵੀ ਨਹੀਂ ਪਤਾ ਲੱਗਣਾ ਤੂੰ ਕਿੱਧਰ ਨੂੰ ਜਾ ਰਿਹਾ ਹੈ ਤੇ ਤੂੰ ਕਿੱਧਰੋਂ ਆਇਆ। ਉਹ ਪਿਛਲਾ ਰਸਤਾ ਨਹੀਂ ਦਿਸਣਾ, ਨਾ ਅੱਗੇ ਵਾਲਾ ਰਸਤਾ ਤੈਨੂੰ ਦਿਸਣਾ ਹੈ। ਭੀੜੀ ਗੱਲੀ ਫਹੀ, ਤੇ ਉਹ ਭੀੜੀਆਂ ਗਲੀਆਂ ਦੇ ਵਿੱਚ ਤੈਨੂੰ ਲੰਘਾ ਕੇ ਲੈ ਕੇ ਜਾਏਗਾ। ਉਹ ਗਲੀਆਂ ਬੜੀਆਂ ਭੀੜੀਆਂ ਹੋਣਗੀਆਂ। ਭੀੜੀ ਗਲੀ ਦਾ ਮਤਲਬ ਹੈ ਕਿ ਉਹ ਰਸਤਾ ਐਸਾ ਹੈ ਜਿੱਥੇ ਤੂੰ ਇੱਕ ਰਸਤੇ ਤੇ ਤੁਰ ਸਕਦਾ ਹੈ, ਉੱਥੇ ਕੋਈ ਟਰਨਿੰਗ ਨਹੀਂ, ਕੋਈ ਭੱਜਣ ਦਾ ਕੋਈ ਵਸੀਲਾ ਨਹੀਂ ਹੈ। ਤੂੰ ਉੱਥੇ ਭੱਜ ਨਹੀਂ ਸਕਦਾ, ਤੂੰ ਉੱਥੇ ਕਿਤੇ ਵੀ ਨਾ, ਜੇ ਤੂੰ ਜਕੜਿਆ ਜਾਏਗਾ। ਉਹ ਤਾਂ ਆਏਮ ਜੇ ਕੋਈ ਬਾਕਸ ਦੇ ਵਿੱਚ ਤੁਰਿਆ ਜਾਵੇ ਨਾ, ਉਹ ਬਾਕਸ ਵੀ ਨਾਲ ਤੁਰਿਆ ਜਾਵੇ, ਤੂੰ ਐਸੀ ਅਵਸਥਾ ਤੇਰੀ ਉਸ ਟਾਈਮ ਤੇ ਹੋਵੇਗੀ। ਦੁਖਦਾਈ ਕੀ ਹੋਵੇਗਾ ਕਿ ਬੰਦੇ ਨੂੰ ਲੱਗਦਾ ਹੁਣ ਮੈਂ ਕੁਝ ਨਹੀਂ ਕਰ ਸਕਦਾ। ਕੂੜ ਨਿਖੁੱਟੇ ਨਾਨਕਾ, ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕੂੜ ਨਿਖੁੱਟੇ ਨਾਨਕਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹ ਕੂੜ, ਇਹ ਦੁਨੀਆ ਦੀ ਝੂਠੀਆਂ ਜਿਹੜੀਆਂ ਇਹਨਾਂ ਦੇ ਜਿਹੜੇ ਹਨ ਆਪਾਂ ਬਣਾਈ ਬੈਠੇ ਆ ਆਸਾਂ, ਇਹ ਟੁੱਟ ਜਾਣੀਆਂ ਨੇ, ਇਹ ਨਹੀਂ ਰਹਿਣੀਆਂ, ਕਿਉਂਕਿ ਇਹਨਾਂ ਦੇ ਵਿੱਚੋਂ ਦੁਨਿਆਵੀ ਚੀਜ਼ ਨੇ ਤੇਰੀ ਮਦਦ ਨਹੀਂ ਕਰਨੀ। ਉੱਥੇ ਕੂੜ ਨਹੀਂ ਖੁੱਟੇ, ਉੱਥੇ ਕੂੜ ਟੁੱਟ ਜਾਣਾ ਹੈ। ਉੱਥੇ ਦੁਨਿਆਵੀ ਚੀਜ਼ ਕੋਈ ਵੀ ਤੇਰੀ ਮਦਦ ਨਹੀਂ ਕਰੇਗੀ। ਓੜਕ ਸੱਚ ਰਹੀ, ਅਖੀਰ ਕਰ ਸੱਚ ਨੇ ਹੀ ਉਬਲਣਾ ਹੈ, ਸੱਚ ਹੀ ਅੱਗੇ ਆਏਗਾ। ਚਾਹੇ ਤੂੰ ਜੀਵਨ ਵਿੱਚ ਪਛਾਣ ਲਾ, ਜੇ ਤੂੰ ਨਹੀਂ ਜੀਵਨ ਵਿੱਚ ਪਛਾਣੇਗਾ ਮਰਨ ਤੋਂ ਬਾਅਦ ਤਾਂ ਤੈਨੂੰ ਅਹਿਸਾਸ ਉਸ ਦੀ ਕੀਮਤ ਦਾ ਤੈਨੂੰ ਪਤਾ ਲੱਗੇ ਜਾਣਾ ਹੈ। ਦੋਹਰਾ ਸੁਣ ਕੇ ਰਿਸ ਭਰ ਕਹਿਤ ਭਾ, ਹਿੰਦੂ ਕੀਏ ਖੁਆਰ। ਇਹ ਸ਼ਬਦ ਦੇ ਜਦੋਂ ਉਹਨਾਂ ਨੇ ਸੁਣਿਆ ਜੋਗੀਆਂ ਦੇ ਮੁਖ ਤੋਂ, ਇਹ ਜਿਹੜਾ ਕਰੋੜੀਆ ਖੱਤਰੀ ਸੀਗਾ ਇਹ ਸੁਣ ਕਰਕੇ ਗੁੱਸੇ ਵਿੱਚ ਆ ਗਿਆ। ਗੁੱਸੇ ਵਿੱਚ ਆ ਕੇ ਕਹਿਣ ਲੱਗਾ, ਦੇਖ ਕਹਿੰਦਾ ਇਹ ਨਾਨਕ ਜਿਹੜਾ ਇੱਥੇ ਆਇਆ ਹੋਇਆ ਇਹਨੇ ਹਿੰਦੂਆਂ ਨੂੰ ਵੀ ਖੁਆਰ ਕਰਤਾ, ਜਿਹੜਾ ਹਨ ਹਿੰਦੂਆਂ ਨੂੰ ਵੀ ਜਿਹੜਾ ਹੈ ਮਿਸਲੀਡ ਕਰ ਦਿੱਤਾ। ਤੁਰਕਨ ਕੇਰ ਈਮਾਨ ਗਾ ਉਸਤਤ ਕਰਤ ਉਚਾਰ। ਦੇਖੋ ਹੈਰਾਨਗੀ ਗੱਲ ਤਾਂ ਇਹ ਹੈ ਜਿੱਥੇ ਹਿੰਦੂਆਂ ਨੂੰ ਖੁਆਰ ਕੀਤਾ ਉੱਥੇ ਮੁਸਲਮਾਨ ਵੀ ਆਪਣਾ ਈਮਾਨ ਛੱਡ ਗਏ ਹਨ, ਉਹ ਵੀ ਇਹਦੇ ਪਿੱਛੇ ਲੱਗ ਗਏ ਹਨ। ਮੁਸਲਮਾਨ ਵੀ ਇਹਦੀ ਉਸਤਤ ਗਾਉਂਦੇ ਹਨ। ਚੌਪਈ ਕੋ ਨਾਨਕ ਮੈਂ ਪਿੱਖਿਓ ਨਾ ਜਾਣਾ। ਇਹ ਕਰੋੜਿਆ ਖੱਤਰੀ ਹੰਕਾਰ ਵਿੱਚ ਆ ਕੇ ਕਹਿੰਦਾ ਕੌਣ ਨਾਨਕ ਹੈ, ਮੈਂ ਨਹੀਂ ਜਾਣਦਾ ਨਾਨਕ ਨੂੰ, ਮੈਂ ਨਹੀਂ ਕਿਤੇ ਦੇਖਿਆ ਨਾਨਕ ਨੂੰ। ਜਿਸ ਜਸ ਕਹੈ ਹਿੰਦੂ ਤੁਰਕਾਨਾ, ਜਿਹਦਾ ਜਸ ਹਿੰਦੂ ਤੇ ਮੁਸਲਮਾਨ ਕਹਿੰਦੇ ਮੈਂ ਨਹੀਂ ਉਹਨੂੰ ਜਾਣਦਾ, ਮਤਲਬ ਕਿ ਮੈਂ ਨਹੀਂ ਨਾਨਕ ਨੂੰ ਰੈਕਗਨਾਈਜ਼ ਕਰਦਾ। ਜਹ ਤਹ ਕੀਰਤ ਹੋਤ ਕਨੇਰੀ, ਜਿਹਦੀ ਕੀਰਤ ਹਰ ਪਾਸੇ ਹੋ ਰਹੀ ਹੈ ਮੈਂ ਨਹੀਂ ਉਹਨੂੰ ਰੈਕਗਨਾਈਜ਼ ਕਰਦਾ, ਮੈਂ ਉਹਨੂੰ ਐਕਨੋਲੇਜ ਨਹੀਂ ਕਰਦਾ। ਸਮਝ ਬਿਖੈ ਕੁਛ ਆਏ ਨਾ ਮੇਰੀ, ਇਸ ਕਰਕੇ ਮੇਰੀ ਸਮਝ ਵਿੱਚ ਕੁਝ ਨਹੀਂ ਪੈ ਰਿਹਾ ਕੀ ਹੋ ਰਿਹਾ ਹੈ। ਸਾਰੇ ਆਪਣਾ ਧਰਮ ਛੱਡ ਕੇ ਗੁਰੂ ਨਾਨਕ ਦੇ ਪਿੱਛੇ ਕਿਉਂ ਲੱਗੇ ਫਿਰਦੇ ਹਨ। ਕੋ ਐਸਾ ਕਲ ਕਾਲ ਮਝਾਰੀ, ਕਹਿੰਦੇ ਕੋ ਐਸਾ, ਕੌਣ ਹੈ ਐਸਾ ਇਹ ਕਲਾ, ਇਹ ਜਿਹੜਾ ਕਲਯੁਗ ਦੇ ਸਮੇਂ ਦੇ ਵਿੱਚ ਸਰਬ ਭਏ ਜਿਨ ਕੇ ਅਨੁਸਾਰੀ, ਵੀ ਜਿਹੜੇ ਸਾਰੇ ਉਹਦੇ ਪਿੱਛੇ ਲੱਗ ਜਾਣ,
ਦੇਖੋ ਹੁਣ ਕਰੋੜੀਆ ਬ੍ਰਾਹਮਣ ਨੂੰ ਇਹ ਵੀ ਜਿਹੜਾ ਬੜੀ ਹੈਰਾਨਗੀ ਹੈ। ਦੇਖੋ ਜਦੋਂ ਕੋਈ ਸਾਧੂ ਆਉਂਦਾ ਹੈ ਹਿੰਦੂ ਲੋਕ ਉਹਦੇ ਪਿੱਛੇ ਲੱਗਦੇ ਹਨ, ਕੋਈ ਪੀਰ ਆਉਂਦਾ ਹੈ ਮੁਸਲਮਾਨ ਉਹਦੇ ਪਿੱਛੇ ਲੱਗਦੇ ਹਨ। ਕਹਿੰਦੇ ਇਹ ਨਾਨਕ ਕਿੱਥੋਂ ਆ ਗਿਆ ਜਿਹੜੇ ਕਿ ਹਿੰਦੂ ਲੋਕ ਤੇ ਮੁਸਲਮਾਨ ਲੋਕ ਸੰਨਿਆਸੀ ਹੋਏ, ਬ੍ਰਹਮਚਾਰੀ ਹੋਏ, ਜਿੰਨੇ ਵੀ 6 ਦਰਸ਼ਨ ਹਨ ਸਾਰੇ ਉਹਦੇ ਪਿੱਛੇ ਲੱਗੇ ਹੋਏ ਹਨ। ਕਹਿੰਦਾ ਇਹ ਕਿਵੇਂ ਹੋ ਗਿਆ। ਹੁਣ ਦੇਖੋ ਦੁਨੀਆ ਦੇ ਵਿੱਚ ਇਹ ਗੱਲ ਵੀ ਆਪਾਂ ਨੂੰ ਇੱਕ ਸਮਝਣੀ ਚਾਹੀਦੀ ਹੈ ਕਿ ਗੁਰੂ ਨਾਨਕ ਹੀ ਇੱਕ ਹੈ ਜਿਹਦੇ ਪਿੱਛੇ ਸਾਰੀ ਦੁਨੀਆ ਲੱਗੀ ਹੈ, ਜਿਹਦੇ ਪਿੱਛੇ ਸਾਰੇ ਬਿਲੀਫ ਝੁਕੇ ਹਨ, ਜਿਹਦੇ ਅੱਗੇ ਸਾਰੇ ਧਰਮ ਝੁਕੇ ਹਨ। ਇੱਕ ਗੁਰੂ ਨਾਨਕ ਹੀ ਇਕੱਲਾ ਹੈ ਜਿਹੜਾ ਕਿ ਜਿਹਦੇ ਅੱਗੇ ਸਾਰੀ ਦੁਨੀਆ ਨੇ ਨਮਸਕਾਰ ਕੀਤੀ ਹੈ। ਹੋਰ ਕੋਈ ਨਹੀਂ ਐਸਾ ਹੋਇਆ, ਨਾ ਕੋਈ ਹੋਵੇਗਾ। ਮੈਂ ਕੀਨੀ ਇਹ ਰੀਤ ਪਰੇਖੀ। ਦੇਖੋ ਉਹ ਕਰੋੜੀਆ ਬ੍ਰਾਹਮਣ ਜਿਹੜਾ ਖੱਤਰੀਆ ਉਹ ਕਹਿੰਦਾ ਮੈਂ ਗੱਲ ਪਰਖ ਕੇ ਦੇਖੀ ਆ ਵੀ ਇੱਕ ਇਹੀ ਹੈ ਜਿਹਦੇ ਅੱਗੇ ਸਾਰੇ ਝੁਕਦੇ ਹਨ। ਭੇ ਸੇਵਕ ਸਭ ਦੇਖਾ ਦੇਖੀ। ਲੋਕ ਕਹਿੰਦੇ ਪਰ ਇਹ ਹੁਣ ਜਿਹੜਾ ਹੰਕਾਰ ਕਰਕੇ ਨਾ ਕਹਿੰਦਾ ਲੋਕ ਕੀ ਕਰਦੇ ਨੇ, ਦੇਖਾ ਦੇਖੀ। ਕਹਿੰਦਾ ਦੇਖ ਲਿਆ ਵੀ ਉਹਨੇ ਮੱਥਾ ਟੇਕ ਲਿਆ, ਚਲੋ ਮੈਂ ਵੀ ਮੱਥਾ ਟੇਕ ਲਾਂ। ਕਹਿੰਦੇ ਲੋਕ ਮੂਰਖ ਨੇ, ਇਹ ਤਾਂ ਦੇਖਾ ਦੇਖੀ ਇੱਕ ਦੂਜੇ ਨੂੰ ਦੇਖ ਕੇ ਜਾ ਕੇ ਮੱਥੇ ਟੇਕੀ ਜਾਂਦੇ ਹਨ। ਚਲੇ ਕੋ ਚਾਲ ਚਾਲ ਨਿਜ ਤਿਆਗੀ। ਦੇਖੋ ਉਹਨਾਂ ਨੇ ਜਿਹੜੇ ਹਨ ਹਿੰਦੂਆਂ ਨੇ ਤੇ ਮੁਸਲਮਾਨਾਂ ਨੇ ਆਪਣੀ ਚਾਲ, ਧਰਮ ਦੀ ਚਾਲ ਨੂੰ ਛੱਡ ਕੇ ਗੁਰੂ ਨਾਨਕ ਦੇ ਪਿੱਛੇ ਲਾ ਕੇ ਕੁਚਾਲ ਭੈੜੀ ਚਾਲ ਨੂੰ ਅਪਣਾ ਲਿਆ। ਇਹ ਬਿਦ ਮੋਹੇ ਭਲੀ ਨਹਿ ਲਾਗੀ। ਇਸ ਕਰਕੇ ਕਰੋੜੀਆ ਬ੍ਰਾਹਮਣ ਕਹਿੰਦਾ ਮੈਨੂੰ ਇਹ ਗੱਲ ਚੰਗੀ ਨਹੀਂ ਲੱਗਦੀ। ਔਰਨ ਕੋ ਕਿਆ ਦੋਸ ਅਲਾਵਾ। ਮੈਂ ਹੋਰਾਂ ਨੂੰ ਕੀ ਦੋਸ਼ ਦਵਾਂ। ਇਹ ਖੱਤਰੀ ਕਰੋੜੀਆ ਕਹਿੰਦਾ ਮੈਂ ਹੋਰਾਂ ਨੂੰ ਕੀ ਦੋਸ਼ ਕਵਾਂ, ਹੋਰਾਂ ਨੂੰ ਮੈਂ ਕੀ ਕਵਾਂ। ਜਿਨਹਿ ਚਲਾਏ ਤਿਨ ਗਹਿ ਲਿਆਵੋ। ਦੇਖੋ ਜਿਨਹਿ ਚਲਾਏ, ਕਹਿੰਦੇ ਜਿਨ੍ਹਾਂ ਨੇ ਇਹ ਚਲਾਇਆ ਹੈ, ਜਿਹੜੇ ਗੁਰੂ ਨਾਨਕ ਨੇ ਇਹ ਕੰਮ ਸ਼ੁਰੂ ਕੀਤਾ ਹੈ, ਮੈਂ ਉਹਨੂੰ ਪਕੜ ਕੇ ਲਿਆਉਂਦਾ, ਮੈਂ ਉਹਨੂੰ ਜਾ ਕੇ ਅਰੈਸਟ ਕਰਦਾ। ਇਹ ਲੋਕਾਂ ਦਾ ਕੀ ਵਿਚਾਰਿਆਂ ਦਾ ਕਸੂਰ ਹੈ, ਇਹ ਤਾਂ ਲਾਈ ਲੱਗ ਲੋਕ ਨੇ, ਦੇਖਾ ਦੇਖੀ ਕਰੀ ਜਾਂਦੇ ਨੇ। ਪਰ ਜੇ ਅਗਰ ਇਹ ਕੰਮ ਹਟਾਉਣਾ ਤਾਂ ਗੁਰੂ ਨਾਨਕ ਨੂੰ ਗ੍ਰਿਫਤਾਰ ਕਰਨਾ ਪਵੇਗਾ, ਉਹਨਾਂ ਨੂੰ ਅਰੈਸਟ ਕਰਨਾ ਪਵੇਗਾ। ਕਰਕੇ ਕੈਦ ਸੀਖ ਸੁਭ ਦੇ। ਹਾਂ ਮੈਂ ਉਹਨਾਂ ਨੂੰ ਆਪਣੀ ਕੈਦ ਵਿੱਚ ਲੈ ਕੇ ਆਵਾਂਗਾ। ਕਰੋੜੀਆ ਜਿਹੜਾ ਹੁਣ ਖੱਤਰੀ ਕਹਿੰਦਾ ਇੱਥੇ ਲੈ ਕੇ ਆਵਾਂਗਾ, ਉਹਨਾਂ ਨੂੰ ਕੈਦ ਪ੍ਰਿਜ਼ਨ ਵਿੱਚ ਪਾ ਕੇ ਫੇਰ ਮੈਂ ਉਹਨੂੰ ਆਪਣੀ ਸਿੱਖਿਆ ਦੇਵਾਂਗਾ, ਮੈਂ ਫਿਰ ਉਹਨਾਂ ਨੂੰ ਸਮਝਾਵਾਂਗਾ। ਤੇ ਮਨ ਮਤੋ ਸਰਬ ਵਰਜੇਉ। ਦੇਖੋ ਉਹਨਾਂ ਦਾ ਮਤ, ਉਹਨਾਂ ਜੋ ਉਹ ਹੁਣ ਕਰ ਰਹੇ ਹਨ ਉਹ ਮੈਂ ਸਾਰਾ ਰੋਕ ਦੇਵਾਂਗਾ। ਫਿਰ ਜਿਹੜਾ ਹੈ ਮੈਂ ਗੁਰੂ ਨਾਨਕ ਨੂੰ ਬੰਦ ਕਰਕੇ, ਮੈਂ ਉਹਨਾਂ ਨੂੰ ਦੁਨੀਆ ਤੋਂ ਦੂਰ ਕਰਕੇ ਮੈਂ ਆਪਣੀ ਮਤੀ ਉਹਨਾਂ ਨੂੰ ਸਿਖਾਵਾਂਗਾ ਤੇ ਇਹ ਸਾਰਾ ਕੰਮ ਮੈਂ ਹਟਾ ਦਿਆਂਗਾ। ਅਸ ਕਹਿ ਆਪਣੀ ਸਭਾ ਮਝਾਰੀ। ਇਸ ਜਿਹੜਾ ਹਨ ਇਹ ਜਿਹੜੀ ਗੱਲ ਕਹਿ ਕੇ ਆਪਣੀ ਸਭਾ ਦੇ ਵਿੱਚ, ਜਿੱਥੇ ਉਹਦਾ ਮਾੜੀ ਮੋਟੀ ਸਭਾ ਲੱਗਦੀ ਸੀ, ਨਿਜ ਸੇਵਕ ਤਬ ਲੀਨ ਹਕਾਰੀ। ਉਹਨੇ ਆਪਣੇ ਸੇਵਕ ਸੱਦ ਲਏ ਜੀ। ਇਹ ਕਰੋੜੀਆ ਖੱਤਰੀ ਨੇ ਕਹਿਓ ਤੁਰੰਗਨ ਪਰ ਅਬ ਜਾਈ। ਉਹਨੂੰ ਆਪਣੇ ਬੰਦਿਆਂ ਨੂੰ ਕਹਿੰਦਾ ਸੇਵਕਾਂ ਨੂੰ ਹੁਣੇ ਮੇਰਾ ਘੋੜਾ ਲੈ ਕੇ ਆਓ, ਉੱਤੇ ਕਾਠੀ ਪਾ ਦਿਓ। ਹੁਣ ਪਾਏ ਜੀਨ ਅਨ ਹੋ ਇਹ ਥਾਈ। ਕਾਠੀ ਪਾ ਕੇ ਤਿਆਰ ਕਰਕੇ ਘੋੜਾ ਇੱਥੇ ਬਾਹਰ ਲੈ ਕੇ ਆ ਜਾਓ, ਆਪਾਂ ਹੁਣੇ ਚੱਲੇ ਹਾਂ ਗੁਰੂ ਨਾਨਕ ਨੂੰ ਗ੍ਰਿਫਤਾਰ ਕਰਨ ਵਾਸਤੇ। ਸੁਨਤ ਦਾਸ ਲਿਆਇਓ ਤਤਕਾਲਾ। ਹੁਣ ਦਾਸ ਜਾ ਕੇ ਉਸੇ ਵੇਲੇ ਜਾ ਕੇ ਘੋੜੇ ਨੂੰ ਤਿਆਰ ਕਰਕੇ ਲਿਆਂਦਾ ਉਹਨਾਂ ਨੇ। ਲਗਿਓ ਚੜਨ ਜਿਸ ਦਰਪ ਬਿਸਾਲਾ। ਦੇਖੋ ਜਿਸ ਵੇਲੇ ਬੜੇ ਹੰਕਾਰ ਦੇ ਨਾਲ ਇਹ ਕਰੋੜੀਆ ਖੱਤਰੀ ਆਪਣੇ ਘੋੜੇ ਤੇ ਚੜਨ ਲੱਗਿਆ, ਉਸ ਵੇਲੇ ਦਿਓ ਰਕਾਬ ਵਿਖੇ ਪਗ ਜਬ ਹੀ। ਇਹਨੇ ਆਪਣਾ ਪੈਰ ਉਹ ਰਕਾਬ ਦੇ ਵਿੱਚ ਰੱਖਿਆ, ਉਹ ਹੈਂਡਲ ਵਿੱਚ ਰੱਖ ਕੇ ਉੱਤੇ ਨੂੰ ਚੜਨ ਲੱਗਿਆ ਛਾਲ ਮਾਰ ਕੇ ਘੋੜੇ ਤੇ। ਸਬਲ ਤੁਰੰਗਨ ਫਰਕੀ ਤਬ ਹੀ। ਉਸ ਵੇਲੇ ਇਹ ਤਕੜੀ ਇਹਦੀ ਘੋੜੀ ਸੀਗੀ, ਘੋੜਾ ਜਿਹੜਾ ਬੜਾ ਤਕੜਾ ਸੀਗਾ, ਉੱਚਾ ਘੋੜਾ ਸੀਗਾ। ਉਹਨੇ ਕੀ ਕੀਤਾ, ਉਹ ਘੋੜੇ ਨੇ ਜਿਹੜਾ ਫਰਕਣਾ ਕੀਤਾ। ਫਰਕਣਾ ਹੁੰਦਾ ਘੋੜਾ ਹਿੱਲ ਗਿਆ, ਆਪਣੇ ਪੈਰ ਚੁੱਕ ਲਏ ਉਹਨੇ ਉੱਤੇ ਨੂੰ। ਜਦੋਂ ਇਹ ਚੜਦਿਆਂ ਹੋਇਆਂ ਉਸ ਸਮੇਂ ਉਹਨੇ ਉਸੇ ਸਮੇਂ ਆਪਣੇ ਪੈਰ ਚੁੱਕ ਲਏ ਘੋੜੇ ਨੇ। ਨਹੀਂ ਸਮਾਰਿਓ ਤਿਹ ਛਿਨ ਖਤਰੀ। ਤੇ ਇਹ ਆਪਣੇ ਆਪ ਨੂੰ ਨਾ ਸੰਭਾਲ ਸਕਿਆ ਇਹ ਕਰੋੜਿਆ ਖੱਤਰੀ। ਕੀ ਹੋਇਆ ਉਸ ਵੇਲੇ, ਗਿਰਿਓ ਧਰਨ ਪਰ ਪਗਿਆ ਉਤਰੀ। ਇਹ ਡਿੱਗ ਪਿਆ ਜੀ ਧਰਤੀ ਤੇ। ਉਹ ਪੜਕਾ ਕੇ ਜਦੋਂ ਘੋੜਾ ਹਿੱਲਿਆ, ਇਹ ਚੜਦਿਆਂ ਸਮੇਂ ਤੇ ਇਹ ਹਿੱਲ ਗਿਆ ਤੇ ਇਹ ਜਿਹੜਾ ਹੈ ਸਿੱਧਾ ਪੜਕੇ ਕਰਕੇ ਧਰਤੀ ਤੇ ਵੱਜਿਆ, ਡਿੱਗਿਆ ਥੱਲੇ ਤੇ ਇਹਦੀ ਪੱਗ ਖੁੱਲ ਗਈ। ਤੇ ਇਹਦੀ ਜਦੋਂ ਪੱਗ ਖੁੱਲੀ ਜੀ, ਪੱਗ ਖੁੱਲਣੀ ਹੁੰਦੀ ਆ ਬੇਇੱਜ਼ਤੀ ਹੋਣੀ। ਲਖਿਓ ਕੁਸੌਨ ਹਿਰਦੇ ਮਹਿਤਾ ਹੂੰ। ਉਸ ਵੇਲੇ ਉਹਨੇ ਜਾਣਿਆ, ਕਹਿੰਦਾ ਇਹ ਤਾਂ ਕੁਸਗਨ ਹੋ ਗਿਆ, ਇਹ ਜਿਹੜੇ ਓਮਨ ਹਨ ਬੈਡ ਓਮਨ ਹੋ ਗਿਆ ਜੀ। ਹੁਣ ਤਾਂ ਜਾਣਾ ਨਹੀਂ ਬਣਦਾ। ਜੇ ਘੋੜੀ ਨੇ ਪੈਰ ਚੁੱਕਤੇ ਤਾਂ ਪਤਾ ਨਹੀਂ ਗਾਂ ਜਾ ਕੇ ਮੇਰਾ ਕੀ ਹੋਣਾ ਹੈ। ਉਸ ਵੇਲੇ ਉਹਨੇ ਪ੍ਰੋਗਰਾਮ ਬਦਲ ਦਿੱਤਾ। ਹੋਰ ਨਾ ਚੜਿਓ ਰਹਿਓ ਘਰ ਮਾਂ। ਫੇਰ ਉਹ ਮੁੜ ਕੇ ਨਹੀਂ ਘੋੜੇ ਚੜਿਆ। ਇਹ ਜਿਹੜਾ ਹੈ ਕਰੋੜਿਆ ਖੱਤਰੀ ਸੀਗਾ, ਘਰ ਵਿੱਚ ਹੀ ਰਿਹਾ ਸਾਰਾ ਦਿਨ, ਕਿਉਂਕਿ ਇਹਨਾਂ ਦਾ ਬਿਲੀਫ ਨਾ ਬੈਡ ਓਮਨ ਹੈ, ਅੱਜ ਨਹੀਂ ਜਾਣਾ, ਭਲਕੇ ਜਾਵਾਂਗੇ। ਨਿਕਟ ਜੇ ਨਰ ਸਮਝਾਵਨ ਕੀ। ਉਸ ਵੇਲੇ ਜਿੰਨੇ ਵੀ ਲੋਕ ਸਨ ਨਾ ਕਰੋੜਿਆ ਖੱਤਰੀ ਦੇ ਆਲੇ ਦੁਆਲੇ, ਉਹ ਸਮਝਾਉਣ ਲੱਗੇ ਇਹਨੂੰ ਕਰੋੜੀਆ ਨੂੰ ਬਹੁਤ ਸਮਝਾਇਆ। ਉਹਨਾਂ ਨੇ ਕੀ ਕਿਹਾ, ਮਹਾਪੁਰਖ ਸ੍ਰੀ ਨਾਨਕ ਚੀਨੋ। ਦੇਖੋ ਇਹਦੇ ਮਹਾਪੁਰਖ ਹੈ ਸ੍ਰੀ ਗੁਰੂ ਨਾਨਕ ਦੇਵ ਜੀ, ਮਹਾਪੁਰਸ਼ ਨੇ। ਉਹ ਜਿਹੜੇ ਹਨ ਆਪ ਬ੍ਰਹਮ, ਜਿਹੜੇ ਹਨ ਬ੍ਰਹਮ ਦੇ ਗਿਆਤਾ ਨੇ, ਆਪ ਪਰਮੇਸ਼ਰ ਹਨ। ਕਰਿਓ ਨਿਰਾਦਰ ਸੁਨਤ ਨਾ ਕਾਈ। ਦੇਖੋ ਇਹ ਘੋੜਾ ਕਿਉਂ ਹਿੱਲਿਆ, ਅੱਜ ਤੱਕ ਨਹੀਂ ਇਹ ਘੋੜਾ ਹਿੱਲਿਆ, ਅੱਜ ਕਿਉਂ ਹਿੱਲਿਆ? ਕਹਿੰਦੇ ਕਿਉਂਕਿ ਤੂੰ ਨਿਰਾਦਰ ਕਰਨ ਚੱਲਿਆ ਸੀਗਾ ਗੁਰੂ ਨਾਨਕ ਦਾ।
ਇਸ ਕਰਕੇ ਇਹ ਬੈਡ ਓਮਨ ਤੇਰੇ ਨਾਲ ਤਾਂ ਹੋਇਆ ਹੈ। ਕਹੈ ਕੇ ਗਹੋ ਭੌਰ ਕੋ ਜਾਈ। ਪਰ ਇਹ ਜਿਹੜਾ ਸੀਗਾ ਨਾ ਬੜਾ ਭੈੜਾ ਸੀਗਾ, ਇਹ ਨਹੀਂ ਮੰਨਿਆ ਗੱਲ, ਕਹਿੰਦਾ ਮੈਂ ਨਹੀਂ ਮੰਨਦਾ, ਕਹਿੰਦਾ ਮੈਂ ਨਹੀਂ ਮੰਨੂਗਾ ਇਹ ਗੱਲ, ਕਹਿੰਦਾ ਕਿਵੇਂ ਹੋ ਸਕਦਾ ਹੈ, ਉਹ ਘੋੜੇ ਨੂੰ ਕੋਈ ਮੱਛਰ ਨੇ ਛੇੜਤਾ ਹੋਣਾ ਜਾਂ ਕੋਈ ਹੋਰ ਸਬਬ ਬਣ ਗਿਆ ਹੋਣਾ ਹੈ। ਪਰ ਕਹਿੰਦਾ ਉਲਟਾ ਇਹ ਕਹਿੰਦਾ ਜਦੋਂ ਸਵੇਰ ਹੋਈ ਨਾ ਭਲਕੇ ਮੈਂ ਫੇਰ ਜਾਵਾਂਗਾ। ਰਜਨੀ ਕਰ ਬਤੀਤ ਸੋ ਮੂਡਾ। ਇਹ ਮੂਰਖ ਆਪਣੇ ਘਰ ਵਿੱਚ ਰਾਤ ਬਤੀਤ ਕੀਤੀ ਸੋਚਦਿਆਂ ਹੋਇਆਂ ਵੀ ਕਿਸ ਤਰ੍ਹਾਂ ਗੁਰੂ ਨਾਨਕ ਨੂੰ ਮੈਂ ਪਕੜ ਕੇ ਲਿਆਵਾਂਗਾ। ਅਗਲੇ ਦਿਨ ਮਹਿ ਭਇਓ ਅਰੂਡਾ। ਤੇ ਅਗਲੇ ਦਿਨ ਆਪਣੇ ਘੋੜੇ ਤੇ ਅਰੂੜ ਜਿਹੜਾ ਸਵਾਰ ਹੋ ਗਿਆ, ਗਮਨੇ ਬ੍ਰਿੰਦ ਸੰਗ ਨਰ ਤਾਹੀ। ਤੇ ਆਪਣੇ ਨਾਲ ਵੱਡੇ ਜਿਹੜਾ ਇਕੱਠ ਲੋਕਾਂ ਦਾ ਇਹਨੇ ਕਰ ਲਿਆ, ਆਪਣੇ ਸਿਪਾਹੀ ਵੀ ਨਾਲ ਲੈ ਲਏ, ਮੰਤਰੀ ਵੀ ਲੈ ਲਏ, ਸਾਰੇ ਨਾਲ ਤੁਰ ਪਏ ਜੀ। ਆਵਤ ਭਏ ਸਰਬ ਮਗ ਮਾਹੀ। ਸਾਰੇ ਜਿਹੜੇ ਹਨ ਘੋੜੇ ਤੇ ਚੜ ਕੇ ਇੱਕ ਵੱਡਾ ਦਸਤਾ ਜਿਹੜਾ ਹੈ ਇਕੱਠਾ ਹੋ ਕੇ ਆ ਰਿਹਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਕੋਲ। ਸ੍ਰੀ ਪ੍ਰਭ ਰਹੇ ਕਿਤਕ ਜਬ ਦੂਰੀ। ਜਦੋਂ ਕੁਝ ਕੁ ਦੂਰ ਰਹਿ ਗਏ ਸਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿੱਥੇ ਰਹਿੰਦੇ ਸਨ ਰਾਵੀ ਦੇ ਕੰਢੇ, ਉਹ ਕੁਝ ਕੁ ਦੂਰੀ ਰਹਿ ਗਈ ਸੀ। ਭਇਓ ਅੰਦਨ ਹੈ ਪਿਖਤ ਹਦੂਰੀ। ਕੀ ਹੋਇਆ, ਇਹ ਕਰੋੜਿਆ ਖੱਤਰੀ ਜਿਹੜਾ ਸੀ ਅੰਨਾ ਹੋ ਗਿਆ, ਹੁਣ ਇਹਨੂੰ ਦਿਸੇ ਨਾ, ਘੋੜੇ ਤੇ ਬੈਠਾ ਬੈਠਾ ਅਚਾਨਕ ਬਲਾਈਨ ਹੋ ਗਿਆ, ਸਾਰਾ ਹਨੇਰਾ ਹੀ ਹਨੇਰਾ ਮੂਰੇ ਆਉਣ ਲੱਗ ਪਿਆ। ਗਰਭਹਾਨ ਭਾ ਪੀੜਾ ਵਿਆਪੀ। ਹੁਣ ਉਸ ਦਾ ਹੰਕਾਰ ਤਾਂ ਉੜ ਗਿਆ ਜੀ, ਜਦੋਂ ਅੰਨਾ ਹੋਇਆ ਇਹਨੂੰ ਤਾਂ ਜਿਹੜੀਆਂ ਭਾਦੀ ਪੈ ਗਈ ਵੀ ਮੇਰਾ ਹੁਣ ਕੀ ਬਣੇਗਾ, ਹੁਣ ਮੈਂ ਕੀ ਕਰਾਂਗਾ, ਮੈਂ ਤਾਂ ਅੰਨਾ ਹੀ ਹੋ ਗਿਆ। ਪੀੜਾ ਵਿਆਪੀ, ਬਹੁਤ ਦੁੱਖ ਹੋਇਆ। ਬੋਲ ਨਾ ਸਕੈ ਨਿੰਦ ਕਰ ਪਾਪੀ। ਦੇਖੋ ਹੁਣ ਇਹ ਪਾਪੀ ਜਿਹੜਾ ਹੈ ਨਿੰਦਿਆ ਨਹੀਂ ਕਰ ਸਕਦਾ, ਬੋਲਣ ਜੋਗਾ ਵੀ ਨਹੀਂ ਰਿਹਾ। ਤਬ ਸਮਝਿਓ ਮਨ ਮੂਰਖ ਮਾਨੀ। ਉਸ ਵੇਲੇ ਅਹੰਕਾਰੀ ਨੇ ਮਨ ਵਿੱਚ ਸਮਝਣਾ ਕੀਤਾ, ਦੀਰਘ ਕਲਾਵਾਨ ਗੁਣ ਖਾਨੀ। ਕਹਿਣ ਲੱਗੇ ਇਹ ਸੰਤ ਜਿਹੜਾ ਹੈ ਜਿੱਥੇ ਮੈਂ ਚੱਲਿਆ ਹਾਂ ਗੁਰੂ ਨਾਨਕ ਕੋਲ, ਕਹਿੰਦੇ ਦੀਰਘ ਕਲਾਵਾਨ, ਇਹ ਦੀਰਘ ਬਹੁਤ ਡੂੰਘਾ ਬਹੁਤ ਵੱਡਾ, ਇਹ ਸ਼ਕਤੀ ਵਾਲਾ ਹੈ ਤੇ ਗੁਣਾ ਦੀ ਖਾਨ ਹੈ। ਲੋਕ ਬਹੋਰ ਰਹੇ ਮੁਝ ਤਾਈ। ਕਹਿਣ ਲੱਗੇ ਲੋਕ ਤਾਂ ਮੈਨੂੰ ਹਟਾਉਂਦੇ ਰਹੇ, ਮਾਨੀ ਮੈਂ ਨਾ ਕਰੀ ਦੁਸਤਾਈ। ਪਰ ਮੈਂ ਹੰਕਾਰ ਦੇ ਵਿੱਚ ਉਹਨਾਂ ਦੀ ਗੱਲ ਨਹੀਂ ਮੰਨੀ, ਇਸ ਕਰਕੇ ਦੁਸ਼ਟਾਈ, ਮੈਂ ਆਪਣੇ ਹੰਕਾਰ ਤੇ ਆਪਣਾ ਵੈਰ ਭਾਵਨਾ ਕਰਕੇ ਮੈਂ ਲੋਕਾਂ ਦੀ ਗੱਲ ਨਹੀਂ ਸੁਣੀ। ਬਹੁ ਨਰਕੋ ਜਿਹੇ ਕਹਿਓ ਨਾ ਭਾਵਤ। ਦੇਖੋ ਜਿਹੜੀ ਗੱਲ ਜਿਹੜੀ ਹੈ ਬਹੁਤੇ ਲੋਕਾਂ ਨੂੰ ਨਾ ਚੰਗੀ ਲੱਗੇ, ਬਹੁਤ ਲੋਕੀ ਹਟਾਉਣ, ਮੁੜ ਮੁੜ ਕੇ ਆ ਕੇ ਹਟਾਉਣ, ਮਮ ਸਮਾਨ ਦੁਖ ਹੋਇਆ ਪਛਤਾਵਤ। ਇਸ ਕਰਕੇ ਫਿਰ ਉਹ ਜਿਹੜਾ ਹੈ ਲੋਕਾਂ ਦੇ ਹਟਾਇਆਂ ਤੋਂ ਜਿਹੜਾ ਨਾ ਹਟੇ, ਫਿਰ ਉਹਨਾਂ ਨੂੰ ਦੁੱਖ ਹੀ ਮਿਲਣਾ ਹੈ ਨਾ, ਉਹਨਾਂ ਨੂੰ ਤਾਂ ਫਿਰ ਦੁੱਖ ਹੀ ਮਿਲ ਗਿਆ ਜਿਵੇਂ ਹੁਣ ਮੈਨੂੰ ਮਿਲ ਗਿਆ। ਇਸ ਤਰ੍ਹਾਂ ਉਹ ਰਿਗਰੈਟ ਕਰ ਰਿਹਾ ਹੈ, ਪਛਤਾ ਰਿਹਾ ਹੈ। ਗੁਣਤ ਬਿਸੂਰਤ ਗਮਨਤ ਜਬ ਹੀ। ਸੋਚਦਾ ਤੇ ਝੂਰਦਾ ਹੋਇਆ ਇਹ ਰਸਤੇ ਵਿੱਚ ਚੱਲਿਆ ਜਾ ਰਿਹਾ ਹੈ। ਨਿਰਖੀ ਨਰਨ ਨੈਣ ਗਤ ਤਬ ਹੀ। ਜਦੋਂ ਲੋਕਾਂ ਨੇ ਇਹਦੀ ਗਤੀ ਦੇਖੀ, ਦੀ ਹਾਲਾਤ ਦੇਖੀ, ਉਸ ਵੇਲੇ ਘੋੜੇ ਤੇ ਬੈਠਾ ਅੰਨਾ ਹੋਇਆ ਹੋਇਆ, ਹਾਂਜੀ ਕੁਝ ਨਹੀਂ ਦਿਖਾਈ ਦੇ ਰਿਹਾ, ਹਾਂਜੀ ਮੁੜਕੋ ਮੁੜਕੀ ਹੋ ਗਿਆ, ਬੜਾ ਬੁਰਾ ਹਾਲ ਇਹਦਾ ਹੋ ਗਿਆ ਉੱਥੇ ਬੈਠਿਆਂ ਦਾ। ਭਇਓ ਦੀਨ ਬੋਲਿਓ ਪਛਤਾਈ। ਉਸ ਵੇਲੇ ਬੜਾ ਦੀਨ ਹੋ ਕੇ ਨਿਮਰਤਾ ਵਿੱਚ ਆ ਕੇ ਬੋਲਿਆ ਪਛਤਾਉਂਦਾ ਹੋਇਆ। ਅਬ ਤਿਨ ਕੀ ਮੈਂ ਮਹਿਮਾ ਪਾਈ। ਕਹਿਣ ਲੱਗੇ ਹੁਣ ਮੈਨੂੰ ਪਤਾ ਲੱਗ ਗਿਆ ਗੁਰੂ ਨਾਨਕ ਕੌਣ ਹੈ, ਉਹਦੀ ਮਹਿਮਾ ਨੂੰ ਮੈਂ ਜਾਣ ਲਿਆ, ਉਹਦੀ ਪ੍ਰੇਸ ਨੂੰ ਮੈਂ ਜਾਣ ਲਿਆ। ਹੁਣ ਮੈਨੂੰ ਪਤਾ ਲੱਗ ਗਿਆ ਵੀ ਉਹ ਤਾਂ ਵੱਡੇ ਕਲਾਵਾਨ ਖੁਦਾ ਰੂਪ ਹਨ। ਜਸ ਤੁਮ ਕਹਿਤ ਹੁਤੇ ਤਸ ਦੇਸ। ਆਪਣੇ ਲੋਕਾਂ ਨੂੰ ਕਹਿੰਦਾ ਜਿਹੜੇ ਨਾਲ ਚੱਲਦੇ ਸਨ, ਕਹਿੰਦੇ ਜਿਵੇਂ ਤੁਸੀਂ ਕਹਿੰਦੇ ਸੀ ਨਾ ਠੀਕ ਹੀ ਸੀਗਾ, ਮੈਂ ਹੀ ਢੀਠ ਸੀਗਾ ਜਿਹੜਾ ਨਹੀਂ ਗੱਲ ਮੰਨਦਾ ਸੀ। ਭਇਓ ਅੰਧ ਮੈਂ ਕੀਨ ਪਰੇ। ਦੇਖੋ ਮੈਂ ਅੰਨੇ ਪੰਚ ਅਗਿਆਨਤਾ ਦੇ ਵਿੱਚ ਮੈਂ ਜਿਹੜਾ ਹੈ ਉਹਨਾਂ ਨੂੰ ਪਰਖਣਾ ਕੀਤਾ। ਦੇਖੋ ਉਹਨਾਂ ਨੂੰ ਪਰਖਣ ਵਾਲਾ ਮੈਂ ਕੌਣ ਹੁੰਦਾ ਹਾਂ, ਇਹ ਮੈਨੂੰ ਅੰਨਾ ਕੀਤਾ ਹੋਇਆ ਸੀ ਹੰਕਾਰ ਨੇ, ਹੁਣ ਤਾਂ ਸੱਚਮੁੱਚ ਮੈਂ ਅੰਨਾ ਹੀ ਹੋ ਗਿਆ। ਮਹਾਪੁਰਖ ਸੋ ਮਤ ਸਰ ਧਾਰੀ। ਦੇਖੋ ਮੈਂ ਮਹਾਪੁਰਸ਼ਾਂ ਦੇ ਨਾਲ ਈਰਖਾ ਕੀਤੀ ਹੈ, ਤੇ ਕੋ ਫਲ ਪ੍ਰਾਪਤ ਦੁਖ ਭਾਰੀ। ਇਸ ਕਰਕੇ ਮੈਨੂੰ ਭਾਰਾ ਦੁੱਖ ਉਸ ਦਾ ਫਲ ਪ੍ਰਾਪਤ ਹੋਇਆ ਹੈ। ਚੱਲ ਸਮੀਪ ਅਬ ਮੁਝ ਬਖਸਾਵ। ਕਹਿਣਗੇ ਚਲੋ ਮੈਨੂੰ ਹੁਣ ਲੈ ਜਾਓ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਜਾ ਕੇ ਮੈਨੂੰ ਬਖਸ਼ਾ ਲਓ। ਹੁਣ ਮੈਨੂੰ ਲੈ ਜਾਓ ਫੜ ਕੇ, ਕਿਉਂਕਿ ਮੈਨੂੰ ਰਸਤਾ ਨਹੀਂ ਹੁਣ ਦਿਸਦਾ, ਮੈਨੂੰ ਨਹੀਂ ਪਤਾ ਪਿਛਲਾ ਰਸਤਾ ਕਿਹੜਾ ਅੱਗੇ ਕਿਹੜਾ ਹੈ, ਇਸ ਕਰਕੇ ਮੈਨੂੰ ਪਕੜ ਕੇ ਮੈਨੂੰ ਫੜ ਕੇ ਹੀ ਲੈ ਜਾਓ, ਮੈਨੂੰ ਮੁਆਫੀ ਦਵਾ ਦਿਓ ਉਹਨਾਂ ਤੋਂ। ਕਹੇ ਕੋ ਬੋਲ ਸੋ ਛਿਮਾ ਕਰਾਵ। ਜੋ ਵੀ ਮੈਂ ਭੈੜੇ ਬਚਨ ਕਹੇ ਸਨ ਉਹਨਾਂ ਨੂੰ, ਮੈਂ ਉਹਨਾਂ ਤੋਂ ਮੁਆਫੀ ਮੰਗਣੀ ਚਾਹੁੰਦਾ ਹਾਂ। ਮੈਂ ਅਬ ਦਾਸ ਪਰੋਂ ਤਿਨ ਪਾਈ। ਮੈਂ ਹੁਣ ਉਹਨਾਂ ਦਾ ਦਾਸ ਬਣ ਗਿਆ ਵਾਂ, ਮੈਂ ਹੁਣ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਦਾਸ ਬਣ ਗਿਆ, ਸੇਵਕ ਬਣ ਗਿਆ। ਚਲੋ ਮੈਨੂੰ ਲੈ ਜਾਓ, ਮੈਂ ਉਹਨਾਂ ਦੇ ਚਰਨੀ ਪੈ ਜਾਵਾਂ ਜਾ ਕੇ ਇੱਕ ਵਾਰ, ਉਹ ਸਿੱਖ ਰੱਖੈ ਸਰਨਾਈ। ਮੈਂ ਉਹਨਾਂ ਦਾ ਸਿੱਖ ਬਣ ਜਾਵਾਂਗਾ ਤੇ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲੈਣ, ਮੈਂ ਇਹੀ ਬੇਨਤੀ ਕਰਨੀ ਹੈ। ਸੁਣ ਕੇ ਨਰਨ ਸਰਬ ਸਮਝਾਇਓ। ਸੋ ਉਸ ਵੇਲੇ ਲੋਕਾਂ ਨੇ ਇਹ ਗੱਲ ਸੁਣ ਕੇ ਉਸ ਕਰੋੜੀਆ ਖੱਤਰੀ ਦੀ ਤੇ ਉਹਨੂੰ ਸੇ ਸਮਝਾਇਆ। ਅਬ ਤੋਂ ਪਤਾ ਆਪਣਾ ਪਾਇਓ। ਤੇ ਉਹ ਚਲੋ ਹੁਣ ਤਾਂ ਤੁਹਾਨੂੰ ਪਤਾ ਲੱਗ ਗਿਆ, ਤਸੱਲੀ ਹੋ ਗਈ ਹੁਣ। ਉੱਤਰ ਤੁਰੰਗਨ ਤੇ ਇਹ ਥਾਈ। ਚੱਲ ਹੁਣ ਉੱਤਰ ਜਾ। ਹੁਣ ਉਹਨਾਂ ਨੇ ਫੜ ਫੁੜ ਕੇ ਇਹਨੂੰ ਜਿਹੜਾ ਹੈ ਘੋੜੇ ਤੋਂ ਉਤਾਰਿਆ, ਇਹ ਜਿਹੜਾ ਕਰੋੜੀਆ ਨੂੰ। ਬੰਧਨ ਕਰੋ ਧਰਨ ਸਿਰ ਲਾਈ। ਉਹਨੇ ਕੀ ਕੀਤਾ, ਉਤਰਦਿਆਂ ਸਾਰ ਨਾ ਕਰੋੜੀ ਜਿਹੜਾ ਹਨ, ਇਹ ਜਿਹੜਾ ਖੱਤਰੀ ਹੈ, ਉਹਨੇ ਧਰਤੀ ਤੇ ਮੱਥਾ ਟੇਕਿਆ ਪਹਿਲਾਂ,
ਉਹਦੇ ਉਹ ਥਾਂ ਤੇ ਮੱਥਾ ਟੇਕ ਕੇ ਫੇਰ ਅੱਗੇ ਤੁਰਿਆ। ਧਰ ਸਰਦਾ ਤੁਮ ਚਲੋ ਅਗਾਰੀ। ਕਹਿਣਗੇ ਚੱਲ ਹੁਣ ਤੂੰ ਸ਼ਰਧਾ ਧਾਰ ਕੇ ਹੁਣ ਅੱਗੇ ਚੱਲ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਹਨ। ਪਰ ਹੋ ਜਾਏ ਕਹਿ ਚਰਨ ਮਝਾਰੀ। ਤਰੋ ਜਾਂ ਪਰੋ ਜਾਂ ਪੈ ਜਾ ਕੇ ਉਹਨਾਂ ਦੇ ਚਰਨਾਂ ਤੇ। ਬਖਸ਼ ਹੈਂਗੇ ਤੁਝ ਦੀਨ ਦਿਆਲਾ। ਸਾਨੂੰ ਤਾਂ ਭਰੋਸਾ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਦਇਆ ਦੇ ਘਰ ਹਨ, ਤੁਹਾਨੂੰ ਬਖਸ਼ ਲੈਣਗੇ। ਭਗਤ ਵਛਲ ਜਿਨ ਬਿਰਦ ਵਿਸਾਲਾ। ਉਹ ਤਾਂ ਭਗਤਾਂ ਦੇ ਪਿਆਰੇ ਹਨ, ਉਹਨਾਂ ਦਾ ਬਿਰਧ ਜਿਹੜਾ ਹੈ ਹਮੇਸ਼ਾ ਹੀ ਬਖਸ਼ਣਹਾਰ ਹਨ। ਤਿਨ ਕੇ ਭਣੀ ਮਾਨ ਹਰ ਮਾਨਾ। ਉਹਨਾਂ ਦੀ ਕਹੀ ਹੋਈ ਗੱਲ ਜਿਹੜੀ ਸੀ ਉਹਨੇ ਮੰਨ ਲਈ ਹੁਣ, ਤੇ ਆਪਣਾ ਹੰਕਾਰ ਦੂਰ ਕਰਕੇ ਉਤਰਿਓ ਮਾਰਗ ਚਰਨ ਚਲਾਨਾ। ਉੱਤਰ ਕਰਕੇ ਮਾਰਗ ਉੱਤੇ ਚੱਲਣਾ ਕੀਤਾ, ਪੈਦਲ ਚੱਲਣਾ ਕੀਤਾ। ਹੁਣ ਜੁੱਤੀ ਵੀ ਪੈਰ ਤੋਂ ਲਾ ਦਿੱਤੀ। ਹੁਣ ਨਮੋ ਕਰਹਿ ਪਗ ਪਗ ਹੋਇ ਦੀਨਾ। ਇੱਕ ਇੱਕ ਕਦਮ ਤੇ ਉਹ ਮੱਥੇ ਟੇਕਦੇ ਆਉਂਦਾ ਹੈ। ਇਹ ਕਰੋੜਿਆ ਖੱਤਰੀ ਜਿਹੜਾ ਹੈ ਇੱਕ ਇੱਕ ਕਦਮ ਤੇ ਮੱਥੇ ਟੇਕਦਾ ਆਉਂਦਾ ਹੈ। ਇਸ ਕਰਕੇ ਹੋਏ ਦਿਨਾਂ ਬੜੀ ਨਿਮਰਤਾ ਦੇ ਵਿੱਚ ਅਨੇਕ ਭਾਂਤ ਜਸ ਵਰਣਨ ਕੀਨਾ। ਬਹੁਤ ਤਰ੍ਹਾਂ ਦਾ ਜਸ ਸਤਿਗੁਰਾਂ ਦਾ ਉਚਾਰਦਾ ਆਉਂਦਾ ਹੈ। ਕਿਤਕ ਦੂਰ ਤੇ ਊਚ ਪੁਕਾਰਾ। ਕੁਝ ਕੁ ਦੂਰ ਜਦੋਂ ਰਹਿ ਗਿਆ ਗੁਰੂ ਨਾਨਕ ਸਾਹਿਬ ਤੋਂ, ਕੁਝ ਕੀ ਥੋੜਾ ਜਿਹਾ ਹੀ ਦੂਰ ਸੀਗਾ, ਉਸ ਵੇਲੇ ਇਹਨੇ ਇੱਕ ਪੁਕਾਰ ਕੀਤੀ ਬਹੁਤ ਉੱਚੀ ਆਵਾਜ਼ ਨਾਲ। ਕਰੋੜਿਆ ਖੱਤਰੀ ਕਹਿੰਦਾ ਹੈ ਛਿਮਹੋ ਛਿਮਹੋ ਮੈਂ ਦਾਸ ਤੁਮਾਰਾ। ਕਹਿੰਦੇ ਸ਼ਿਮਹੋ ਸ਼ਿਮਹੋ ਮੈਂ ਦਾਸ ਤੁਮਾਰਾ, ਮੈਨੂੰ ਮੁਆਫ ਕਰ ਦੋ, ਮਨ ਬਾਣੀ ਕਰਕੇ ਮੈਨੂੰ ਮੁਆਫ ਕਰ ਦੋ। ਮੈਂ ਤੁਹਾਡਾ ਦਾਸ ਹਾਂ, ਮੈਂ ਤੁਹਾਡਾ ਸੇਵਕ ਹਾਂ। ਮਸਕ ਗਰਭ ਖਗਪਤ ਸੋ ਧਰੀ। ਦੇਖੋ ਕਹਿੰਦਾ ਮੈਂ ਇੱਕ ਮੱਛਰ ਸੀਗਾ ਜਿਹੜਾ ਗਰੜ, ਜਿਹੜੀ ਗਰੂਡਾ ਹੁੰਦੀ ਹੈ, ਇੱਕ ਬਹੁਤ ਵੱਡੀ ਚਿੜੀ। ਹਾਂਜੀ, ਸੋ ਕਹਿੰਦਾ ਮੈਂ ਇੱਕ ਮੱਛਰ ਇੱਕ ਗਰੂੜਾ ਦੀ ਬਰਾਬਰੀ ਕਰਨਾ ਚਾਹੁੰਦਾ ਸੀ। ਰਾਂਚ ਮੇਰ ਕੀ ਸਮਤਾ ਕਰੇ। ਦੇਖੋ ਜਿਵੇਂ ਇੱਕ ਕਿਣਕਾ ਸੁਮੇਰ ਪਰਬਤ ਮਾਊਂਟਨ ਦੀ ਜਾ ਕੇ ਬਰਾਬਰੀ ਕਰਦਾ ਹੈ। ਆਪਣੋ ਤੇਜ ਦਿਖਾਏ ਠਨਾਨੋ। ਹਾਂ, ਜਿਵੇਂ ਟਟਾਣੇ ਹੁੰਦੇ ਨੇ, ਫਾਇਰਫਲਾਈਸ ਹੁੰਦੇ ਨੇ, ਉਹ ਆਪਣਾ ਜਿਹੜਾ ਪ੍ਰਕਾਸ਼ ਦਿਖਾਉਂਦੇ ਹਨ। ਪ੍ਰਭ ਕੀ ਪ੍ਰਭਤਾ ਕਰਹਿ ਪਛਾਨੋ। ਦੇਖੋ ਉਹ ਸੂਰਜ ਦੀ ਵਡਿਆਈ ਦੇ ਬਰਾਬਰ ਕਿਵੇਂ ਹੋ ਸਕਦੇ ਹਨ? ਨਹੀਂ ਹੋ ਸਕਦੇ। ਭਾਵੇਂ ਟਿਟਾਣੇ ਜਿਹੜੇ ਲੱਖਾਂ ਇਕੱਠੇ ਕਿਉਂ ਨਾ ਹੋ ਜਾਣ, ਫਿਰ ਵੀ ਉਹ ਸੂਰਜ ਨਹੀਂ ਬਣ ਸਕਦੇ। ਤਿਉ ਮਤ ਮੰਦ ਲਾਲਸਾ ਮੇਰੀ। ਇਉਂ ਕਰਕੇ ਮੈਂ ਵੀ ਭੈੜੀ ਮਤ ਵਾਲਾ, ਮਤ ਮੰਦ ਭੈੜੀ ਮਤ ਵਾਲਾ ਮੈਂ, ਲਾਲਸਾ ਮੇਰੀ, ਮੈਂ ਲਾਲਸਾ ਕਰਦਾ ਸੀ। ਮੈਂ ਇਹ ਜਿਹੜੀ ਦੁਨੀਆ ਦੀ ਵਡਿਆਈ ਕਰਕੇ ਅੰਨਾ ਹੋਇਆ ਫਿਰਦਾ ਸੀ। ਮੁਖ ਤੇ ਨਿੰਦਾ ਕੀਨਕ ਨੇ। ਇਸ ਕਰਕੇ ਮੈਂ ਤੁਹਾਡੀ ਬੜੀ ਨਿੰਦਿਆ ਕੀਤੀ ਉਸ ਵੇਲੇ ਆਪਣੇ ਮੁਖ ਤੋਂ। ਅਪਰਾਧੀ ਮੈਂ ਪ੍ਰਭੂ ਤੁਮਾਰਾ। ਇਸ ਕਰਕੇ ਹੇ ਪ੍ਰਭੂ, ਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਮੈਂ ਅਪਰਾਧੀ ਹਾਂ, ਮੈਂ ਗੁਨਾਹਗਾਰ ਹਾਂ ਤੁਹਾਡਾ। ਬਖਸ਼ ਲਿਓ ਅਬ ਦੀਨ ਦਿਆਰਾ। ਬਖਸ਼ ਲਿਓ ਹੁਣ ਮਨੋ ਦੀਨ ਦੇ ਦਿਆਰਾ, ਦੀਨਾ ਦੇ ਦਇਆ ਦੇ ਘਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਮੈਨੂੰ ਬਖਸ਼ ਲਓ ਹੁਣ, ਮੈਨੂੰ ਮੁਆਫ ਕਰ ਲਓ ਹੁਣ। ਹਿਰਦੇ ਬਸੂਰਤ ਅਸਮੁਖ ਬੋਲ ਹੈ। ਜਦੋਂ ਐਸਾ ਹਿਰਦੇ ਵਿੱਚ ਦੁਖੀ ਹੋ ਕੇ ਉਹਨੇ ਐਸੇ ਜਿਹੜੇ ਹਨ, ਜਿਹੜਾ ਹਨ ਲੜ ਖੜਾਉਂਦਾ ਹੋਇਆ, ਇਹ ਜਿਹੜਾ ਹਨ ਕਰੋੜਿਆ ਖੱਤਰੀ ਸੀਗਾ, ਰੋ ਰਿਹਾ ਹੈ, ਪੁਕਾਰ ਕਰ ਰਿਹਾ ਹੈ। ਡਗਮਗ ਪਗ ਮਗ ਚਲਤੇ ਹੋ ਡੋਲ ਹੈ। ਹੌਲੀ ਹੌਲੀ ਕਰਦਾ ਹੋਇਆ, ਡਗਮਗ ਕਰਦਾ ਹੁੰਦਾ, ਖੜਖੜਾਉਂਦਾ ਹੁੰਦਾ, ਇੱਕ ਇੱਕ ਪੈਰ ਰੱਖਦਾ ਫਿਰ ਹਿਲ ਜਾਂਦਾ ਹੈ, ਇਉਂ ਤੁਰਿਆ ਆਉਂਦਾ ਹੈ ਡੋਲਦਾ ਹੋਇਆ। ਇੱਕ ਨਰ ਗਹਿ ਕਰ ਤੇ ਕੋ ਹੱਥਾ। ਇਸ ਪ੍ਰਕਾਰ ਕਰਕੇ ਲੋਕਾਂ ਨੇ ਫੜ ਕੇ ਲਿਆਂਦਾ ਜੀ, 4-5 ਬੰਦਿਆਂ ਨੇ ਫੜ ਕੇ ਲਿਆਂਦਾ ਇੱਕ ਕਰੋੜਿਆ ਖੱਤਰੀ, ਜਿਹੜਾ ਭਾਰਾ ਵੀ ਕਾਫੀ ਹੋਣਾ ਹੈ। ਲੈ ਡਾਰਿਓ ਪਗ ਪਰ ਜਗਨਾਥ। ਆ ਕਰਕੇ ਉਸ ਨੂੰ ਸਤਿਗੁਰਾਂ ਦੇ ਚਰਨਾਂ ਉੱਤੇ ਪਾ ਦਿੱਤਾ ਜੀ ਲੰਮਾ। ਉਹਨੂੰ ਡੰਡੇ ਮੰਗੋ ਲੰਮਾ ਪਾਤਾ ਤੀ ਧਰਤੀ ਤੇ, ਕਹਿੰਦੇ ਪੈ ਜਾ ਹੁਣ ਇਹਨਾਂ ਦੇ ਚਰਨਾਂ ਤੇ, ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ। ਸਰਨ ਸਰਨ ਮੈਂ ਗਿਰਾ ਉਚਾਰੀ। ਤੇ ਇਹ ਆਪਣੇ ਮੁਖ ਤੋਂ ਅਰਦਾਸ ਕਰਦਾ ਹੈ, ਇਹ ਕਰੋੜਿਆ ਖੱਤਰੀ, ਸ਼ਰਨ ਸਰਨ ਮੈਂ ਮਨ ਬਾਣੀ ਕਰਕੇ ਤੁਹਾਡੀ ਸ਼ਰਨ ਵਿੱਚ ਆ ਗਿਆ ਹਾਂ। ਭਰਿਓ ਰਹਿਓ ਸਮਦੰਡ ਅਗਾਰੀ। ਤੇ ਡੰਡੇ ਵੱਤ ਲੰਮਾ ਹੀ ਪਿਆ ਰਿਹਾ ਉੱਥੇ, ਇਹਨੂੰ ਡੰਡੌਤ ਕਹਿੰਦੇ ਹਨ। ਡੰਡੇ ਵੱਤ ਇਹ ਲੰਮਾ ਹੀ ਪਿਆ ਰਿਹਾ ਉੱਥੇ ਸਤਿਗੁਰਾਂ ਦੇ ਚਰਨਾਂ ਤੇ। ਕਰ ਬੇਨਤੀ ਬਹੁਤੋ ਕਿ ਗਿਆਇਓ। ਬਹੁਤ ਤਰਲੇ ਕੱਢ ਕੇ ਬੇਨਤੀਆਂ ਕਰਦਾ ਸਤਿਗੁਰਾਂ ਦੇ ਚਰਨਾਂ ਤੇ। ਬਹੁਰ ਨਾ ਉੱਪਰ ਸੀਸ ਉਠਾਇਓ। ਇਹਨੇ ਆਪਣਾ ਸੀਸ ਸਿਰ ਨਹੀਂ ਮੁੜ ਕੇ ਚੁੱਕਿਆ ਸਤਿਗੁਰਾਂ ਦੇ ਚਰਨਾਂ ਤੋਂ। ਕਿਰਪਾ ਨਿਧਾਨ ਤਾਸ ਗਤ ਦੇਖੀ। ਉਸ ਵੇਲੇ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹਦੀ ਇਹ ਹਾਲਾਤ ਦੇਖੀ, ਕਰੁਣਾ ਉਪਜੇ ਹਿਰਦੇ ਬਿਸੇਖੀ। ਮਹਾਰਾਜ ਦੇ ਹਿਰਦੇ ਵਿੱਚ ਤਰਸ ਆ ਗਿਆ, ਪੀਟੀਨਸ ਆ ਗਿਆ। ਮਹਾਰਾਜ ਦੇ ਮਨ ਵਿੱਚ ਜਿਹੜਾ ਹੈ ਬਹੁਤ ਜਿਹੜਾ ਹਨ ਕਰਨਾ ਛਾ ਗਈ। ਕਹਿਓ ਉਠੋ ਖੋਲੋ ਨਿਜ ਲੋਚਨ। ਦੇਖੋ ਕੀਤੀ ਕਿਰਪਾ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ, ਮਹਾਰਾਜ ਨੇ ਬਚਨ ਕੀਤੇ ਉਠੋ, ਕਹਿੰਦੇ ਉੱਠ ਹੁਣ। ਉਹ ਖੱਤਰੀ ਨੂੰ ਕਹਿੰਦੇ ਉੱਠ ਹੁਣ, ਖੋਲੋ ਨਿਜ ਲੋਚਨ, ਖੋਲ ਆਪਣੀਆਂ ਅੱਖਾਂ ਹੁਣ। ਮਨ ਸੋਚਨ ਸਭ ਕਰੋ ਵਿਮੋਚਨ। ਮਨ ਦੀਆਂ ਸੋਚਾਂ, ਮਨ ਦੇ ਫਿਕਰ ਜਿਹੜੇ ਹਨ ਸਾਰੇ ਦੂਰ ਕਰੋ ਹੁਣ।
ਕੋਈ ਫਿਕਰ ਨਾ ਕਰੋ ਹੁਣ। ਕਿਰਪਾ ਯੁਕਤ ਬਾਣੀ ਕੋ ਸੁਣ ਕੇ ਜਦੋਂ ਕਿਰਪਾ ਭਰੀ ਬਾਣੀ, ਕਿਰਪਾ ਦੇ ਵਿੱਚ ਮਿਲੀ ਹੋਈ ਬਾਣੀ ਜਦੋਂ ਸੁਣੀ ਇਸ ਜਿਹੜਾ ਹਾਂ ਕਰੋੜੀਆ ਖੱਤਰੀ ਨੇ, ਉੱਠ ਬੈਠਿਓ ਬਖਸ਼ਿਓ ਨਿਜ ਗੁਣ ਤੇ ਕੈ ਉੱਠ ਕਰਕੇ ਬੈਠ ਗਿਆ ਤੇ ਬਖਸ਼ਿਓ ਨਿਜ ਗੁਣ ਕਹਿ। ਕਹਿਣਗੇ ਉਸ ਵੇਲੇ ਸਮਝਿਆ ਕਿ ਮੈਨੂੰ ਸਤਿਗੁਰਾਂ ਨੇ ਬਖਸ਼ ਲਿਆ ਹੁਣ। ਨੀਕੇ ਲਗਿਓ ਬਿਲੋਕਨ ਤੈਸੇ ਉਸ ਵੇਲੇ ਅੱਖਾਂ ਬਿਲਕੁਲ ਠੀਕ ਹੋ ਗਈਆਂ, ਬਸ ਅੱਖਾਂ ਖੋਲਣ ਦੀ ਲੋੜ ਸੀ। ਸਤਿਗੁਰਾਂ ਨੇ ਬਚਨ ਕੀਤਾ ਵੀ ਅੱਖਾਂ ਖੋਲ ਹੁਣ। ਜਦੋਂ ਅੱਖਾਂ ਖੋਲੀਆਂ ਤਾਂ ਬਿਲਕੁਲ ਠੀਕ ਹੋ ਗਈਆਂ, ਪਹਿਲਾਂ ਵਰਗੀਆਂ ਹੀ। ਖੁਦੀ ਅਗਾਰੇ ਦ੍ਰਿਸ਼ਟ ਸੋ ਜੈਸੇ ਸੋ ਸਾਰੀ ਦ੍ਰਿਸ਼ਟ ਜਿਹੜੀ ਹੈ ਅੱਗੇ ਜਿਹੜਾ ਸਭ ਕੁਝ ਦਿਸਣ ਲੱਗ ਪਿਆ ਜੀ, ਅੱਗੇ ਨਾਲੋਂ ਵੀ ਕਲੀਅਰ ਹੋ ਗਿਆ ਜੀ। ਹੱਥ ਬੰਦ ਦੁਐ ਹੋਇ ਕਰ ਠਾਂਡੋ ਹੱਥ ਬਨ ਕੇ ਸਤਿਗੁਰਾਂ ਦੇ ਅੱਗੇ ਦੋਨੋਂ ਹੱਥ ਬਨ ਕੇ ਖੜਾ ਹੋ ਗਿਆ। ਬੋਲਿਓ ਹਿਰਦੇ ਪ੍ਰੇਮ ਬਹੁ ਬਾਡੋ ਆਪਣੇ ਮਨ ਵਿੱਚ ਬੜਾ ਉਹਦੇ ਪ੍ਰੇਮ ਹੈ ਤੇ ਪ੍ਰੇਮ ਵਿੱਚ ਉਹਨੇ ਅਰਦਾਸ ਕੀਤੀ, ਕਿਰਪਾ ਧਾਰ ਟਿਗਾ ਆਪਣੇ ਪਾਇਨ ਮਹਾਰਾਜ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਓ, ਹੁਣ ਆਪਣੀ ਸ਼ਰਨ ਦੇ ਦਿਓ। ਰੱਬ ਜੀ ਲਈ ਜੈ ਮੋਰ ਉਪਾਇਨ ਮਹਾਰਾਜ ਮੈਂ ਤੁਹਾਨੂੰ ਇੱਕ ਭੇਟਾ ਦੇਣਾ ਚਾਹੁੰਦਾ ਹਾਂ। ਪਾਤਸ਼ਾਹ ਜੀ ਤੁਸੀਂ ਕਬੂਲ ਕਰੋ, ਮੈਂ ਇੱਕ ਭੇਟਾ ਤੁਹਾਨੂੰ ਜਿਹੜੀ ਹਨ ਪੇਸ਼ ਕਰਨਾ ਚਾਹੁੰਦਾ ਹਾਂ। ਜਹ ਬੈਠੇ ਇਹੋ ਸੁੰਦਰ ਅਵਨੀ ਕਹਿੰਦੇ ਕਿ ਜਿੱਥੇ ਤੁਸੀਂ ਬੈਠੇ ਹੋ ਨਾ, ਇਹ ਸੁੰਦਰ ਜਿਹੜੀ ਧਰਤੀ ਹੈ ਰਾਵੀ ਦੇ ਕਿਨਾਰੇ ਤੇ, ਲੈ ਧਰਮਸ਼ਾਲਾ ਕੀਜੈ ਰਵਨੀ ਕਹਿੰਦੇ ਪਾਤਸ਼ਾਹ ਇੱਥੇ ਧਰਮਸ਼ਾਲਾ ਬਣਾ ਦਿਓ ਤੁਸੀਂ ਆਪਣੀ, ਇੱਥੇ ਸੁੰਦਰ ਜਿਹੜੀ ਚੰਗੀ ਜਿਹੜੀ ਹੈ ਧਰਮਸ਼ਾਲਾ ਦਾ ਕੰਸਟਰਕਸ਼ਨ ਕਰਕੇ ਇੱਥੇ ਬਿਲਡਿੰਗ ਖੜੀ ਕਰ ਦਈਏ ਆਪਾਂ ਧਰਮਸਾਲ ਦੀ। ਆਪਣੋ ਗ੍ਰਾਮ ਬਸਾਏ ਨਿਰਾਰਾ ਤੇ ਪਾਤਸ਼ਾਹ ਜੀ ਇਹ ਸਾਰਾ ਪਿੰਡ ਮੈਂ ਤੁਹਾਨੂੰ ਹੀ ਦਿੰਦਾ, ਇਹ ਸਾਰੀ ਧਰਤੀ ਤੁਸੀਂ ਲੈ ਲਓ ਤੇ ਇੱਥੇ ਆਪਣਾ ਪਿੰਡ ਵਸਾਓ, ਤੁਸੀਂ ਆਪਣਾ ਇੱਕ ਨਗਰ ਵਸਾ ਲਓ ਇੱਥੇ। ਸਿੱਖ ਸੰਤਨ ਕੋ ਦੇਹੋ ਆਹਾਰਾ ਤੇ ਸਿੱਖਾਂ ਸੰਤਾਂ ਦੀ ਇੱਥੇ ਜਿਹੜਾ ਹੈ ਉਹਨਾਂ ਨੂੰ ਭੋਜਨ ਛਕਾਓ ਤੇ ਉਹਨਾਂ ਨੂੰ ਲੰਗਰ ਤੋਰੋ, ਜਿਹਦੇ ਕਰਕੇ ਭੁੱਖੇ ਨੂੰ ਆਹਾਰ ਮਿਲੇ, ਨੰਗੇ ਨੂੰ ਕੱਪੜਾ ਮਿਲੇ, ਰਹਿਣ ਵਾਸਤੇ ਜਿਹੜੀ ਹਾਂ ਛੱਤ ਮਿਲੇ। ਆਪਨ ਨਾਮ ਪਰ ਨਾਮ ਧਰੀਜੈ ਦੇਖਿਆ ਇਹ ਜਿਹੜੀ ਜ਼ਮੀਨ ਦਾ ਨਾਂ ਜਿਹੜਾ ਹੋਗਾ, ਇਹ ਪਿੰਡ ਦਾ ਨਾਂ, ਨਗਰ ਦਾ ਨਾਮ ਜਿਹੜਾ ਹੈ ਤੁਹਾਡੇ ਨਾਂ ਤੇ ਹੋਵੇਗਾ। ਜਿਸ ਤਰ੍ਹਾਂ ਕੋਈ ਵੀ ਨਾਂ ਤੁਸੀਂ ਧਰਨਾ ਚਾਹੁੰਦੇ ਹੋ ਤੁਸੀਂ ਰੱਖ ਲਓ। ਭੇਟ ਲੇਹੋ ਕਿਰਤਾਰਥ ਕੀਜੈ ਮਹਾਰਾਜ ਮੈਨੂੰ ਨਿਹਾਲ ਕਰ ਦਿਓ, ਮੇਰੀ ਇਹ ਭੇਟਾਂ ਨੂੰ ਕਬੂਲ ਕਰੋ। ਪਾਤਸ਼ਾਹ ਜੀ ਕਿਰਪਾ ਕਰ ਦਿਓ ਤੁਸੀਂ। ਗੁਰ ਕਹੈ ਜੇ ਤਵ ਅਸਮਨ ਮਾਹੀ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜਾ ਹਨ ਕਰੋੜਿਆ ਖੱਤਰੀ ਨੂੰ ਕਿਹਾ, ਜੇ ਤੇਰੇ ਮਨ ਵਿੱਚ ਐਸੀ ਚਾਹਨਾ ਹੈ ਕਰਹੋ ਸੇਵ ਵਰਜਤ ਕੋ ਨਾਹੀ ਇਹ ਸੇਵਾ ਫੇ ਕਰ ਲਾ, ਤੈਨੂੰ ਹਟਾਉਂਦਾ ਕਿਉਂ ਕੌਣ ਹੈ? ਕਰ ਫੇਰ ਸੇਵਾ ਜਿੰਨੀ ਤੂੰ ਕਰਨੀ ਹੈ, ਇਹ ਸੇਵਾ ਫੇ ਤੁਹਾਨੂੰ ਦਿੱਤੀ। ਮਹਾਰਾਜ ਨੇ ਕਰੋੜਿਆ ਜਿਹੜਾ ਖੱਤਰੀ ਨੂੰ ਇਹ ਸੇਵਾ ਬਖਸ਼ ਦਿੱਤੀ। ਸਤ ਸੰਗਤ ਕੋ ਹੋਇ ਬਿਸਰਾਮਾ ਕਹਿਣਗੇ ਇਹ ਥਾਂ ਦੇ ਉੱਤੇ ਸਤ ਸੰਗਤ ਦਾ ਵਿਸਰਾਮ ਹੋਵੇਗਾ, ਸਤ ਸੰਗਤ ਇੱਥੇ ਆ ਕੇ ਜੁੜਿਆ ਕਰੇਗੀ, ਮਿਲ ਕਰ ਸਿਮਰਹਿੰਗੇ ਹਰ ਨਾਮਾ ਤੇ ਇੱਥੇ ਮਿਲ ਕਰਕੇ ਸੰਗਤ ਪਰਮੇਸ਼ਰ ਦਾ ਨਾਮ ਜਪਿਆ ਕਰੇਗੀ। ਤਬ ਖਤਰੀ ਨਿਜ ਮਨੁਜ ਪਠਾਏ ਉਸ ਵੇਲੇ ਖੱਤਰੀ ਨੇ ਆਪਣੇ ਬੰਦੇ ਉਸੇ ਵੇਲੇ ਜਿਹੜੇ ਭੇਜ ਦਿੱਤੇ, ਘਰ ਕੇ ਕਰਨ ਹਾਰ ਬੁਲਵਾਏ ਉਹਨਾਂ ਨੇ ਜਾ ਕੇ ਕੰਟਰੈਕਟਰਸ ਨੂੰ ਸੱਦ ਲਿਆ, ਘਰ ਬਣਾਉਣ ਵਾਲੀ ਨੂੰ, ਬਿਲਡਰਸ ਨੂੰ ਉੱਥੇ ਜਾ ਕੇ ਸੱਦ ਲਿਆ ਜੀ। ਠਾ ਤੂਰਨ ਕੀਨ ਤਿਆਰੀ ਉਸੇ ਵੇਲੇ ਜਿਹੜਾ ਹਨ ਧਰਮਸਾਲ ਬਣਾਉਣ ਦੀ ਤਿਆਰੀ ਕਰ ਦਿੱਤੀ। ਆਨ ਬਸਾਏ ਬਹੁ ਨਰ ਨਾਰੀ ਤੇ ਉੱਥੇ ਲਿਆ ਕੇ ਲੋਕਾਂ ਦੇ ਘਰ ਵੀ ਬਣਵਾ ਦਿੱਤੇ, ਲੋਕਾਂ ਨੂੰ ਲਿਆ ਕੇ ਵਸਾਉਣਾ ਕੀਤਾ, ਲੋਕਾਂ ਦੇ ਜਿਹੜਾ ਹਨ ਉਹਨਾਂ ਨੂੰ ਜ਼ਮੀਨ ਦਿੱਤੀ, ਘਰ ਬਣਾ ਕੇ ਦਿੱਤੇ ਵੀ ਤੁਸੀਂ ਇੱਥੇ ਆ ਕੇ ਰਹੋ। ਸੋ ਸਾਰਾ ਇੱਕ ਨਵਾਂ ਨਗਰ ਵਸ ਗਿਆ ਜੀ ਉੱਥੇ। ਸ੍ਰੀ ਕਰਤਾਰਪੁਰਾ ਧਰ ਨਾਮੋ ਇਹੀ ਧਰਤੀ ਦਾ ਨਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਰਤਾਰਪੁਰ ਰੱਖਿਆ, ਵੀ ਉਹ ਕਰਤੇ ਦਾ ਪੁਰ ਹੈ, ਉਹ ਪਰਮੇਸ਼ਰ ਦੀ ਇਹ ਨਗਰੀ ਹੈ। ਮਹਾਰਾਜ ਨੇ ਕਰਤਾਰਪੁਰ ਨਾਮ ਰੱਖਿਆ। ਧਰਮਸਾਲ ਇੱਕ ਰਚ ਅਬਿਰਾਮੂ ਤੇ ਉੱਥੇ ਇੱਕ ਧਰਮਸਾਲ ਬਣਾਈ ਬੜੀ ਸੁੰਦਰ, ਜਿਹੜਾ ਹਨ ਇਹ ਸਥਾਨ ਅੱਜ ਪਾਕਿਸਤਾਨ ਦੇ ਵਿੱਚ ਹੈ, ਜਿਹੜਾ ਬਾਰਡਰ ਤੇ ਹੈ। ਸੋ ਇਸ ਪ੍ਰਕਾਰ ਕਰਕੇ ਸਤਿਗੁਰਾਂ ਨੇ ਕਰਤਾਰਪੁਰ ਨੂੰ ਵਸਾਇਆ ਤੇ ਸੁੰਦਰ ਧਰਮਸਾਲ ਬਣਵਾਈ। ਕਰ ਬੇਨਤੀ ਸਤਿਗੁਰੂ ਅਗਾਰੀ ਸਤਿਗੁਰਾਂ ਦੇ ਅੱਗੇ ਬੇਨਤੀ ਕੀਤੀ ਇਸ ਜਿਹੜਾ ਖੱਤਰੀ ਨੇ, ਲੈ ਕਰ ਗਮਨਿਓ ਤਾਹੇ ਮਝਾਰੀ ਤੇ ਉੱਥੇ ਜਿਹੜਾ ਹਨ ਲੈ ਕਰਕੇ ਸਤਿਗੁਰਾਂ ਨੂੰ ਲਿਜਾਣਾ ਕੀਤਾ ਤੇ ਜਿੱਥੇ ਜਿਹੜਾ ਹਨ ਧਰਮਸਾਲ ਬਣਾ ਲਈ ਸੀ, ਕੰਪਲੀਟ ਹੋ ਗਈ, ਉੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪ ਲੈ ਕੇ ਗਿਆ। ਬਹੁਤ ਸੁੰਦਰ ਪਰਿਅੰਕ ਦਸਾਇਓ ਉੱਥੇ ਧਰਮਸਾਲ ਵਿੱਚ ਇੱਕ ਸੁੰਦਰ ਪਰਿਅੰਕ, ਇੱਕ ਸੁੰਦਰ ਜਿਹੜਾ ਮੰਜੀ ਜਿਹੜੀ ਤਿਆਰ ਕੀਤੀ, ਉੱਪਰ ਰੁਚਿਰ ਬਿਛੌਨਾ ਛਾਇਓ ਉਹਦੇ ਉੱਤੇ ਬੜੇ ਸੋਹਣੇ ਜਿਹੜੇ ਹਨ ਕੱਪੜੇ ਵਿਛਾਉਣਾ ਕੀਤੇ। ਕਹਾ ਬਿਠਾਏ ਭਾਉ ਕਰ ਭਾਰੀ ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਨੂੰ ਉੱਥੇ ਬਿਠਾਇਆ ਮੰਜੀ ਤੇ, ਦੀਪ ਜਗਾਏ ਆਰਤੀ ਉਤਾਰੀ ਤੇ ਉੱਥੇ ਸਾਰੇ ਦੀਵੇ ਜਗਾ ਕੇ ਸਤਿਗੁਰਾਂ ਦੀ ਆਰਤੀ ਉਤਾਰੀ, ਉੱਥੇ ਬਿਠਾ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ। ਜੈ ਜੈ ਗੁਰ ਭਗਤਨ ਸੁਖਕਾਰੀ ਜੈ ਜੈ ਗੁਰ, ਜੈ ਜੈ ਵੀ ਸਤਿਗੁਰੂ ਜੀ ਤੁਹਾਡੀ ਜਿੱਤ ਹੋਵੇ, ਹਰ ਪਾਸੇ ਜਿੱਤ ਹੋਵੇ, ਭਗਤਾਂ ਦੇ ਸੁੱਖਾਂ ਨੂੰ ਦੇਣ ਵਾਲੇ ਹੋ ਤੁਸੀਂ। ਅਸੁਰ ਸੰਘਾਰਨ ਭੇਦ ਉਬਾਰੀ ਮਹਾਰਾਜ ਤੁਸੀਂ ਅਸੁਰ ਜਿਹੜੇ ਦੈਂਤਾਂ ਨੂੰ ਮਾਰਨ ਵਾਲੇ ਹੋ, ਵੇਦਾਂ ਨੂੰ ਉਧਾਰਨ ਵਾਲੇ ਹੋ।
ਪਾਤਸ਼ਾਹ ਜੀ ਤੁਸੀਂ ਐਸੇ ਹੋ ਜਿਵੇਂ ਬੜਾ ਅਵਤਾਰ ਪਹਿਲਾਂ ਹੋਇਆ ਹੈ। ਕਹਿੰਦੇ ਤੁਸੀਂ ਉਹੀ ਰੂਪ ਹੋ ਪਾਤਸ਼ਾਹ ਜੀ, ਜਦੋਂ ਵੀ ਦੁਨੀਆ ਨੂੰ ਬਚਾਇਆ ਹੈ ਤੁਸੀਂ ਬਚਾਇਆ ਹੈ। ਰਾਵਣ ਮਰਦਨ ਕੰਸ ਸੋ ਛੇਦਨ, ਰਾਮ ਚੰਦਰ ਦੇ ਸਰੂਪ ਹੋ ਕੇ ਤੁਸੀਂ ਰਾਵਣ ਨੂੰ ਮਾਰਿਆ, ਤੇ ਜਿਹੜਾ ਹੈ ਫੇਰ ਦੁਆਪਰ ਦੇ ਵਿੱਚ ਕ੍ਰਿਸ਼ਨ ਹੋ ਕੇ ਤੁਸੀਂ ਕੰਸ ਨੂੰ ਮਾਰਿਆ। ਤੂੰ ਨਰ ਸਿੰਘ ਬਾਲੀ ਔਰ ਭੇਦਨ, ਜਦੋਂ ਜਿਹੜਾ ਹੈ ਸਮਾਂ ਆਇਆ ਤੇ ਜਿਸ ਵੇਲੇ ਪ੍ਰਹਿਲਾਦ ਭਗਤ ਨੂੰ ਬਚਾਉਣਾ ਸੀ ਤੁਸੀਂ ਨਰਸਿੰਘ ਰੂਪ ਹੋ ਕੇ ਪ੍ਰਗਟ ਹੋਏ, ਤੇ ਫਿਰ ਜਿਹੜਾ ਬਾਲੀ ਜਿਹੜਾ ਜ਼ੁਲਮ ਕਰ ਰਿਹਾ ਸੀ ਤੇ ਸੁਗਰੀਵ ਨੂੰ ਬਚਾਉਣ ਵਾਸਤੇ ਤੁਸੀਂ ਬਾਲੀ ਦੇ ਉੱਤੇ ਵੀ ਜਿਹੜਾ ਹੈ ਇਹ ਜਿਹੜਾ ਹੈ ਬਰਛਾ ਮਾਰ ਕੇ ਜਾਂ ਉਹ ਜਿਹੜਾ ਤੀਰ ਮਾਰ ਕੇ ਤੁਸੀਂ ਭੇਦਨ ਕੀਤਾ, ਮਾਰਨਾ ਕੀਤਾ। ਮੈਂ ਖਲ ਬਹੁਤ ਖਤਾ ਤੁਮ ਕੀਨੀ, ਮਹਾਰਾਜ ਮੈਂ ਮੂਰਖ ਸੀਗਾ, ਮੈਂ ਬਹੁਤ ਤੁਹਾਡੀ ਜਿਹੜੀ ਹੈ ਮੂਰਖਪਣੇ ਵਿੱਚ ਆ ਕੇ ਮੈਂ ਬਹੁਤ ਹੀ ਪਾਪ ਕੀਤਾ, ਮੈਂ ਤੁਹਾਡੀ ਨਿੰਦਿਆ ਕੀਤੀ। ਤਰਾਹੇ ਤਰਾਹੇ ਬਖਸ਼ੋ ਵਰ ਦੀਨੀ, ਇਸ ਕਰਕੇ ਰੱਖਿਆ ਕਰੋ ਮੈਨੂੰ ਵਰ ਦਿਓ ਸਤਿਗੁਰੂ ਜੀ। ਅਗਤਮ ਹਰਨ ਭਾਨ ਗੁਰ ਜਨ ਲਖ, ਦੇਖੋ ਕਿੰਨਾ ਸੋਹਣਾ ਇੱਥੇ ਲਿਖਿਆ ਹੈ ਕਿ ਇਹ ਕਰੋੜਿਆ ਖੱਤਰੀ ਜਿਹੜਾ ਹੈ ਸਤਿਗੁਰਾਂ ਜੀ ਦੀ ਉਸਤਤ ਕਰਦਾ ਹੈ। ਕਹਿੰਦੇ ਜਿਹੜਾ ਪਾਪਾਂ ਰੂਪੀ ਹਨੇਰਾ ਹੈ ਨਾ, ਅੱਗ ਤਮ, ਜਿਹੜਾ ਅੱਗ ਪਾਪ ਹਨ, ਤਮ ਮੀਨਸ ਹਨੇਰਾ, ਹਰਨ ਭਾਨ ਉਹਨੂੰ ਦੂਰ ਕਰਨ ਵਾਲਾ ਸੂਰਜ ਹੈ। ਸੋ ਇਸੇ ਪ੍ਰਕਾਰ ਕਰਕੇ ਪਾਪਾਂ ਦਾ ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲੇ ਤੁਸੀਂ ਸੂਰਜ ਰੂਪ ਹੋ, ਗਿਆਨ ਸਰੂਪ ਹੋ। ਗੁਰ ਜਨ ਲਖ, ਮੈਂ ਤਾਂ ਸਤਿਗੁਰੂ ਤੁਹਾਨੂੰ ਐਸਾ ਜਾਣਿਆ ਹੈ ਤੇ ਤੁਹਾਡੇ ਭਗਤ ਵੀ ਤੁਹਾਨੂੰ ਐਸਾ ਹੀ ਜਾਣਦੇ ਹਨ। ਨਾਮ ਸਲਲ ਤਿਨ ਕਹਿ ਕਰ ਮਨ ਝੱਖ, ਪਾਤਸ਼ਾਹ ਜੀ ਤੁਸੀਂ ਨਾਮ ਰੂਪ ਜਲ ਹੋ, ਕਹਿੰਦੇ ਤਿੰਨ ਕਹਿ ਕਰ ਮਨ ਝੱਖ, ਕਹਿੰਦੇ ਕਿ ਉਹ ਜਿਹੜਾ ਹੈ ਜਿਹਨੇ ਐਸਾ ਜਿਹੜਾ ਹੈ ਮੈਂ ਆਪਣਾ ਮਨ ਮੱਛੀ ਦੀ ਤਰ੍ਹਾਂ ਬਣਾ ਲਵਾਂ। ਇਹ ਨਾਮ ਪਰਮੇਸ਼ਰ ਦਾ ਇਹ ਪਾਣੀ ਰੂਪ ਜਿਹੜਾ ਤੁਸੀਂ ਬਖਸ਼ਿਆ ਹੈ ਇਹਦੇ ਵਿੱਚ ਹੀ ਮੇਰਾ ਜੀਵਨ ਹੈ। ਜਿਹੜਾ ਅਸਲ ਜੀਵਨ ਨੂੰ ਮੈਂ ਅੱਜ ਸਮਝ ਲਿਆ ਹੈ। ਮੈਂ ਤਾਂ ਇਹ ਸਵਾਸਾਂ ਨੂੰ ਹੀ ਆਪਣਾ ਜੀਵਨ ਸਮਝਦਾ ਸੀ, ਪਰ ਐਸਾ ਨਹੀਂ ਸੀ। ਅਸਲ ਜੀਵਨ ਤਾਂ ਉਹ ਹੈ ਜਿਵੇਂ ਕਿ ਹੁਣ ਗੱਡੀ ਦਾ ਇੰਜਨ ਚੱਲਦਾ ਹੈ, ਉਸੇ ਤਰ੍ਹਾਂ ਹੀ ਆਪਣਾ ਜਿਹੜਾ ਹੈ ਸਰੀਰ ਚੱਲਦਾ ਹੈ। ਪਰ ਗੱਡੀ ਕਿੱਥੋਂ ਸ਼ੁਰੂ ਹੋਈ ਤੇ ਕਿੱਥੇ ਜਾਂਦੀ ਹੈ, ਦੈਟ ਮੀਨਸ ਅ ਲੋਟ। ਕੋਈ ਵੀ ਨਹੀਂ ਪੁੱਛਦਾ ਜਦੋਂ ਆਪਾਂ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਜਾਂਦੇ ਹਾਂ ਵੀ ਹਾਂ ਤੁਹਾਡਾ ਇੰਜਨ ਚੱਲਦਾ ਸੀ, ਕਿਸੇ ਨੇ ਵੀ ਨਹੀਂ ਪੁੱਛਣਾ, ਕਿਉਂਕਿ ਇਹ ਜਿਹੜਾ ਹਨ ਇੰਜਨ ਨੇ ਤਾਂ ਚੱਲਣਾ ਹੀ ਹੈ, ਉਹ ਗੱਡੀ ਦਾ ਕੰਮ ਹੀ ਹੈ ਜਿਹੜਾ ਹਨ ਉਹਨੂੰ ਪਹੁੰਚਾਉਣਾ। ਪਰ ਹੁਣ ਗੱਲ ਤਾਂ ਇਹ ਹੈ ਗੱਡੀ ਚੱਲਦੀ ਦੇ ਵਿੱਚ, ਇੰਜਨ ਚੱਲਦੇ ਦੇ ਵਿੱਚ, ਟਾਇਰ ਚੱਲਦਿਆਂ ਦੇ ਵਿੱਚ ਆਪਾਂ ਪਹੁੰਚੇ ਕਿੱਥੇ ਹਾਂ, ਸਵਾਲ ਤਾਂ ਇਹ ਹੈ ਨਾ। ਇਸ ਕਰਕੇ ਇੱਥੇ ਜਿਹੜਾ ਹੈ ਇਹ ਗੱਲ ਆਪਾਂ ਨੂੰ ਸਮਝਾਈ ਹੈ, ਨਾਮ ਸਲਲ ਤਿਨ ਕਹਿ ਮਨ ਚੱਕ। ਮੈਂ ਮੱਛੀ ਬਣ ਕੇ ਤੁਹਾਡਾ ਜਸ ਮੈਂ ਗਾ ਰਿਹਾ ਹਾਂ, ਕਿਉਂਕਿ ਇਹ ਜੀਵਨ ਸਿਰਫ ਸਵਾਸ ਨਹੀਂ, ਜੀਵਨ ਤਾਂ ਉਹ ਹੈ ਜਿਹਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਕੀਤੀ ਜਾਵੇ। ਜਿੱਥੋਂ ਆਪਾਂ ਆਪਣੇ ਪ੍ਰਾਲਬੱਧ ਕਰਮ ਲੈ ਕੇ ਆਏ, ਪੂੰਜੀ ਲੈ ਕੇ ਆਏ, ਤੇ ਆਪਾਂ ਉਹ ਪੂੰਜੀ ਨੂੰ ਵਰਤ ਕੇ ਪਰਮਾਤਮਾ ਤੱਕ ਪਹੁੰਚੇ, ਦੈਟ ਇਜ਼ ਜੀਵਨ। ਉਹਨੂੰ ਜੀਵਨ ਕਹਿੰਦੇ ਹਾਂ। ਜਗ ਗੁਰ ਬਚਨ ਸੁਨੇ ਜਬ ਐਸੇ, ਜਦੋਂ ਜਗਤ ਗੁਰੂ ਨੇ ਐਸੇ ਉਹਦੀਆਂ ਜਨਾਂ ਬੇਨਤੀ ਵਾਲੇ ਸ਼ਬਦ ਸੁਣੇ, ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਗਏ ਕਪਾਟ ਖੂਲ ਦਰ ਜੈਸੇ, ਦੇਖੋ ਉਹਦੇ ਕਪਾਟ ਖੋਲ ਦਿੱਤੇ ਸਤਿਗੁਰਾਂ ਨੇ, ਉਹਨੂੰ ਗਿਆਨ ਕਰਾ ਦਿੱਤਾ। ਹੁਣ ਇਸ ਜਿਹੜਾ ਹਨ ਖੱਤਰੀ ਨੂੰ ਜਿਹੜਾ ਨਿੰਦਿਆ ਕਰਦਾ ਸੀ, ਭਗਤ ਦਾਨ ਕਹਿ ਦੇ ਗੁਰ ਦੀਨੀ, ਦੇਖੋ ਭਗਤ ਦਾ ਦਾਨ ਸਤਿਗੁਰਾਂ ਨੇ ਉਹਨੂੰ ਦੇ ਦਿੱਤਾ। ਉਹਨੂੰ ਦੇ ਕਰਕੇ ਸਤਿਗੁਰਾਂ ਨੇ ਉਹਦੀ ਵਡਿਆਈ ਜਿਹੜੀ ਹੋਰ ਵਧਾ ਦਿੱਤੀ, ਮਹਾਰਾਜ ਨੂੰ ਭਗਤੀ ਬਖਸ਼ ਦਿੱਤੀ। ਲੈ ਵਰ ਉਮਗ ਸੇਵ ਬਹੁ ਕੀਨੀ, ਇਹ ਵਰ ਲੈ ਕੇ ਉਮਗ ਕੇ ਬੜੀ ਖੁਸ਼ ਹੋ ਕੇ ਬੜੇ ਆਨੰਦ ਦੇ ਵਿੱਚ ਇਹ ਕਰੋੜਿਆ ਖੱਤਰੀ ਜਿਹੜਾ ਸੀਗਾ ਬਹੁਤ ਆਨੰਦ ਵਿੱਚ ਆਇਆ, ਸਤਿਗੁਰਾਂ ਦਾ ਸਿੱਖ ਸੱਜ ਗਿਆ। ਇਸ ਪ੍ਰਕਾਰ ਕੀ ਸੇਵਾ ਕਰਕੇ, ਇਸ ਪ੍ਰਕਾਰ ਦੀ ਇਹ ਜਿਹੜਾ ਹਨ ਕਰੋੜਿਆ ਖੱਤਰੀ ਨੇ ਸੇਵਾ ਕੀਤੀ। ਰਹਿਓ ਕਿਤਕ ਦਿਨ ਪ੍ਰੇਮ ਸੋ ਧਰ ਕੇ, ਕੁਝ ਕੁ ਦਿਨ ਸਤਿਗੁਰਾਂ ਦੇ ਨਾਲ ਪ੍ਰੇਮ ਕਰਕੇ ਰਿਹਾ ਤੇ ਸੇਵਾ ਕੀਤੀ। ਫੁੱਲ ਟਾਈਮ ਬੈਠਾ ਰਿਹਾ ਉੱਥੇ, ਸੇਵਾ ਕਰਦਾ, ਪਾਣੀ ਢੋਂਦਾ ਸੰਗਤਾਂ ਦਾ। ਲੈ ਰਜਾਏ ਪੁਨ ਗਇਓ ਲਾਹੌਰਾ, ਫੇਰ ਰਜਾ ਲੈ ਕੇ ਸਤਿਗੁਰਾਂ ਦੀ ਆਗਿਆ ਲੈ ਕੇ ਕਰੋੜਿਆ ਖੱਤਰੀ ਲਾਹੌਰ ਨੂੰ ਚਲਿਆ ਗਿਆ। ਪਸਰਿਓ ਜਸ ਬਿਸਾਲ ਚਹੋਰਾ, ਦੇ ਪਸਰਿਓ ਜਸ, ਸਾਰੇ ਪਾਸੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਸ ਫੈਲ ਰਿਹਾ ਹੈ। ਜਹ ਜਹ ਸੁਨਹਿ ਸਿੱਖ ਸਭ ਆਵਹਿ, ਜਿੱਥੇ ਜਿੱਥੇ ਵੀ ਕੋਈ ਸੁਣਦਾ ਹੈ ਲੋਕ ਆ ਕੇ ਸਿੱਖੀ ਨੂੰ ਧਾਰਨ ਕਰਦੇ ਹਨ, ਸਿੱਖ ਬਣਦੇ ਹਨ ਗੁਰੂ ਸਾਹਿਬ ਦੇ। ਰਹੇ ਨਿਕਟ ਸੇਵ ਹੈ ਸੁਖ ਪਾਲ ਤੇ ਹੈ, ਸਤਿਗੁਰਾਂ ਦੇ ਨੇੜੇ ਰਹਿ ਕੇ ਸਤਿਗੁਰਾਂ ਦੀ ਸੇਵਾ ਕਰਦੇ ਹਨ ਕਰਤਾਰਪੁਰ ਵਿੱਚ। ਬਹੁਲ ਸੁਲਖਣੀ ਸਭ ਸੁਖ ਸਾਨੀ, ਉਸ ਵੇਲੇ ਸੁੱਖਾਂ ਦੇ ਨਾਲ ਮਾਤਾ ਸੁਲੱਖਣੀ ਜੀ ਵੀ ਆਇਸ ਪਤ ਕੀ ਪਾਏ ਸਿਆਨੀ, ਤੇ ਆਇਸ ਆਪਣੇ ਪਤੀ ਦੀ ਆਗਿਆ ਨੂੰ ਪਾ ਕਰਕੇ ਜੋ ਸਿਆਣੇ ਸਨ ਮਾਤਾ ਸੁਲੱਖਣੀ ਜੀ, ਦੋਨੋਂ ਸੁਤ ਲੈ ਕਰ ਜਿਨ ਸਾਥਾ, ਆਪਣੇ ਦੋਨੋਂ ਪੁੱਤਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਨੂੰ ਨਾਲ ਲੈ ਕੇ ਆਈ ਚੱਲ ਸਮੀਪ ਜਗਨਾਥਾ, ਜਗਤ ਦੇ ਨਾਥ ਗੁਰੂ ਨਾਨਕ ਸਾਹਿਬ ਦੇ ਕੋਲ ਆ ਗਏ ਹਨ। ਸੁੰਦਰ ਸਦਨ ਤਹਾਂ ਬਣਵਾਏ, ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਰਤਾਰਪੁਰ ਵਿੱਚ ਸੁੰਦਰ ਘਰ ਬਣਵਾਏ।
ਸੁੰਦਰ ਘਰ ਜਿਹੜੇ ਬਣਵਾ ਕਰਕੇ ਸੁੰਦਰ ਮਹਿਲ ਬਣਵਾਏ ਰਹਿਣ ਵਾਸਤੇ। ਰਹਿਣ ਲਗੇ ਸੁਖ ਭੇ ਮਨ ਭਾਏ। ਜਿਹੜੇ ਘਰਾਂ ਦੇ ਵਿੱਚ ਸੁੱਖਾਂ ਦੇ ਨਾਲ ਰਹਿਣ ਲੱਗੇ ਮਾਤਾ ਸੁਲੱਖਣੀ ਜੀ, ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ। ਬਣੀ ਬਹੁਤ ਨੀਕੀ ਧਰਮਸ਼ਾਲਾ। ਬਹੁਤ ਸੁੰਦਰ ਧਰਮਸ਼ਾਲਾ ਉੱਥੇ ਬਣਾਈ। ਬੈਠ ਹੈ ਤਿਹ ਕੇ ਬੀਚ ਕਿਰਪਾਲਾ। ਸਤਿਗੁਰੂ ਜੀ ਕਿਰਪਾ ਦੇ ਘਰ ਗੁਰੂ ਨਾਨਕ ਸਾਹਿਬ ਜੀ ਸਾਂਝ ਸਵੇਰੇ ਹਰ ਵੇਲੇ ਸੰਗਤਾਂ ਨੂੰ ਦਰਸ਼ਨ ਦਿੰਦੇ ਹਨ ਉੱਥੇ ਬੈਠ ਕਰਕੇ। ਇਸ ਬਾਸਰ ਹੋਇਆ ਕੀਰਤਨ ਭਾਰੀ। ਦੇਖੋ ਰਾਤ ਦਿਨ ਉੱਥੇ ਸੁੰਦਰ ਕੀਰਤਨ ਹੁੰਦਾ ਹੈ। ਪੜ ਹੈ ਸ਼ਬਦ ਪੁਨ ਕਰ ਹੈ ਵਿਚਾਰੀ। ਪਰ ਜਿੱਥੇ ਹੈ ਦੇਖੋ ਦੋ ਐਕਟੀਵਿਟੀਆਂ ਉੱਥੇ ਹੁੰਦੀਆਂ ਹਨ, ਸ਼ਬਦ ਪੜ੍ਹੇ ਜਾਂਦੇ ਹਨ ਤੇ ਸ਼ਬਦਾਂ ਦੀ ਵਿਚਾਰ ਹੁੰਦੀ ਹੈ। ਉੱਥੇ ਸ਼ਬਦਾਂ ਦੀ ਵਿਚਾਰ ਵੀ ਗੁਰੂ ਸਾਹਿਬ ਜੀ ਕਰਕੇ ਸੰਗਤਾਂ ਨੂੰ ਸਮਝਾਉਂਦੇ ਹਨ। ਉਹ ਵਹ ਬਹੁਤ ਅੰਨ ਕ੍ਰਿਸਕਾਰੀ। ਤੇ ਜਿਹੜਾ ਦੂਸਰਾ ਸਮਾਂ ਹੈ ਬਾਕੀ ਦਾ ਸਮਾਂ ਉੱਥੇ ਖੇਤੀਬਾੜੀ ਦਾ ਕੰਮ ਕਰਦੇ ਹਨ। ਸੰਗਤਾਂ ਨੂੰ ਵੀ ਖੇਤੀਬਾੜੀ ਵਿੱਚ ਲਾਇਆ ਹੋਇਆ ਹੈ। ਪਾਕੇ ਤੇ ਜਬ ਹੋਏ ਤਿਆਰੀ। ਜਦੋਂ ਉਹ ਖੇਤੀ ਪੱਕ ਜਾਂਦੀ ਹੈ, ਜਦੋਂ ਜਿਹੜੀ ਹੈ ਨਾ ਪੂਰੀ ਹੋ ਜਾਂਦੀ ਹੈ, ਅੰਨ ਹੈ ਸਤਿਗੁਰ ਕੇਰ ਅਗਾਰੀ। ਫਿਰ ਉਹ ਸਾਰੀ ਖੇਤੀ ਨੂੰ ਵੱਢ ਕੇ ਲਿਆ ਕੇ ਸਤਿਗੁਰਾਂ ਦੇ ਚਰਨਾਂ ਤੇ ਰੱਖਦੇ ਹਨ। ਦੇਗ ਚਲਾਵ ਹੈ ਤੇ ਠਾ ਭਾਰੀ। ਉਹੀ ਕਣਕ ਤੋਂ ਉਹੀ ਅੰਨ ਤੋਂ ਫਿਰ ਦੇਗ ਬਣਦੀ ਹੈ ਤੇ ਲੰਗਰਾਂ ਵਾਸਤੇ ਜਿਹੜਾ ਹੈ ਜਿੰਨੀ ਵੀ ਰਸਤਾਂ ਦੀ ਲੋੜ ਹੈ ਉਹ ਪੂਰੀ ਹੁੰਦੀ ਹੈ। ਭੁੱਖਾ ਰਹਿਣ ਨਾ ਪਾਵੇ ਕੋਈ। ਹੁਣ ਦੇਖੋ ਉਹ ਐਸੀ ਮਹਾਰਾਜ ਦੀ ਜਿਹੜੀ ਹੈ ਬਰਕਤ ਹੋਈ ਕਿ ਉੱਥੇ ਕੋਈ ਭੁੱਖਾ ਨਹੀਂ ਰਿਹਾ। ਹੁਣ ਸਾਰਿਆਂ ਨੂੰ ਭੋਜਨ ਇਕਸਾਰ ਮਿਲਦਾ ਹੈ ਲੰਗਰਾਂ ਵਿੱਚੋਂ। ਸਰਬ ਕਾਲ ਮਹਿ ਭੋਜਨ ਹੋਏ। ਦੇਖੋ ਉੱਥੇ ਜਿਹੜਾ ਹੈ ਕੋਈ ਸਮਾਂ ਨਹੀਂ ਸੀ ਵੀ ਹੁਣ ਜਿਹੜਾ ਹੁਣ ਰੋਟੀ ਮਿਲੇਗੀ, ਫਿਰ 2 ਵਜੇ ਮਿਲੇਗੀ, 12 ਵਜੇ ਮਿਲੇਗੀ, ਉਹ ਟਾਈਮ ਨਹੀਂ ਸੀਗਾ। ਹਰ ਵੇਲੇ 24 ਆਵਰਸ ਵਾਸਤੇ ਉੱਥੇ ਲੰਗਰ ਚੱਲਦਾ ਹੀ ਚੱਲਦਾ ਸੀ। ਇਕੱਠੇ ਭਏ ਲੋਕ ਬਹੁ ਆਏ। ਬਹੁਤ ਇਕੱਠੇ ਹੋ ਕੇ ਲੋਕ ਉੱਥੇ ਆਉਣ ਲੱਗ ਪਏ। ਕਈ ਸੇਵਾ ਕਰਦੇ ਹਨ, ਕਈ ਸੰਗਤ ਕਰਦੇ ਹਨ, ਕਈ ਜਿਹੜੇ ਹਨ ਮੇਰੇ ਵਰਗੇ ਖਾਣ ਵਾਲੇ ਵੀ ਸੀ। ਦਰਸ਼ਨ ਕਰ ਹੈ ਜਨਮ ਫਲ ਪਾਏ। ਤੇ ਦਰਸ਼ਨ ਕਰਕੇ ਸਤਿਗੁਰਾਂ ਦਾ ਆਪਣਾ ਜਨਮ ਸਫਲ ਕਰ ਰਹੇ ਹਨ। ਤੋ ਕਰਮ ਕਾਂਡੀ ਇੱਕ ਦਿਜਬਰ। ਉਸ ਵੇਲੇ ਇੱਕ ਕਰਮਕਾਂਡੀ ਜਿਹੜਾ ਸੀਗਾ ਬ੍ਰਾਹਮਣ ਜਿਹੜਾ ਸੀ ਉਹ ਆਇਆ। ਸਤਿਗੁਰ ਟਿਗ ਆਇਓ ਤਬ ਚੱਲ ਕਰ। ਇਹ ਜਿਹੜਾ ਬ੍ਰਾਹਮਣ ਪੰਡਤ ਸੀਗਾ ਨਾ ਸਤਿਗੁਰਾਂ ਦੇ ਕੋਲ ਚੱਲ ਕੇ ਆਇਆ। ਆਨ ਅਸ਼ੀਰਵਾਦ ਕੋ ਕੀਨੋ। ਉਹਨੇ ਆ ਕੇ ਸਤਿਗੁਰ ਨੂੰ ਆਸ਼ੀਰਵਾਦ ਕਿਹਾ, ਕਿਉਂਕਿ ਬ੍ਰਾਹਮਣ ਸੀਗਾ, ਬ੍ਰਾਹਮਣਾਂ ਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਣਾ ਹੁੰਦਾ ਹੈ। ਭੁੱਖ ਬਿਖੈਸੋ ਹੁਤੋ ਅਧੀਨੋ। ਪਰ ਉਹ ਅੰਦਰੋਂ ਹੀ ਅੰਦਰ ਬੜਾ ਭੁੱਖਾ ਸੀ ਵਿਚਾਰਾ। ਬਹੁਤ ਉਹਨੂੰ ਭੁੱਖ ਲੱਗੀ ਹੋਈ ਸੀ ਬ੍ਰਾਹਮਣ ਨੂੰ, ਪੰਡਤ ਨੂੰ। ਤੇ ਛਿਨ ਦੇਖ ਰਸੋਈ ਤਿਆਰੀ। ਉਹਨੇ ਜਦੋਂ ਜਾਂ ਤੇਸ਼ਨ ਦੇਖ ਜਦੋਂ ਰਸੋਈ ਵੱਲ ਦੇਖਿਆ ਵੀ ਹੁਣ ਤਾਂ ਜਿਹੜਾ ਹਨ ਲੰਗਰ ਵੀ ਤਿਆਰ ਹਨ ਤੇ ਜਿਸੋਂ ਸ੍ਰੀ ਗੁਰ ਗਿਰਾ ਉਚਾਰੀ। ਤੇ ਸਤਿਗੁਰਾਂ ਨੇ ਜਾਣ ਲਿਆ ਵੀ ਇਹ ਜਿਹੜਾ ਬ੍ਰਾਹਮਣ ਪੰਡਤ ਹੈ ਇਹ ਵਿਚਾਰਾ ਬੜਾ ਭੁੱਖਾ ਹੈ। ਉਹਨੂੰ ਭੁੱਖ ਉਹਦੀ ਦੇਖ ਕੇ ਸਤਿਗੁਰਾਂ ਨੇ ਉਹਨੂੰ ਕਿਹਾ, ਛੁਦਾ ਹੈ ਜੇ ਉਦਰ ਮਝਾਰਾ। ਕਹਿਣ ਲੱਗੇ ਜੇ ਤੈਨੂੰ ਭੁੱਖ ਹੈ ਆਪਣੇ ਢਿੱਡ ਦੇ ਵਿੱਚ, ਅਜੋ ਆਹਾਰ ਬਣਿਓ ਤਬ ਤਿਆਰ। ਕਹਿੰਦੇ ਜਿਹੜਾ ਭੋਜਨ ਲੰਗਰ ਤਿਆਰ ਹੈ ਤੂੰ ਹੁਣੇ ਜਾ ਕੇ ਛਕ ਲਾ। ਹੁਣ ਗਰਮ ਗਰਮ ਤਿਆਰ ਹੈ ਤੂੰ ਜਾ ਕੇ ਛਕ ਲਾ। ਤਿਜ ਬੋਲਿਓ ਹਾਂ ਖਾਤ ਨਾ ਐਸੇ। ਉਹ ਪੰਡਤ ਬੋਲਿਆ ਕਹਿੰਦਾ ਮੈਂ ਨਹੀਂ ਇਸ ਤਰ੍ਹਾਂ ਦਾ ਲੰਗਰ ਛਕਦਾ। ਬਿਨ ਸੰਜਮ ਭਾ ਭੋਜਨ ਜੈਸੇ। ਮੈਂ ਤਾਂ ਬੇਮਰਿਆਦਾ ਦਾ ਭੋਜਨ ਨਹੀਂ ਛਕਦਾ। ਮੈਂ ਆਪ ਸੰਜਮ ਦੇ ਨਾਲ ਮਰਿਆਦਾ ਵਿੱਚ ਭੋਜਨ ਬਣਾਉਂਦਾ ਹਾਂ ਆਪਣਾ। ਕਰਮ ਕਾਂਡ ਕੇ ਮੈਂ ਅਨੁਸਾਰ। ਮੈਂ ਤਾਂ ਕਰਮ ਕਾਂਡ ਦੇ ਅਨੁਸਾਰ ਹਾਂ। ਮੈਂ ਤਾਂ ਜਿਹੜਾ ਹਾਂ ਮੇਰੇ ਪ੍ਰੋਸੀਜਰਸ ਹਨ, ਸੀਕੁਐਂਸ ਹਨ ਜਦੋਂ ਮੈਂ ਭੋਜਨ ਤਿਆਰ ਕਰਦਾ ਹਾਂ। ਸਟ੍ਰਿਕਟ ਰੂਲਸ ਹਨ ਮੇਰੇ ਭੋਜਨ ਤਿਆਰ ਕਰਨ ਦੇ। ਅਤ ਸੁਚ ਸੋ ਨਿਤ ਕਰੋ ਆਹਾਰਾ। ਤੇ ਮੇਰਾ ਭੋਜਨ ਅਤ ਸੁਚਮਤਾ ਦੇ ਨਾਲ, ਬਹੁਤ ਜ਼ਿਆਦਾ ਸੁਚਮਤਾ ਦੇ ਨਾਲ ਬਣਦਾ। ਪਿਉਰਿਟੀ ਜਿਹੜੀ ਹੈ ਬਹੁਤ ਹੋਣੀ ਚਾਹੀਦੀ ਆ, 101% ਚਾਹੀਦੀ ਹੈ। ਧਰਨੀ ਕਾ ਖੁਨ ਕਹਿ ਇੱਕ ਹੱਥ। ਕਹਿੰਦੇ ਦੇਖੋ ਮੈਂ ਕੀ ਕਰਦਾ, ਮੈਂ ਇੱਕ ਹੱਥ ਦੇ ਨਾਲ ਧਰਤੀ ਪਹਿਲਾਂ ਉਹਨੂੰ ਡਿੱਗ ਕਰਾਂਗਾ। ਮੈਂ ਉਹ ਧਰਤੀ ਨੂੰ ਖੋਦਾਂਗਾ ਇੱਕ ਹੱਥ ਦੇ ਨਾਲ, 2 ਹੱਥਾਂ ਨਾਲ ਨਹੀਂ ਕਰਨਾ, ਇੱਕ ਹੱਥ ਦੇ ਨਾਲ। ਇੱਕ ਹੱਥ ਦੇ ਨਾਲ ਪਹਿਲਾਂ ਜਾ ਕੇ ਧਰਤੀ ਖੋਦਣੀ ਹੈ। ਚੌਂਕਾ ਦੇਵੋ ਗੋਬਰ ਸਾਥਾ। ਫਿਰ ਮੈਂ ਉਹਨੂੰ ਚੌਂਕਾ, ਉਹਨੂੰ ਚੰਗੀ ਤਰ੍ਹਾਂ ਜਿਹੜੀਆਂ ਉਹ ਮਿੱਟੀ ਨੂੰ ਧੋ ਕੇ ਜਾਂ ਹੋਰ ਸਵੱਛ ਮਿੱਟੀ ਲਿਆ ਕੇ ਉੱਤੇ ਪਾ ਕੇ ਫਿਰ ਉੱਥੇ ਜਿਹੜਾ ਹਨ ਗੋਹੇ ਦਾ ਲੇਪਨ ਕਰਨਾ, ਚੌਂਕਾ ਬਣਾਉਂਗਾ। ਆਨੋ ਆਪਣੇ ਘਰ ਸੋਂ ਬਾਰੀ। ਫਿਰ ਜਿਹੜਾ ਮੈਂ ਆਪਣੇ ਹੱਥਾਂ ਨਾਲ ਹੀ ਉੱਥੇ ਪਾਣੀ ਪਾਵਾਂਗਾ ਉਹ ਚੁੱਲ੍ਹੇ ਤੇ। ਸਭ ਸਮਦਾ ਸੋ ਲਿਓ ਪਖਾਰੀ। ਫਿਰ ਕਹਿੰਦੇ ਮੈਂ ਲੱਕੜਾਂ ਜਿਹੜੀਆਂ ਲੈ ਕੇ ਆਉਂਗਾ, ਪਹਿਲਾਂ ਮੈਂ ਲੱਕੜਾਂ ਨੂੰ ਧੋਵਾਂਗਾ, ਸਵਾਰ ਕੇ ਧੋ ਕੇ ਉਹ ਲੱਕੜਾਂ ਨੂੰ ਸੁਕਾ ਕੇ ਫਿਰ ਜਾ ਕੇ ਉਹਨਾਂ ਨੂੰ ਬਰਨ ਕਰਨਾ ਹੈ। ਇੱਥੋਂ ਤੱਕ ਉਹਨਾਂ ਦੀ ਸਵੱਛਤਾ ਹੈ। ਸਰਬ ਅੰਨ ਚੁਣ ਕਰੋ ਸਵਾਰੀ। ਫਿਰ ਉਹ ਜਿਹੜਾ ਅੰਨ ਪਕਾਉਣਾ ਹੈ ਉਹਨੂੰ ਵੀ ਮੈਂ ਚੁਣਾਂਗਾ, ਉਹਨੂੰ ਛਾਂਟਾਂਗਾ। ਉਹਨਾਂ ਨੂੰ ਜਿਹੜੇ ਹਨ ਉਹਨਾਂ ਦੇ ਵਿੱਚੋਂ ਕੀੜੇ ਮਕੌੜੇ ਜਾਂ ਹੋਰ ਕੋਈ ਚੀਜ਼ਾਂ ਚੰਗੀ ਤਰ੍ਹਾਂ ਐਨ ਸਾਫ਼ ਕਰਕੇ ਉਸਨੂੰ ਨਿਜ ਕਰ ਸੰਗ ਆਹਾਰ ਤਿਆਰੀ। ਫਿਰ ਮੈਂ ਆਪਣੇ ਹੱਥੀਂ ਤਿਆਰ ਕਰਨਾ ਜੀ। ਮੈਂ ਤਾਂ ਉਹੀ ਭੋਜਨ ਛਕਦਾ ਜਿਹੜਾ ਮੈਂ ਆਪ ਹੱਥੀਂ ਤਿਆਰ ਕਰਾਂ, ਹੋਰ ਕਿਸੇ ਦਾ ਬਣਾਇਆ ਨਹੀਂ ਮੈਂ ਛਕਦਾ। ਉਚਿਤ ਅਚਨਕੇ ਹੋਵਹਿ ਤਬ ਹੀ। ਹਾਂ ਤਾਂ ਮੇਰੇ
ਖਾਣ ਦੇ ਲਾਇਕ ਹੁੰਦਾ ਉਹ ਭੋਜਨ। ਕਰੇ ਜੇ ਬਿਦ ਬਨ ਆਵਹਿ ਸਭ ਹੀ। ਕਹਿਣਗੇ ਜੇ ਐਸੇ ਵਿਦ ਐਸੇ ਬਣ ਸਕਦੀ ਹੈ, ਜੇ ਮੈਨੂੰ ਤੁਸੀਂ ਐਸਾ ਫੈਸਿਲਿਟੇਟ ਕਰ ਸਕਦੇ ਹਾਂ ਤਾਂ ਮੈਂ ਆਪ ਭੋਜਨ ਤਿਆਰ ਕਰਕੇ ਮੈਂ ਖਾ ਲੈਂਦਾ ਹਾਂ। ਤੁਮਰੇ ਕਰੀ ਨਾ ਹਮਰੇ ਕਾਜੂ। ਕਹਿੰਦੇ ਤੁਹਾਡਾ ਕੀਤਾ ਹੋਇਆ ਭੋਜਨ, ਬਣਾਇਆ ਹੋਇਆ ਭੋਜਨ ਮੇਰੇ ਕਿਸ ਕੰਮ ਵੀ ਨਹੀਂ ਹੈਗਾ। ਇਹ ਬ੍ਰਾਹਮਣ ਪੰਡਤ ਕਹਿੰਦਾ। ਸੁਨ ਕਰ ਭੰਨਿਓ ਗਰੀਬ ਨਿਵਾਜੂ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਦੀ ਇਹ ਗੱਲ ਸੁਣ ਕੇ ਨਾ ਮਹਾਰਾਜ ਨੇ ਜੋ ਗਰੀਬਾਂ ਦੇ ਨਿਵਾਜੂ ਹਨ ਕਹਿਣ ਲੱਗੇ, ਸੁਸਕ ਅੰਨ ਅਬ ਹੈ ਦਿਜ ਲੀਜੈ। ਕਹਿਣਗੇ ਚੰਗਾ ਫੇਰ ਪੰਡਤ ਐਂ ਕਰ ਸੁੱਕਾ ਰਾਸ਼ਨ ਲੈ ਲਾ। ਹਾਂਜੀ, ਜਿਹੜਾ ਸੁੱਕਾ ਭੋਜਨ ਹੈ, ਕਣਕ ਲੈ ਲਾ, ਹੋਰ ਦਾਲ ਤੈਨੂੰ ਦੇ ਦਿੰਦੇ ਹਾਂ, ਇਹ ਸੁੱਕਾ ਭੋਜਨ ਲੈ ਲਾ, ਤੂੰ ਆਪ ਬਣਾ ਲਾ ਫਿਰ। ਨਿਜ ਕਰ ਸੋ ਕਰ ਅਚਵਨ ਕੀਜੈ। ਹਾਂ, ਤੂੰ ਆਪਣੇ ਹੱਥੀਂ ਬਣਾ ਕੇ ਆਪਣੇ ਹੱਥੀਂ ਖਾ ਲਾ ਫਿਰ। ਲੀਨੋ ਸੀਧਾ ਤਬ ਦਿਜ ਵਰਸੋ। ਉਸ ਵੇਲੇ ਉਹ ਸਿੱਧਾ ਜਿਹੜਾ ਸੀਗਾ, ਜਿੰਨੀ ਵੀ ਰਸਤ ਸੀਗੀ, ਦਾਲ ਕਣਕ ਜਿਹੜੀ ਸਾਰੀ, ਆਟਾ ਜਿਹੜਾ ਸੀ ਲੈ ਲਿਆ ਜੀ, ਦੇਤਾ ਜੀ ਉਹ ਪੰਡਤ ਨੂੰ। ਖੋਦਨ ਲਗਾ ਧਰਨ ਨਿਜ ਕਰ ਸੋ। ਵਿਚਾਰਾ ਹੁਣ ਜਾ ਕੇ ਬਾਹਰ ਧਰਤੀ ਖੋਦਣ ਲੱਗਿਆ ਆਪਣਾ ਚੁੱਲ੍ਹਾ ਬਣਾਉਣ ਵਾਸਤੇ। ਨਿਕਸੇ ਅਸਤ ਛੋਰ ਤਿਸ ਥਾਈ। ਉਹ ਕੀ ਹੋਇਆ, ਜਦੋਂ ਜੋ ਡਿਗ ਕਰਦਾ ਹੈ ਨਾ, ਅੰਦਰੋਂ ਜਿਹੜੀਆਂ ਬੋਨਸ ਨਿਕਲਦੀਆਂ ਹਨ, ਪੁਰਾਣੇ ਕੋਈ ਮਰੇ ਹੋਈਆਂ ਦੀਆਂ ਬੋਨਸ, ਜਿਹੜੀਆਂ ਜਾਨਵਰਾਂ ਦੀਆਂ ਜਾਂ ਬੰਦਿਆਂ ਦੀਆਂ, ਉਹ ਬੋਨਸ ਵਿੱਚੋਂ ਨਿਕਲਦੀਆਂ ਹਨ, ਉਹ ਹੱਡੀਆਂ ਨਿਕਲਦੀਆਂ ਹਨ। ਉਹ ਫਿਰ ਕੀ ਕੀਤਾ, ਪਹਿਲਾ ਟੋਆ ਪੁੱਟਿਆ, ਹੱਡੀਆਂ ਨਿਕਲੀਆਂ। ਖੋਦਨ ਲੱਗਿਓ ਅਪਰ ਥਲ ਜਾਈ। ਉਹ ਥਾਂ ਛੱਡ ਕੇ ਹੋਰ ਥਾਂ ਜਾ ਕੇ ਵਿਚਾਰਾ ਡਿਗਿੰਗ ਕਰਨ ਲੱਗ ਗਿਆ, ਉੱਥੋਂ ਵੀ ਜਿਹੜੀਆਂ ਹੱਡੀਆਂ ਹੀ ਨਿਕਲੀਆਂ। ਨਿਕਸੇ ਅਸਤ ਸੋ ਜਾਨ ਅਪਾਵਨ। ਫੇਰ ਉਹਨੇ ਜਾਣਿਆ ਵੀ ਇਹ ਥਾਂ ਤਾਂ ਅਪਵਿੱਤਰ ਹੈ, ਥੋੜਾ ਜਿਹਾ ਦੂਰ ਜਾ ਕੇ ਫੇਰ ਖੋਦਣ ਲੱਗ ਪਿਆ। ਇਹ ਤਜ ਗਇਓ ਔਰ ਹੀ ਥਾ। ਹੋਰ ਥਾਂ ਜਾ ਕੇ ਉਹਨੇ ਖੋਦਣਾ ਕੀਤਾ। ਜਹਾਂ ਖੁਨ ਹੈ ਤਹ ਅਸਤੀ ਨਿਕਸੈ। ਪਰ ਹੁਣ ਹੈਰਾਨ ਕਰਨ ਵਾਲੀ ਗੱਲ ਇਹ ਹੋਗੀ ਕਿ ਜਿੱਥੇ ਵੀ ਉਹ ਡਿਗ ਕਰਦਾ ਹੈ, ਉੱਥੋਂ ਅਸਤੀਆਂ ਹੀ ਨਿਕਲਦੀਆਂ ਹਨ, ਉੱਤੋਂ ਹੱਡੀਆਂ ਹੀ ਹੱਡੀਆਂ ਨਿਕਲਦੀਆਂ ਹਨ। ਹੇਰ ਹੇਰ ਨਰ ਤਿਹ ਕੋ ਬਿਕਸੈ। ਕਹਿਣਗੇ ਲੋਕ ਵਿਚਾਰੇ ਪੰਡਤ ਨੂੰ ਦੇਖ ਕੇ ਹੱਸਦੇ ਹਨ ਵੀ ਇਹ ਕੀ ਕਰੀ ਜਾਂਦਾ, ਟੋਏ ਪੁੱਟੀ ਜਾਂਦਾ ਸਾਰੇ ਪਾਸੇ। ਹਾਂਜੀ, ਸਾਰੀ ਧਰਤੀ ਟੋਇਆਂ ਨਾਲ ਭਰਤੀ ਵਿਚਾਰੇ ਨੇ। ਉਹਨੂੰ ਭੁੱਖ ਲੱਗੀ ਹੋਈ ਹੈ ਨਾ ਵਿਚਾਰੇ ਨੂੰ, ਨਾ ਵਿਚਾਰੇ ਨੇ ਕੁਝ ਖਾਦਾ ਤੇ ਹੁਣ ਟੋਏ ਉੱਤੋਂ ਪੁੱਟਣੇ ਪੈ ਗਏ ਵਿਚਾਰੇ ਨੂੰ। ਤੇ ਉਹ ਵਿਚਾਰਾ ਬੜਾ ਦੁਖੀ ਜਾ ਹੋਇਆ, ਬੜਾ ਔਖਾ ਜਾ ਹੋ ਕੇ ਟੋਏ ਪੁੱਟਦਾ, ਲੋਕ ਹੱਸਦੇ ਹਨ। ਸਰਬ ਦਿਵਸ ਸੋ ਖੋਦਤ ਰਹਿਓ। ਸਾਰਾ ਦਿਨ ਬੀਤ ਗਿਆ ਵਿਚਾਰੇ ਨੂੰ ਟੋਏ ਪੁੱਟਦਿਆਂ ਹੋਇਆਂ। ਇਹ ਡਿੱਗ ਸੀਗਾ ਜੀ ਪੂਰਾ। ਇੱਕ ਛੁਦਾ ਦੂਜੋ ਸ਼ਰਮ ਲਹਿਓ। ਦੇਖੋ, ਇੱਕ ਤਾਂ ਵਿਚਾਰੇ ਨੂੰ ਭੁੱਖ ਲੱਗੀ, ਦੂਜੇ ਟੋਏ ਪੁੱਟ ਕੇ ਥੱਕ ਗਿਆ ਵਿਚਾਰਾ ਸਾਰਾ ਦਿਨ। ਭਇਓ ਬਿਕੁਲ ਆਇਓ ਪ੍ਰਭ ਪਾਸਾ। ਫੇਰ ਵਿਚਾਰਾ ਬਿਕੁਲ ਹੋ ਗਿਆ ਵਿਚਾਰਾ। ਹੁਣ ਵਿਚਾਰੇ ਨੇ ਆਸ ਛੱਡਤੀ, ਹੁਣ ਦੇਖਿਆ ਵੀ ਹੁਣ ਨਹੀਂ ਕੁਝ ਬਣਦਾ ਮੇਰਾ। ਬੰਦ ਹੱਥ ਕੀਨੀ ਅਰਦਾਸਾ। ਹੱਥ ਬੰਨ ਕੇ ਸਤਿਗੁਰਾਂ ਦੇ ਅਗਰ ਅਰਦਾਸ ਕੀਤੀ ਇਸ ਪੰਡਤ ਨੇ। ਜਹਾਂ ਆਹਾਰ ਤੁਮਾਰੋ ਹੋਏ। ਕਹਿਣ ਲੱਗੇ ਗੁਰੂ ਜੀ, ਜਿੱਥੇ ਤੁਹਾਡਾ ਲੰਗਰ ਬਣਿਆ ਹੋਇਆ ਨਾ, ਜਿੱਥੇ ਤਿਆਰ ਹੈ ਲੰਗਰ, ਜੈ ਮੋਹੇ ਖਾਏ ਹੋਂ ਸੋਏ। ਚਲੋ ਮੈਨੂੰ ਉਹੀ ਲੰਗਰ ਦੇ ਦਿਓ, ਮੈਂ ਉਹੀ ਖਾ ਲੈਂਦਾ ਹਾਂ। ਬਰਾਬਰ ਮਹਾਪੁਰਖ ਗੁਣ ਖਾਨੀ। ਕਹਿੰਗੇ ਤੁਸੀਂ ਤਾਂ ਮਹਾਪੁਰਸ਼ ਹੋ, ਤੁਸੀਂ ਤਾਂ ਪਰਮਾਤਮਾ ਸਰੂਪ ਹੋ। ਦੇਖੋ ਗੁਰੂ ਨਾਨਕ ਨੂੰ ਉਲਟਾ ਐ ਕਹਿਣ ਲੱਗ ਪਿਆ। ਹੁਣ ਕਹਿੰਦਾ ਮਹਾਰਾਜ ਤੁਸੀਂ ਤਾਂ ਸਭ ਕੁਝ ਜਾਣਦੇ ਹੀ ਹੋ। ਮੈਂ ਤੁਮਰੀ ਆਇਸ ਨਹਿ ਮਾਨੀ। ਨਾ ਦੇਖੋ ਮੇਰੀ ਇਹ ਗਲਤੀ ਹੈ। ਉਹ ਪੰਡਤ ਕਹਿੰਦਾ, ਬ੍ਰਾਹਮਣ ਕਹਿੰਦਾ ਮੈਂ ਤੁਹਾਡੀ ਆਗਿਆ ਨਹੀਂ ਮੰਨੀ। ਜੇ ਮੈਂ ਮੰਨ ਲੈਂਦਾ ਤਾਂ ਉਦੋਂ ਹੀ ਛਕ ਲੈਂਦਾ। ਮੈਂ ਜਿਹੜਾ ਹੈ ਆਪਣਾ ਢੀਠਪਣਾ ਕੀਤਾ, ਜਾ ਕੇ ਧਰਤੀਆਂ ਨੂੰ ਖੋਦਣਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਤਾਂ ਉੱਥੇ ਹੱਡੀਆਂ ਹੀ ਮਿਲਣੀਆਂ ਸੀ, ਹੋਰ ਕੀ ਮਿਲਣਾ ਸੀ। ਤੁਹਾਡੀ ਆਗਿਆ ਨਹੀਂ ਮੰਨੀ ਕਰਕੇ। ਜਾਂ ਤੇ ਖੇਦ ਭਇਓ ਤਨ ਭਾਰੀ। ਇਸ ਕਰਕੇ ਮੈਨੂੰ ਬਹੁਤ ਦੁੱਖ ਹੋਇਆ, ਕਿਉਂਕਿ ਮੈਂ ਤੁਹਾਡੀ ਆਗਿਆ ਨਹੀਂ ਮੰਨੀ। ਅਬ ਮੈਂ ਹਾਂ ਤੁਮਰੇ ਅਨੁਸਾਰੀ। ਹੁਣ ਮੈਂ ਤੁਹਾਡੇ ਅਨੁਸਾਰ ਹਾਂ ਮਹਾਰਾਜ, ਜੋ ਮਰਜ਼ੀ ਮੇਰੇ ਤੋਂ ਕਰਾ ਲਓ। ਹੁਣ ਤਾਂ ਮੈਂ ਤੁਹਾਡੀ ਚਰਨੀ ਪੈ ਗਿਆ ਹਾਂ। ਸੁਣ ਕੇ ਬੋਲੇ ਬਚਨ ਕਿਰਪਾਲਾ। ਕਿਰਪਾ ਦੇ ਘਰ ਸਤਿਗੁਰੂ ਜੀ ਇਹ ਬਚਨ ਸੁਣ ਕੇ ਬੋਲੇ। ਤਿਜ ਜੋ ਬੀਤ ਗਇਓ ਸੋ ਕਾਲਾ। ਹੇ ਪੰਡਤ, ਜੋ ਬੀਤ ਗਿਆ ਸੋ ਬੀਤ ਗਿਆ, ਚਲੋ ਜੋ ਹੋ ਗਿਆ ਸੋ ਹੋ ਗਿਆ। ਅਬ ਮੁਖ ਵਾਹਿਗੁਰੂ ਕਹਿ ਲੀਜੈ। ਕਿ ਹੁਣ ਤੂੰ ਕੀ ਕਰਨਾ ਹੈ। ਇਹ ਵੀ ਸਤਿਗੁਰਾਂ ਨੇ ਕਿਹਾ, ਜਿਹੜੇ ਪਿਛਲੇ ਸਮਿਆਂ 'ਚ ਨਾ ਸਤਜੁਗ, ਤ੍ਰੇਤਾ, ਦੁਆਪਰ ਦੇ ਵਿੱਚ ਜਿਹੜੇ ਇਹ ਕਰਮ ਕਾਂਡ ਹੁੰਦੇ ਸਨ, ਉਹ ਸਮੇਂ ਵਿੱਚ ਹੀ ਹੁੰਦੇ ਸਨ। ਉਹ ਕੰਮ ਜਿਹੜਾ ਬੀਤ ਗਿਆ, ਹੁਣ ਉਹ ਕਰਮ ਮੁੱਕ ਗਏ ਹਨ, ਹੁਣ ਨਹੀਂ ਉਹ ਹੋ ਸਕਦੇ। ਹੁਣ ਤਾਂ ਧਰਤੀ ਜਿਹੜੀ ਵੈਸੀ ਨਹੀਂ ਰਹਿ ਗਈ ਹੁਣ। ਇਸ ਕਰਕੇ ਕਹਿੰਦੇ ਇਹ ਕਲਯੁਗ ਦੇ ਸਮੇਂ ਵਿੱਚ ਅਬ ਮੁਖ ਵਾਹਿਗੁਰੂ ਕਹਿ ਲੀਜੈ। ਹੁਣ ਤਾਂ ਸਮਾਂ ਕਲਯੁਗ ਦਾ ਹੈ, ਵਾਹਿਗੁਰੂ ਕਹਿ ਕੇ ਛਕ ਲਾ ਬਸ। ਹੁਣ ਜੋ ਵਾਹਿਗੁਰੂ ਕਹਿ ਕੇ, ਵਾਹਿਗੁਰੂ ਹੀ ਪਵਿੱਤਰ ਕਰਨ ਵਾਲਾ ਸਾਰੇ ਚੀਜ਼ ਨੂੰ। ਅਵਨੀ ਕੋ ਪਾਵਨ ਇਉ ਕੀਜੈ। ਦੇਖੋ, ਵਾਹਿਗੁਰੂ ਕਹਿ ਕੇ ਧਰਤੀ ਵੀ ਪਵਿੱਤਰ ਹੋ ਜਾਂਦੀ ਹੈ। ਸਾਜ ਰਸੋਈ ਭੋਜਨ ਕਰੀਏ। ਜੋ ਸਾਜ ਰਸੋਈ, ਆਪਣੀ ਰਸੋਈ ਕਰਕੇ ਸਾਜ ਕੇ ਤੂੰ ਭੋਜਨ ਛਕ ਲਾ ਹੁਣ ਵਾਹਿਗੁਰੂ ਕਹਿ ਕੇ। ਸਭ ਹੀਰੇ ਦੇ ਭਰਮ ਪਰ ਹਰੀਏ। ਤੇ ਭਰਮ ਨੂੰ ਦੂਰ ਕਰ ਦੇ। ਜਿਹੜੇ ਭਰਮ ਹਨ ਨਾ ਵੀ ਇਹ ਗੰਦਗੀ ਆ, ਇਹ ਆ, ਉਹ ਆ ਹੀ ਨਾ ਕਰ। ਤੂੰ ਵਾਹਿਗੁਰੂ ਕਹਿ ਕੇ ਹੁਣ ਛਕ ਲਾ ਇਹ ਲੰਗਰ। ਕਿਉਂਕਿ ਮਹਾਰਾਜ ਦੇ ਲੰਗਰ ਤਾਂ ਵੈਜੀਟੇਰੀਅਨ ਹੈ ਨਾ ਸਾਰੇ। ਮਹਾਰਾਜ ਦਾ ਜਿਹੜਾ ਹੈ ਇਹੀ ਮਰਿਆਦਾ ਪਹਿਲੇ ਦਿਨ ਤੋਂ ਹੈ। ਮਹਾਰਾਜ ਨੇ ਸਿਰਫ ਜਿਹੜਾ ਹਨ ਇਹ ਵੈਜੀਟੇਰੀਅਨ ਨੂੰ ਹੀ ਜਿਹੜਾ ਹਨ ਲੰਗਰਾਂ ਵਿੱਚ ਰੱਖਿਆ ਹੈ।
ਮਹਾਰਾਜ ਦਾ ਇੱਥੋਂ ਤੱਕ ਸੀਗਾ ਕਿ ਮਹਾਰਾਜ ਦੀ ਕਣਕ ਵੀ ਆਪਣੇ ਖੇਤਾਂ ਵਿੱਚੋਂ, ਦਾਲਾਂ ਵੀ ਆਪਣੇ ਖੇਤਾਂ ਵਿੱਚੋਂ, ਭਾਜੀਆਂ ਸਬਜ਼ੀਆਂ ਵੀ ਆਪਣੇ ਖੇਤ ਵਿੱਚ ਹੀ ਲਾਉਂਦੇ ਸਨ ਤੇ ਉਹ ਵੀ ਸੇਵਾ ਕਰਕੇ ਸਿਖਲਾਇਆ ਕਰਦੇ ਸਨ। ਵਾਹਿਗੁਰੂ ਵਾਹਿਗੁਰੂ ਕਰਕੇ ਬੀਜਦੇ ਸਨ, ਵਾਹਿਗੁਰੂ ਕਰਕੇ ਉਹਦੇ ਚ ਪਾਣੀ ਪਾਉਂਦੇ ਸਨ, ਵਾਹਿਗੁਰੂ ਕਰਕੇ ਉਹਨੂੰ ਕੱਟਦੇ ਸਨ, ਬਣਾਉਂਦੇ ਸਨ। ਇਸ ਕਰਕੇ ਬਰਕਤ ਸੀ ਜੀ ਉਹ ਸਾਰੇ ਲੰਗਰ ਵਿੱਚ। ਤਬ ਹੀ ਦਿਜਨੈ ਆਏ ਸਮਾਨੀ। ਉਸ ਵੇਲੇ ਵਾਹਿਗੁਰੂ ਜਿਹੜਾ ਹਨ ਵਾਹਿਗੁਰੂ ਕਹਿਣ ਦੀ ਜਿਹੜੀ ਆਗਿਆ ਸੀ ਉਹਨੇ ਮੰਨ ਲਈ ਜੀ ਪੰਡਤ ਨੇ। ਜੋ ਮਹਾਰਾਜ ਨੇ ਨਾਮ ਦੀ ਬਖਸ਼ਿਸ਼ ਕੀਤੀ ਉਹਨੇ ਮੰਨ ਲਈ। ਕੀਨ ਰਸੋਈ ਭ੍ਰਮ ਕਰ ਹਾਨੀ। ਉਹਨੇ ਆਪਣੀ ਰਸੋਈ ਕਰ ਲਈ ਜੀ ਫਿਰ ਲੰਗਰਾਂ ਦੇ ਵਿੱਚ। ਤੇ ਗੁਰੂ ਮਹਾਰਾਜ ਦੀ ਜਿਹੜਾ ਹਨ ਆਗਿਆ ਨੂੰ ਲੈ ਕੇ ਮਹਾਰਾਜ ਦਾ ਹੁਕਮ ਪਾ ਕੇ ਭਰਮ ਦੂਰ ਕਰਤੇ। ਕਰ ਭੋਜਨ ਕੋ ਜਬ ਟਿਗ ਆਇਓ। ਜਦੋਂ ਭੋਜਨ ਛਕ ਕੇ ਸਤਿਗੁਰਾਂ ਦੇ ਕੋਲ ਆਇਆ, ਸ੍ਰੀ ਗੁਰ ਤਬ ਇੱਕ ਸ਼ਬਦ ਅਲਾਇਓ। ਉਸ ਵੇਲੇ ਸਤਿਗੁਰਾਂ ਨੇ ਇੱਕ ਸ਼ਬਦ ਦਾ ਉਚਾਰਨ ਕੀਤਾ। ਇਸ ਪੰਡਤ ਦੇ ਪਰਥਾਏ ਉਹਨੂੰ ਸਮਝਾਉਣ ਵਾਸਤੇ, ਉਹਨੂੰ ਗਿਆਨ ਦੇਣ ਵਾਸਤੇ ਸਤਿਗੁਰਾਂ ਨੇ ਐਸਾ ਜਿਹੜਾ ਹੈ ਇੱਕ ਸ਼ਬਦ ਉਚਾਰਨ ਕੀਤਾ ਜੋ ਸ਼ਬਦ ਜਿਹੜਾ ਹੈ 1168 ਅੰਗ ਤੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਬਸੰਤ ਰਾਗ ਦੇ ਵਿੱਚ ਹੈ। ਬਸੰਤ ਮਹੱਲਾ ਪਹਿਲਾ। ਸੋਇਨੇ ਕਾ ਚੌਕਾ ਕੰਚਨ ਕੁਆਰ। ਕਹਿਣ ਲਗੇ ਸੋਇਨੇ ਕਾ ਜਿਹੜਾ ਚੌਂਕਾ ਹੈ, ਕਹਿਣ ਲਗੇ ਤੂੰ ਪਵਿੱਤਰਤਾ ਦੀ ਗੱਲ ਕਰਦਾ ਹੈ। ਸੋਨਾ ਗੋਲਡ ਜਿਹੜਾ ਹੈ ਨਾ ਇਹ ਸਭ ਤੋਂ ਪਵਿੱਤਰ ਮੰਨਿਆ ਹੈ। ਕਹਿੰਦੇ ਭਾਵੇਂ ਸੋਨੇ ਦਾ ਤੂੰ ਚੁੱਲ੍ਹਾ ਵੀ ਬਣਾ ਲਾ ਤੇ ਫਿਰ ਕੰਚਨ ਕੁਆਰ। ਤੇ ਕੰਚਨ ਦੇ ਹੀ ਤੂੰ ਪਾਤਰ ਜਿਹੜੇ ਹਨ ਭਾਂਡੇ ਬਣਾ ਲਾ ਸਾਰੇ। ਹੁਣ ਚੁੱਲ੍ਹਾ ਵੀ ਜਿਹੜਾ ਸੋਨੇ ਦਾ ਹੋਵੇ, ਭਾਂਡੇ ਵੀ ਸੋਨੇ ਦੇ ਹੀ ਕਰ ਲਾ ਤੂੰ। ਰੁਪਏ ਕੀਆ ਕਾਰਾ। ਕਿਆ ਰੂਪਾ ਕੀ ਹੁੰਦਾ? ਚਾਂਦੀ ਦੀ ਤੂੰ ਲਾਈਨ ਬਣ ਲਾ ਆਲੇ ਦੁਆਲੇ, ਕਿਉਂਕਿ ਕਾਰ ਕੱਢਦੇ ਹੁੰਦੇ ਵੀ ਇਹਦੇ ਵਿੱਚ ਕੋਈ ਹੋਰ ਨਹੀਂ ਆ ਸਕਦਾ, ਉਹਦੀ ਲਿਮਿਟ ਲਾਈਨ ਹੁੰਦੀ ਹੈ। ਸੋ ਮਹਾਰਾਜ ਕਹਿੰਦੇ ਉਹ ਸਿਲਵਰ ਦੀ ਤੂੰ ਬਣਾ ਲਾ, ਸਿਲਵਰ ਨੂੰ ਵੀ ਪਵਿੱਤਰ ਮੰਨਿਆ। ਕਹਿੰਦੇ ਸਿਲਵਰ ਦੀ ਕਾਰ ਵੀ ਤੂੰ ਆਪਣੇ ਆਲੇ ਦੁਆਲੇ ਕੱਢ ਲਾ। ਬਹੁਤ ਵਿਸਥਾਰ। ਉਹ ਲਾਈਨ ਦੂਰ ਤੱਕ ਬਣਾ ਲਾ ਜਿਹਦੇ ਵਿੱਚ ਕੋਈ ਚਿੜੀ ਵੀ ਨਾ ਆਵੇ, ਕੋਈ ਜਾਨਵਰ ਨਾ ਆਵੇ, ਕੋਈ ਹੋਰ ਬੰਦਾ ਵੀ ਨਾ ਆਵੇ। ਗੰਗਾ ਕਾ ਉਦਕ। ਫੇਰ ਕਹਿੰਦੇ ਤੂੰ ਇੰਨਾ ਸਵੱਛ, ਇੰਨੀ ਪਵਿੱਤਰਤਾ ਰੱਖ ਕੇ ਜਲ ਵੀ ਗੰਗਾ ਦਾ ਹੋਵੇ। ਕਰੰਤੇ ਕੀ ਆਗ। ਤੇ ਕਰੰਤੇ ਦੀ ਅੱਗ ਹੁੰਦੀ ਹੈ ਜਿਹੜੀ ਹੱਥੋਂ, ਅੱਗ ਵੀ ਹੱਥੋਂ ਕੱਢ, ਇਹ ਨਹੀਂ ਵੀ ਕੋਈ ਹੋਰ ਥਾਂ ਤੋਂ ਅੱਗ ਲੈ ਕੇ ਆ ਜਾ। ਇਹ ਬ੍ਰਾਹਮਣ ਤਾਂ ਇਹ ਵੀ ਭਰਮ ਕਰਦੇ ਨੇ ਵੀ ਅੱਗ ਵੀ ਜੁੱਠੀ ਹੋ ਜਾਂਦੀ ਹੈ। ਸੋ ਕਹਿੰਦੇ ਤੂੰ ਅੱਗ ਵੀ ਜਿਹੜੀ ਹੈ ਸਵੱਛ ਲੈ ਕੇ ਆਪਣੇ ਜਿਹੜਾ ਨਵੀਂ ਕੱਢ ਲਾ। ਜਿਵੇਂ ਇੱਕ ਰੁੱਖ ਹੈ ਅਰਨੀ, ਸੋ ਉਹਦੇ ਵਿੱਚੋਂ ਕੀ ਕਰਦੇ ਹਨ, ਜਿਵੇਂ ਪੁਰਾਣੇ ਸਮੇਂ 'ਚ ਪ੍ਰੀਮਿਟਿਵ ਸਮੇਂ ਦੇ ਵਿੱਚ ਗਲੀ ਕੱਢ ਕੇ ਤੇ ਉਹਦੇ ਵਿੱਚ ਇੱਕ ਡੰਡਾ ਉਸੇ ਜਿਹੜਾ ਹਨ ਉਹ ਆਪਣੀ ਲੱਕੜ ਦਾ ਲੈ ਕੇ ਉਹਦੇ ਵਿੱਚੋਂ ਅੱਗ ਕੱਢਿਆ ਕਰਦੇ ਸਨ, ਜਾਂ ਪੱਥਰਾਂ ਨੂੰ ਰਗੜ ਕੇ ਅੱਗ ਕੱਢਦੇ ਸਨ। ਗਰੁੜਾ ਖਾਣਾ। ਕਹਿਣ ਲੱਗੇ ਫਿਰ ਚੌਲ, ਗਰੁੜਾ ਹੁੰਦਾ ਹੈ ਚੌਲ। ਸੋ ਚੌਲ ਦਾ ਖਾਣਾ ਜਿਹੜਾ ਹੁੰਦਾ ਕਿ ਚੌਲ ਨੂੰ ਵੀ ਪਵਿੱਤਰ ਮੰਨਦੇ ਹਨ। ਦੁੱਧ ਸਿਓ ਗਾੜ। ਸੋ ਦੁੱਧ ਦੇ ਨਾਲ ਉਹਨੂੰ ਮਿਲਾ ਕੇ, ਹੁਣ ਕਈ ਜਿਹੜੇ ਐਸੇ ਚੌਲ ਹੁੰਦੇ ਨੇ ਜਿਹੜੇ ਕੱਚੇ ਹੀ ਜਿਹੜੇ ਹਨ ਦੁੱਧ ਚ ਪਾਏ ਜਾਣ ਉਹ ਫੁੱਲ ਜਾਂਦੇ ਨੇ, ਜਾਂ ਇਹਦੇ ਵਿੱਚ ਜਿਹੜਾ ਪਲਾਉ ਦਾ ਵੀ ਬਣਦਾ ਹੈ ਵੀ ਰੰਗ ਬਰੰਗੇ ਚੌਲ ਜਿਹੜੇ ਹੁੰਦੇ ਨੇ। ਸੋ ਇਸ ਕਰਕੇ ਜਿਹੜਾ ਗਰੜਾ ਖਾਣਾ, ਚੌਲ ਦਾ ਖਾਣਾ ਕਰ ਜਿਹੜਾ ਕਿ ਦੁੱਧ ਵਿੱਚ ਪਾਇਆ ਜਾਵੇ। ਇਸ ਕਰਕੇ ਖੀਰ ਪਵਿੱਤਰ ਮੰਨੀ ਹੈ। ਰੇ ਮਨ ਲੇਖੈ ਕਬਹੂ ਨਾ ਪਾਏ। ਮਹਾਰਾਜ ਕਹਿੰਦੇ ਪਰ ਐਸਾ ਪਵਿੱਤਰ ਲੰਗਰ ਜਾਂ ਭੋਜਨ ਛਕਣ ਤੋਂ ਬਾਅਦ ਵੀ ਰੇ ਮਨਾ ਐਸਾ ਕਬਹੂ ਨਾ ਪਾਏ। ਪਰਮਾਤਮਾ ਤਾਂ ਫੇਰ ਵੀ ਨਹੀਂ ਮਿਲਦਾ, ਇੰਨੀ ਪਵਿੱਤਰਤਾ ਕਰਕੇ ਵੀ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਜਾਮ ਨਾ ਭੀਜੈ ਸਾਚ ਨਾਏ। ਜਦੋਂ ਤੱਕ ਮਨ ਜਿਹੜਾ ਹੈ ਕਨਵਿੰਸ ਨਾ ਹੋ ਜਾਵੇ ਪਰਮੇਸ਼ਰ ਦੇ ਨਾਮ ਦੇ ਵਿੱਚ, ਜਦੋਂ ਤੱਕ ਮਨ ਨੂੰ ਸੋਝੀ ਨਾ ਆ ਜਾਵੇ, ਕਿਉਂਕਿ ਪਰਮਾਤਮਾ ਦਾ ਨਾਮ ਹੀ ਪਵਿੱਤਰ ਕਰਨ ਵਾਲਾ ਹੈ। ਆਪਣੀ ਜਿਹੜੇ ਆਪਾਂ ਗੱਲਾਂ ਕਰਦੇ ਇਹ ਪਵਿੱਤਰ ਨਹੀਂ ਕਰ ਸਕਦੇ, ਪਰਮਾਤਮਾ ਦਾ ਨਾਮ ਹੀ ਪਵਿੱਤਰ ਹੈ। ਇਸ ਕਰਕੇ ਜਾਮ ਨਾ ਭੀਜੇ, ਜਦੋਂ ਤੱਕ ਉਸ ਪਰਮਾਤਮਾ ਦੇ ਨਾਮ 'ਚ ਭੀਜਾਂਗੇ ਨਹੀਂ, ਉਸ ਪਰਮਾਤਮਾ ਦੇ ਨਾਮ ਨੂੰ ਜਪਣ ਦੇ ਵਿੱਚ ਆਪਾਂ ਰੁੱਝਾਂਗੇ ਨਹੀਂ। ਰਹਾਓ। ਵਿਸਰਾਮ ਦੇ ਕੇ ਸਤਿਗੁਰੂ ਜੀ ਕਹਿੰਦੇ ਹਨ 10:8 ਲਿਖੈ ਹੋਵੇ ਪਾਸ। ਦੇਖੋ ਕਹਿੰਦੇ ਭਾਵੇਂ 10 ਤੇ 8 ਕੀ 18 ਜਿਹੜੀਆਂ ਪੁਰਾਣਾ ਹਨ, ਭਾਵੇਂ ਕੋਲ ਲਿਖੀਆਂ ਪਈਆਂ ਹਨ, ਭਾਵੇਂ ਸਾਰਿਆਂ ਦਾ ਉਤਾਰਾ ਬੰਦਾ ਆਪ ਕਰ ਵੀ ਲਵੇ, ਚਾਰੇ ਵੇਦ ਮੁਖਾਗਰ ਪਾਠ, ਭਾਵੇਂ 4 ਵੇਦ ਕੋਈ ਕੰਠ ਤੋਂ ਪੜ ਸਕੇ, ਮਤਲਬ ਕਿ ਬਾਏ ਹਾਰਟ ਉਹਨੂੰ 4 ਵੇਦ ਵੀ ਯਾਦ ਹੋਣ ਸਾਰੇ। ਪੁਰਬੀ ਨਾਵੈ ਵਰਨਾ ਕੀ ਦਾਤ। ਦੇਖੋ ਕਹਿੰਦੇ ਪੁਰਬਾਂ ਤੇ ਜਾ ਕੇ, ਪੁਰਬ ਜਦੋਂ ਕੋਈ ਜਿਹੜਾ ਹਨ ਖਾਸ ਸਮਾਂ ਹੁੰਦਾ ਹੈ, ਧਰਮ ਦੇ ਜਿਹੜੇ ਹਨ ਸੈਲੀਬ੍ਰੇਸ਼ਨ ਜਿਹੜੇ ਹੁੰਦੇ ਹਨ ਪੁਰਬ,
ਕਹਿੰਦੇ ਪੁਰਬਾਂ ਤੇ ਜਾ ਕੇ ਉਹ ਖਾਸ ਥਾਂ ਤੇ ਜਾ ਕੇ ਉੱਥੇ ਇਸ਼ਨਾਨ ਵੀ ਕਰ ਲਵੇ ਜਾ ਕੇ। ਵਰਨਾ ਕੀ ਦਾਤ, ਆਪਣੇ ਵਰਨਾ ਦਾ ਜਿਹੜੀ ਮਰਿਆਦਾ ਹੈ ਉਹ ਜਿਹੜੇ ਹਨ ਜਾ ਕੇ ਉੱਥੇ ਆਪਣੇ ਵਰਨ ਦੇ ਜਿਹੜੇ ਹਨ ਜਾਂ ਜਿਹੜੇ ਹਨ ਦਾਨ ਉੱਥੇ ਦਿੱਤਾ ਵੀ ਜਾਵੇ, ਦਾਨ ਪੁੰਨ ਵੀ ਜਾ ਕੇ ਕਰ ਲਵੇ। ਵਰਤ ਨੇਮ ਕਰੇ ਦਿਨ ਰਾਤ, ਫੇ ਵਰਤ ਵੀ ਰੱਖੇ, ਇਕਾਦਸ਼ੀ ਦਾ ਕੋਈ ਵਰਤ ਰੱਖਦਾ ਹੈ ਜਿਹਨੂੰ ਆਪਾਂ ਰੋਜ਼ਾ ਕਹਿ ਦਿੰਦੇ ਹਾਂ, ਜਾਂ ਫਾਸਟਿੰਗ ਜਿਹੜਾ ਹੈ ਉਹ ਵੀ ਕੋਈ ਕਰ ਲਵੇ ਨੇਮ ਦੇ ਨਾਲ। ਨੇਮ ਵੀ ਰੱਖੇ ਪੂਰਾ, ਨੇਮ ਹੁੰਦਾ ਡਿਸਪਲਿਨ, ਸੋ ਇਹ ਕਰਨਾ ਇਹ ਨਹੀਂ ਕਰਨਾ, ਇਸ ਤਰ੍ਹਾਂ ਕਰਨਾ ਹੈ, ਕਰੇ ਦਿਨ ਰਾਤ, ਭਾਵੇਂ ਰਾਤ ਦਿਨ ਵੀ ਕੋਈ ਕਰੀ ਜਾਵੇ। ਕਾਜੀ ਮੁੱਲਾ ਹੋਵਹਿ ਸੇਖ, ਦੇਖੋ ਜਿਹੜੇ ਕਾਜੀ ਹਨ, ਜੋ ਕਾਜੀ ਫੈਸਲਾ ਸੁਣਾਉਣ ਵਾਲੇ ਹਨ, ਮੂਲਾਂ ਜਿਹੜੇ ਵਿਦਿਆ ਪੜਾਉਣ ਵਾਲੇ ਹਨ, ਜਿਹੜੇ ਹੋਵੇ ਸੇਖ, ਜਿਹੜੇ ਵੱਡੇ ਹਨ ਧਨਾੜ ਬੰਦੇ ਜਿਹੜੇ ਹਨ ਜਿਨ੍ਹਾਂ ਦਾ ਹੁਕਮ ਚੱਲਦਾ ਹੈ। ਜੋਗੀ ਜੰਗਮ ਭਗਵੇ ਭੇਖ, ਫੇ ਭਾਵੇਂ ਕੋਈ ਜੋਗੀ ਹੋਵੇ, ਜੰਗਮ ਜਿਹੜੇ ਜੰਗਲਾਂ ਵਿੱਚ ਰਹਿਣ ਵਾਲੇ, ਜਿਹੜੇ ਭਗਵੇ ਭੇਖ ਔਰੇਂਜ ਕਲਰ ਜਿਹੜੇ ਹਨ ਚੋਲੇ ਪਾਉਣ ਵਾਲੇ। ਕੋ ਗਿਰਹੀ ਕਰਮਾ ਕੀ ਸੰਧ, ਦੇਖੋ ਕੋਈ ਗਿਰਹੀ ਕੋਈ ਗ੍ਰਸਤੀ ਹੋਵੇ ਜਿਹੜਾ ਕਰਮਾਂ ਦੇ ਸਾਂਧ, ਕਰਮਾਂ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੋਵੇ, ਜਿਹਨੂੰ ਸੰਧੀ ਲੱਗੀ ਹੋਵੇ ਕਰਮਾਂ ਵਿੱਚ, ਜਿਹੜਾ ਹਰ ਇੱਕ ਕਰਮ ਕਰਦਾ ਹੈ, ਸੇਵਾ ਭਾਵਨਾ ਕਰਦਾ ਹੈ। ਬਿਨ ਬੂਝੇ ਸਭ ਖੜੀਐਸ ਬੰਦ, ਮਹਾਰਾਜ ਜੀ ਕਹਿੰਦੇ ਬਿਨਾ ਬੁੱਝਿਆਂ ਬਿਨਾ ਸਮਝਿਆਂ ਪਰਮਾਤਮਾ ਨੂੰ ਸਾਰੀਆਂ ਹੀ ਇਹ ਗੱਲਾਂ ਜਿਹੜੀਆਂ ਪਹਿਲਾਂ ਦੱਸੀਆਂ ਹਨ ਇਹ ਉੱਥੇ ਹੀ ਖੜੀਆਂ ਰਹਿੰਦੀਆਂ ਹਨ, ਦੇ ਆਫ ਨੋ ਯੂਜ਼ ਹੁੰਦੀਆਂ ਹਨ, ਉੱਥੇ ਖੜੀਆਂ ਰਹਿੰਦੀਆਂ ਨੇ ਵੀ ਉਹ ਕਮਾਈ ਹੈ। ਖੜੀਏ ਬੰਦ, ਉਹ ਹੱਥ ਬੰਨ ਕੇ ਜਿਹੜੀਆਂ ਹਨ ਖੜੀਆਂ ਰਹਿੰਦੀਆਂ ਹਨ। ਕਹਿੰਦੇ ਵੀ ਅੱਗੇ ਵੀ ਦੱਸੋ ਕੀ ਕਰੀਏ। ਇਹਨਾਂ ਨੂੰ ਸਫਲ ਕਰਨ ਵਾਸਤੇ ਨਾਮ ਜਪਣਾ ਹੈ, ਨਾਮ ਨੇ ਇਹਨਾਂ ਨੂੰ ਸਫਲ ਕਰਨਾ ਸਾਰਿਆਂ ਨੂੰ। ਜੇਤੇ ਜੀ ਲਿਖੀ ਸਰਕਾਰ, ਦੇਖੋ ਜਿੰਨੇ ਜੀਵ ਹਨ ਉਹਨਾਂ ਦੇ ਮੱਥੇ ਤੇ ਜਿਹੜੇ ਹਨ ਕਰਮਾਂ ਦੇ ਲੇਖ, ਪ੍ਰਾਲਬਾਦ ਦੇ ਲੇਖ ਲਿਖੇ ਪਏ ਹਨ। ਕਰਨੀ ਉੱਪਰ ਹੋਵਗ ਸਾਰ, ਦੇਖੋ ਕਰਨੀ ਦੇ ਉੱਪਰ ਜੋ ਬੰਦਾ ਕਰਦਾ ਹੈ ਉਹਦੇ ਕਰਮਾਂ ਅਨੁਸਾਰ ਹੀ ਉਹਦੀ ਜਿਹੜੀ ਹਨ ਸਾਰ ਸੰਭਾਲ ਹੋਣੀ ਹੈ। ਕਰਮਾਂ ਅਨੁਸਾਰ ਹੀ ਬੰਦੇ ਨੂੰ ਪਾਪ ਤੇ ਪੁੰਨ ਲੱਗਣੇ ਹਨ, ਦੁੱਖ ਤੇ ਸੁੱਖ ਮਿਲਦਾ ਹੈ, ਤੇ ਕਰਮਾਂ ਦੇ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ। ਇਹ ਕਰਮ ਜਿਹੜਾ ਕਿਰਪਾ ਦੇ ਨਾਲ, ਕਿਰਪਾ ਕਰਕੇ ਹੋਣੀ ਹੈ। ਕਰਨੀ ਉੱਪਰ ਕਹਿੰਦੇ ਗੁਰੂ ਦੀ ਕਿਰਪਾ, ਗੁਰੂ ਦੀ ਕਿਰਪਾ ਸਦਕਾ ਹੀ ਹੋਵੇ ਸਾਰੇ ਕੰਮ ਸਫਲ ਹੁੰਦੇ ਨੇ ਜਦੋਂ ਗੁਰੂ ਕਿਰਪਾ ਕਰਦਾ ਹੈ। ਹੁਕਮ ਕਰ ਹੈ ਮੂਰਖ ਗਾਵਾਰ, ਦੇਖੋ ਲੋਕ ਜਿਹੜੇ ਬਹੁਤੀਆਂ ਜ਼ਿਆਦੇ ਜਿਹੜੀਆਂ ਹਨ ਕਰਮ ਕਾਂਡ ਕਰਦੇ ਨੇ, ਬਹੁਤਾ ਜ਼ਿਆਦੇ ਕਮਾਈਆਂ ਕਰਦੇ ਨੇ, ਉਹ ਜਿਹੜੇ ਹਨ ਓਨਰ ਬਣ ਜਾਂਦੇ ਹਨ ਆਪਣੇ ਕਰਮਾਂ ਦੇ। ਫਿਰ ਉਹ ਕੀ ਕਰਦੇ, ਡਿਮਾਂਡ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਉਹ ਡਿਮਾਂਡ ਕਿਸ ਤਰ੍ਹਾਂ ਕਰਦੇ, ਹੁਕਮ ਕਰੇ। ਫਿਰ ਪਰਮਾਤਮਾ ਨੂੰ ਕਹਿੰਦੇ ਦੇਖੋ ਮੈਂ ਇੰਨੀ ਭਗਤੀ ਕੀਤੀ, ਤੁਸੀਂ ਹੁਣ ਮੈਨੂੰ ਇਹ ਦਿਓ। ਉਹ ਡਿਮਾਂਡ ਕਰਦੇ ਨੇ ਵੀ ਮੈਂ ਇਹ ਕੀਤਾ, ਤੁਸੀਂ ਮੈਨੂੰ ਇਹ ਦਿਓ ਹੁਣ। ਕਹਿੰਦੇ ਮਹਾਰਾਜ ਕਹਿੰਦੇ ਉਹ ਮੂਰਖ ਗਾਵਾਰ ਹਨ, ਉਹ ਗਵਾਰ ਮੂਰਖ ਹਨ ਜਿਹੜੇ ਐਸਾ ਸੋਚਦੇ ਹਨ। ਨਾਨਕ ਸਾਚੇ ਕੇ ਸਿਫਤ ਭੰਡਾਰ, ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਥੇ ਨਾਨਕ ਸ਼ਬਦ ਜਿਹੜਾ ਮੁਕਤਾ ਆਇਆ ਹੈ, ਕਹਿੰਦੇ ਨਾ ਅਨਕ ਨਾ ਅਨੇਕਤਾ ਦੇ ਵਿੱਚ, ਅਨੇਕਤਾ ਤੋਂ ਪਰੇ ਉਹ ਪਰਮਾਤਮਾ ਜਿਹੜਾ ਹੈ ਸੱਚੇ ਕੀ ਸਿਫਤ ਭੰਡਾਰ, ਉਹ ਸੱਚੇ ਪਰਮਾਤਮਾ ਜੋ ਨਾ ਅਨਕ ਅਨੇਕਤਾ ਤੋਂ ਪਰੇ ਪਰਮਾਤਮਾ ਹੈ ਉਹੀ ਸੱਚਾ ਹੈ। ਉਹ ਸੱਚੇ ਦੀ ਕਾਰ ਇਹ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਉਸਦੇ ਸਿਫਤੀ ਦਾ ਭੰਡਾਰਾ ਹੀ ਇਕੱਠਾ ਕਰੋ। ਇਹੀ ਇੱਕ ਚੀਜ਼ ਹੈ ਜੋ ਆਪਾਂ ਨੂੰ ਮੁਕਤ ਕਰੇਗੀ। ਸੋ ਉਹਦਾ ਸਿਫਤਾਂ ਦਾ ਭੰਡਾਰਾ ਇਕੱਠਾ ਕਰ ਲਓ, ਉਹਦੇ ਸਿਫਤਾਂ ਦੇ ਭੰਡਾਰੇ ਨੂੰ ਗਾਉਣਾ ਕਰੋ, ਇਹਦੇ ਵਿੱਚ ਹੀ ਭਲਾ ਹੈ। ਨਾਨਕ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਸੱਚੇ ਕੀ ਸਿਫਤ ਭੰਡਾਰ, ਜਿਹੜਾ ਹਨ ਸਿਫਤ ਭੰਡਾਰ, ਉਹ ਸੱਚੇ ਦੇ ਹੀ ਜਿਹੜੇ ਹਨ ਸਿਫਤਾਂ ਦੇ ਭੰਡਾਰੇ ਜਿਹੜੇ ਉਹ ਇਕੱਠੇ ਕਰ ਲਓ ਜੀਵਨ ਵਿੱਚ। ਦੋਹਰਾ ਸੁਣ ਕਰ ਦਿਜਬਰ ਬੰਦ ਕਰ, ਧਰਿਓ ਚਰਨ ਪੁਰ ਸੀਸ। ਇਹ ਜਿਹੜਾ ਸ਼ਬਦ ਸੁਣ ਕਰਕੇ ਉਹ ਦਿਜਬਰ ਪੰਡਤ ਨੇ ਆਪਣਾ ਜਿਹੜਾ ਸਿਰ ਸਤਿਗੁਰਾਂ ਦੇ ਚਰਨਾਂ ਤੇ ਰੱਖ ਦਿੱਤਾ। ਭਇਓ ਸਿੱਖ ਸਤਿਗੁਰੂ ਕੋ ਨਾਮ ਜਪਤ ਜਗਦੀਸ਼, ਇਹ ਬਣ ਗਿਆ ਜੀ ਸਤਿਗੁਰਾਂ ਦਾ ਸਿੱਖ। ਹੁਣ ਕਹਿੰਦਾ ਮੈਨੂੰ ਸਿੱਖੀ ਬਖਸ਼ ਦਿਓ ਹੁਣ, ਤੇ ਭਇਓ ਸਿੱਖ ਸਤਿਗੁਰੂ ਕੋ, ਫਿਰ ਨਾਮ ਜਪਣ ਲੱਗ ਪਿਆ ਪਰਮੇਸ਼ਰ ਦਾ। ਚੌਪੇ ਭਾਉ ਭਗਤ ਕੀ ਉਰਲੇ ਵਲਾਗੀ, ਹੁਣ ਪ੍ਰੇਮਾ ਭਗਤੀ ਇਹਦੇ ਹਿਰਦੇ ਵਿੱਚ ਲੱਗ ਗਈ ਜੀ। ਹੁਣ ਕਰਮ ਕਾਂਡ ਛੱਡ ਕੇ ਸਾਰਾ ਦਿਨ ਪ੍ਰੇਮਾ ਭਗਤੀ ਕਰਦਾ ਹੈ। ਸਤਨਾਮ ਸਿਮਰਨ ਰਤ ਜਾਗੀ, ਹੁਣ ਰਤ ਜਿਹੜਾ ਹਨ ਅੰਦਰੋਂ ਇੰਟਰਸਟ ਜਾਗ ਗਿਆ ਪਰਮੇਸ਼ਰ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨ ਦਾ, ਪ੍ਰੀਤੀ ਜਾਗ ਪਈ। ਗੁਰ ਕਰੁਣਾ ਕੋ ਪਾਏ ਵਿਸਾਲਾ, ਦੇਖੋ ਗੁਰੂ ਦੀ ਕਿਰਪਾ ਇਹਨੇ ਪ੍ਰਾਪਤ ਕੀਤੀ, ਜਿਹੜੀ ਸਭ ਤੋਂ ਵੱਡੀ ਦਾਤ ਹੈ। ਗੁਰੂ ਦੀ ਕਿਰਪਾ ਇਹਨੂੰ ਪ੍ਰਾਪਤ ਹੋ ਗਈ ਵੱਡੀ। ਭਰਮ ਸਰਬ ਨਾਸਿਓ ਤਤ ਕਾਲਾ, ਇਸ ਦਾ ਸਾਰਾ ਹੀ ਭਰਮ ਦੂਰ ਹੋ ਗਿਆ। ਭੇਦ ਭਰਮ ਕਰਤੱਤ ਭਰਮ ਸੰਗ ਭਰਮ ਵਿਕਾਰ ਭਰਮ ਬ੍ਰਹਮ ਇਤਰ ਸਤ ਹੈ, ਇਹ ਪੰਜੇ ਭਰਮ ਇਹਦੇ ਦੂਰ ਹੋ ਗਏ ਸਾਰੇ ਉਸੇ ਵੇਲੇ, ਇਮੀਡੀਏਟਲੀ, ਇੰਸਟੈਂਟਲੀ। ਗੁਰ ਕਰਨਾ ਕੋ ਪਾਏ ਵਿਸਾਲਾ, ਭਰਮ ਸਰਬ ਨਾਸਿਓ ਤਤ ਕਾਲਾ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ ਕਰਤਾਰਪੁਰ ਬਸਾਵਨ ਦਿਜ ਪ੍ਰਸੰਗ ਵਰਣਨ ਨਾਮ 30ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।